ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਡਾਕਟਰ ਕਿਰਪਾਲ ਸਿੰਘ ਤੇ ਸਾਡੇ ਪ੍ਰੋਗਰਾਮ ਦਾ ਨਾਂ ਹੈ ਟਿਪਸ ਫॉर ਗੁੱਡ ਲਾਈਫ, ਚੰਗੇਰੇ ਜੀਵਨ ਦੇ ਰਾਜ਼, ਸੁਖੀ ਜੀਵਨ ਦੇ ਰਾਜ਼। ਤੇ we're thankful to Voice of Manavta TV and Meghraj Singh, its proprietor, for this opportunity for us to talk about post ਚਮਕੌਰਗੜ੍ਹ ਦੀ ਗੜੀ ਤੋਂ ਬਾਅਦ ਦੇ ਜਿਹੜੇ ਪ੍ਰੋਗਰਾਮ ਖਾਲਸੇ ਦੇ ਵਿੱਚ ਕਿਸ ਤਰ੍ਹਾਂ ਪਰਿਵਰਤਨ ਆਇਆ, ਖਾਲਸੇ ਡਿਵੈਲਪਮੈਂਟਸ ਹੋਈਆਂ। ਸੋ ਸਾਰੇ ਸਾਡੇ ਆਡੀਅנס ਨੂੰ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀ ਤੁਹਾਡਾ ਸਾਡੇ ਆਡੀਅנס ਨੂੰ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Please remember, the views expressed during this program are strictly individuals. This is not the official policy of Voice of Manavta. Any criticism and any kind of financial help or other ideas are most welcome to improve the quality of the program. So feel free to pass them on to Sardar Meghraj Singh. Having said that, last time we talked about how ਖਾਲਸੇ ਦਾ ਪ੍ਰਗਟ ਦਿਹਾੜਾ ਐਂਡ ਦਾ ਵਿਲੱਖਣਤਾ ਖਾਲਸੇ ਦੀ। ਹੁਣ ਖਾਲਸੇ ਦੀ ਵਿਲੱਖਣਤਾ ਤੇ ਖਾਲਸੇ ਨੂੰ ਚਾਰਜ ਦਿੱਤਾ ਮਹਾਰਾਜ ਨੇ ਕਿ ਉਹ ਮਹਾਰਾਜ ਦੇ ਸਮੇਂ ਦੇ ਵਿੱਚ ਵੀ ਉਹ ਕਿਸ ਤਰ੍ਹਾਂ ਉਸਦੀ ਉਹ ਜਿਹੜੀਆਂ ਡਿਊਟੀਆਂ ਨਿਭਾਈਆਂ ਗਈਆਂ। ਪੋਸਟ ਅਨੰਦਪੁਰ ਬੈਟਲਸ ਤੇ ਚਮਕੌਰ ਦੀ ਗੜੀ ਦੀ ਬੈਟਲ ਦੇ ਵਿੱਚੋਂ 40 ਸਿੰਘਾਂ ਨੇ ਕਿਵੇਂ ਐਡੇ ਵੱਡੇ ਭਾਰੀ ਲਸ਼ਕਰ ਨੂੰ ਹਾਰ ਦਿੱਤੀ। ਤੇ ਉੱਥੋਂ ਜਦੋਂ ਫਿਰ ਗੁਰੂ ਸਾਹਿਬ ਆਉਂਦੇ ਨੇ ਮਾਛੀਵਾੜੇ ਦੇ ਵਿੱਚ, ਤੇ ਮਾਛੀਵਾੜੇ ਤੋਂ ਬਾਅਦ ਫਿਰ ਨਬੀ ਖਾਂ ਤੇ ਗਨੀ ਖਾਂ ਕਿਸ ਤਰ੍ਹਾਂ ਉਹਨਾਂ ਨੂੰ ਐਸਕੋਰਟ ਕਰਦੇ ਨੇ। ਤੇ ਸੋ ਔਨਵਰਡਸ ਵੀ ਵਿਲ ਕੰਟੀਨਿਊ ਟੂ ਟਾਕ ਅਬਾਊਟ ਟੁਡੇ ਕਿ ਵੀ ਕਿਸ ਤਰ੍ਹਾਂ ਇਹ ਫਰਦਰ ਡਿਵੈਲਪਮੈਂਟਸ ਹੋਈਆਂ। ਤੇ ਇਸ ਮੌਕੇ ਮੈਂ ਆਈ ਵਿਲ ਆਸਕ ਯਾਨੀ ਧਰਮ ਸਿੰਘ ਜੀ, ਸਾਨੂੰ ਜਰਾ ਗਾਈਡ ਕਰੋ, ਇੱਥੇ ਆਪਣੇ ਥੋੜੇ ਵਿਚਾਰ ਦੱਸੋ ਬਈ ਕਿਸ ਤਰ੍ਹਾਂ ਮਹਾਰਾਜ ਇਹਨਾਂ ਨੂੰ ਮਿਲੇ ਨਬੀ ਖਾਂ ਤੇ ਗਨੀ ਖਾਂ ਤੋਂ ਅਗਾਂਹ ਕਿਸ ਤਰ੍ਹਾਂ ਉਹਨਾਂ ਨੇ ਸਫ਼ਰ ਸ਼ੁਰੂ ਕੀਤਾ। ਗਿਆਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੋ ਸਾਨੂੰ ਇਤਿਹਾਸ ਵਿੱਚੋਂ ਮਿਲਦਾ ਆ ਵੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਵਿੱਚੋਂ ਖਾਲਸੇ ਦਾ ਹੁਕਮ ਮੰਨ ਕੇ ਤੇ ਉੱਥੋਂ ਉਹ ਚੱਲੇ ਨੇ। ਤੇ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਮਾਛੀਵਾੜੇ ਦਾ ਜਿਹੜਾ ਜੰਗਲ ਆ ਉੱਥੇ ਪਹੁੰਚਦੇ ਆ। ਤੇ ਸਤਿਗੁਰੂ ਜੀ ਉੱਥੇ ਕਿਉਂਕਿ ਬਹੁਤ ਲਗਾਤਾਰ ਜੰਗਾਂ ਯੁੱਧਾਂ 'ਚ ਰਹਿਣ ਕਰਕੇ ਨਾ ਆਰਾਮ ਹੋਇਆ ਸੀ ਪ੍ਰੋਪਰ। ਤੇ ਕਹਿੰਦੇ ਨੇ ਕਿ ਉਹਨਾਂ ਦੇ ਪੈਰ ਜਿਹੜੇ ਆ ਉਹ ਉਹਨਾਂ 'ਚ ਵੀ ਕੰਡੇ ਲੱਗ ਕੇ ਖੂਨ ਸਿਮਦਾ ਸੀਗਾ। ਬਾਕੀ ਕੱਪੜੇ ਵੀ ਜਿਹੜੇ ਉਹ ਝਾੜੀਆਂ ਨਾਲ ਲੱਗ ਕੇ ਪਾਟੇ ਹੋਏ ਸੀ ਕਿਉਂਕਿ ਰਸਤਾ ਜੰਗਲ ਵਾਲਾ ਹੀ ਸੀ ਸਾਰਾ। ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਹਿੰਦੇ ਵੀ ਕਿਰਪਾਨ ਦੀ ਮੁੱਠੀ ਦੇ ਵਿੱਚ ਹੱਥ ਜਿਹੜਾ ਆ ਉਹ ਲਗਾਤਾਰ ਰਹਿਣ ਕਰਕੇ ਤੇ ਉਹ ਵੀ ਸੁੱਜ ਕੇ ਫਸ ਗਿਆ ਸੀਗਾ। ਕਿਉਂਕਿ ਜਿਹੜੀਆਂ ਅੱਜ ਅਸੀਂ ਕਿਰਪਾਨਾਂ ਵੇਖਦੇ ਤੇ ਪੁਰਾਣੀਆਂ ਦੇਖਦੇ ਹਾਂ, ਇਹਨਾਂ ਦਾ ਬੜਾ ਅੰਤਰ ਆ। ਉਹਨਾਂ ਦੀ ਮੁੱਠੀ ਬੜੀ ਤੰਗ ਹੁੰਦੀ ਸੀਗੀ ਵੀ ਜਿਹਦੇ ਨਾਲ ਜਿਹੜਾ ਕਿਰਪਾਨ ਜਿਹੜੀ ਆ ਉਹਦੀ ਪਕੜ ਜ਼ਿਆਦਾ ਹੁੰਦੀ ਸੀਗੀ। ਤੇ ਉੱਥੇ ਪੰਜਾਬਾ ਗੁਲਾਬਾ ਮਿਲਦੇ ਨੇ, ਉਹਨਾਂ ਦਾ ਖੂਹ ਸੀਗਾ ਜਿੱਥੇ ਗੁਰੂ ਸਾਹਿਬ ਜੀ ਨੇ ਕਹਿੰਦੇ ਕਿ ਟਿੰਡ ਦਾ ਸਰਾਣਾ, ਕੋਈ ਕਹਿੰਦਾ ਟੀਮ ਦਾ ਸਰਾਣਾ, ਕੁਛ ਵੀ ਆ। ਤੇ ਕਿਉਂਕਿ ਜਦੋਂ ਚਮਕੌਰ ਦੀ ਗੜੀ ਨੂੰ ਛੱਡਿਆ ਆ ਗੁਰੂ ਸਾਹਿਬ ਜੀ ਨੇ, ਉਹਨਾਂ ਦੇ ਨਾਲ 3 ਸਿੱਖ ਹੋਰ ਨਿਕਲੇ ਨੇ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ। ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਤਾਰਾ ਜਿਹੜਾ ਆ ਉਹਦੀ ਸੇਧ ਤੇ ਚੱਲਿਆ ਨਾ ਤੇ ਆਪਣਾ ਮੇਲ ਹੋ ਜਾਏਗਾ। ਤੇ ਇਸ ਤਰ੍ਹਾਂ ਕਰਕੇ ਉਹ ਵੀ ਪਹੁੰਚਦੇ ਨੇ ਉੱਥੇ। ਤੇ ਗੁਰੂ ਸਾਹਿਬ ਜੀ ਨੂੰ ਫਿਰ ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਉਹ ਸਾਰੇ ਮਿਲਦੇ ਨੇ। ਨਾਲ ਹੀ ਉੱਥੇ ਜਿਹੜੇ ਹੈਗੇ ਪੰਜਾਬਾ ਗੁਲਾਬਾ ਉਹਨਾਂ ਦਾ ਖੂਹ ਸੀਗਾ। ਤੇ ਉਹ ਗੁਰੂ ਸਾਹਿਬ ਜੀ ਨੂੰ ਮਿਲਦੇ, ਫਿਰ ਉਹ ਆਪਣੇ ਘਰ ਲੈ ਜਾਂਦੇ ਨੇ ਤੇ ਉਹਨਾਂ ਦੀ ਸੇਵਾ ਸੰਭਾਲ ਕਰਦੇ। ਬਾਕੀ ਅੱਗੇ ਜਿਵੇਂ ਸਾਰਿਆਂ ਦੇ ਵਿਚਾਰ ਚੱਲਦੇ ਰਹਿਣਗੇ। ਹਾਂਜੀ, ਇਸ ਤੋਂ ਬਾਅਦ ਤੁਸੀਂ ਥੋੜਾ ਕੁਝ ਚਾਨਣਾ ਪਾਓ ਡਾਕਟਰ ਵਾਸੂ। ਇਸ ਤਰ੍ਹਾਂ ਨਹੀਂ ਬਈ ਦੱਸੋ ਉਹਨਾਂ ਦਾ ਕੀ ਹੋਇਆ।
ਗੁਰੂ ਸਾਹਿਬ ਆਪਣੇ ਖੰਡਿਓ ਤਿੱਖੇ ਮਾਰਗ ਦੇ ਉੱਤੇ ਆਪਣਾ ਸਫ਼ਰ ਜਾਰੀ ਰੱਖਦੇ ਨੇ ਤੇ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਨੇ। ਉੱਥੇ ਆਰਾਮ ਕਰਦੇ ਹੋਏ ਅੱਗੇ ਇੱਕ ਦੀਨਾ ਪਿੰਡ ਆਉਂਦਾ ਹੈ। ਉੱਥੇ ਜਾ ਕੇ ਉਹ ਗੁਰੂ ਜੀ ਉੱਥੇ ਜਾ ਕੇ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖਦੇ ਨੇ ਕਿ ਮੈਂ ਜਿੱਤ ਗਿਆ, ਤੂੰ ਹਾਰ ਗਿਆ, ਕਿਉਂਕਿ ਤੇਰੀ ਪਾਲਿਸੀ ਜਿਹੜੀ ਸੀ ਉਹ ਫਰੇਬ ਦੀ ਸੀ, ਉਹ ਧੋਖੇਬਾਜ਼ੀ ਦੀ ਸੀ ਤੇ ਤੂੰ ਧੋਖਾ ਕਰਦਾ ਰਿਹਾ ਤੇ ਮੈਂ ਜਿੱਤਿਆ ਕਿਉਂਕਿ ਮੋਰਲੀ ਨੈਤਿਕ ਤੌਰ ਤੇ ਮੈਂ ਆਪਣਾ ਜ਼ਿੰਦਗੀ ਦੇ ਰਸਤੇ ਤੇ ਤੁਰਿਆ। ਇਸ ਤੋਂ ਬਾਅਦ ਉਹ ਫਿਰ ਅੱਗੇ ਤੁਰਦੇ ਨੇ ਤੇ ਉੱਥੇ ਇੱਕ ਵਾਰੀ ਕਿਹੜਾ ਪਿੰਡ ਹੈ ਜਿਹੜੇ ਜਾ ਕੇ ਉਹ ਮਾਹੀ ਇੱਕ ਹੈ ਉਹਨੂੰ ਭੇਜਦੇ ਨੇ ਬਈ ਛੋਟੇ ਸਾਹਿਬਜ਼ਾਦਿਆਂ ਬਾਰੇ ਸਾਰੇ ਹਾਲਾਤ ਤੁਸੀਂ ਦੱਸੋ। ਉਹ ਫਿਰ ਜਾਂਦਾ ਮਾਹੀ ਜਿਹੜਾ ਉਹ ਆ ਕੇ ਦੱਸਦਾ ਕਿ ਉਹਨਾਂ ਨੂੰ ਨੀਹਾਂ ਚਿਣ ਦਿੱਤਾ ਗਿਆ। ਫਿਰ ਮਹਾਰਾਜ ਉੱਥੇ ਝਾੜੀ ਹੁੰਦੀ ਹੈ, ਉਹਨੂੰ ਪੁੱਟਦੇ ਨੇ ਤੇ ਪੁੱਟ ਕੇ ਕਹਿੰਦੇ ਨੇ ਅੱਜ ਮੁਗਲ ਰਾਜ ਦੀ ਜੜ ਜਿਹੜੀ ਹੈ ਪੱਟੀ ਗਈ ਹੈ ਤੇ ਜਿਹੜੇ ਖਾਲਸੇ ਹਮੇਸ਼ਾ ਜਿਹੜੇ ਮੇਰੇ ਪੁੱਤਰ ਨੇ ਇਹਨਾਂ ਨੇ ਜੋ ਬੀਜ ਦਿੱਤਾ ਹੈ ਇਹ ਹੁਣ ਬੀਜ ਤੋਂ ਖਾਲਸਾ ਫਲ ਉਗਣਗੇ ਤੇ ਖਾਲਸੇ ਦੀ ਫਤਿਹ ਹੋਵੇਗੀ। ਇਸ ਤਰ੍ਹਾਂ ਚੜ੍ਹਦੀ ਕਲਾ ਦੇ ਮਾਰਗ ਤੇ ਤੁਰਦੇ ਹੋਏ ਫਿਰ ਉਹ ਆਪਣਾ ਮੁਕਤਸਰ ਦੀ ਜੰਗ ਵੀ ਇੱਥੇ ਕਰਕੇ ਬਾਅਦ ਵਿੱਚ ਆਉਂਦੀ ਹੈ, ਜਿਹੜੇ ਕਿ 40 ਸਿੰਘ ਉਹਨਾਂ ਨੂੰ ਬੇਦਾਵਾ ਦੇ ਜਾਂਦੇ ਨੇ ਤੇ ਘਰ ਜਿਹੜਾ ਉਹ ਮਾਤਾ ਭਾਗ ਕੌਰ ਹੋਰੀ ਉਹ ਜਥੇ ਦੇ ਨਾਲ ਲੈ ਕੇ ਉਹਨਾਂ ਨੂੰ ਫਿਰ ਜੰਗ ਵਿੱਚ ਤੋਰਦੇ ਨੇ। ਆਪ ਅੱਗੇ ਹੈ ਮਾਤਾ ਭਾਗ ਕੌਰ, ਪਿੱਛੇ 40 ਸਿੰਘ ਨੇ। ਇਹਨਾਂ ਦਾ ਟਾਕਰਾ ਫਿਰ ਖਿਦਰਾਣੇ ਦੀ ਢਾਬ ਦੇ ਨੇੜੇ ਹੁੰਦਾ ਹੈ। ਗੁਰੂ ਸਾਹਿਬ ਵੀ ਕੁਦਰਤੀ ਉੱਥੇ ਸਨ, ਉੱਤੇ ਢਾਬ ਤੇ ਪਹੁੰਚੇ ਸਨ ਤੇ ਥੱਲੇ ਜੰਗ ਹੋ ਰਹੀ ਸੀ। ਗੁਰੂ ਸਾਹਿਬ ਨੂੰ ਪਤਾ ਨਹੀਂ ਸੀ ਕਿ ਕਿਹੜੀ ਖਾਲਸੇ ਦੀ ਟੁਕੜੀ ਜਿਹੜੀ ਹੈ ਉਹ ਮੁਗਲਾਂ ਨਾਲ ਜੂਝ ਰਹੀ ਹੈ। ਜਦੋਂ ਜੰਗ ਸ਼ਾਮ ਨੂੰ ਖਤਮ ਹੁੰਦੀ ਹੈ ਤੇ ਮਹਾਰਾਜ ਜਿਹੜੇ ਨੇ ਉਹ ਆਪ ਵੀ ਸਾਰੇ ਹੀ ਉੱਥੇ ਤੀਰ ਚਲਾਉਂਦੇ ਰਹਿਣ ਖਿਦਰਾਣੇ ਦੀ ਢਾਬ ਤੋਂ। ਜਦੋਂ ਮਹਾਰਾਜ ਉੱਪਰ ਉਤਰਦੇ ਨੇ ਤੇ ਮਹਾਰਾਜ ਹੈਰਾਨ ਹੁੰਦੇ ਨੇ, ਇਹ ਤਾਂ ਉਹੀ ਸਿੱਖ ਨੇ, ਉਹੀ ਸਿੱਖ ਸ਼ਹੀਦ ਹੋਏ ਪਏ ਨੇ ਜਿਹੜੇ ਮੈਨੂੰ ਛੱਡ ਕੇ ਆ ਗਏ ਸਨ। ਤੇ ਉਹ ਫਿਰ ਇੱਕ ਸਿੱਖ ਸਹਿਕਦਾ ਸੀ ਮਹਾਂ ਸਿੰਘ। ਗੁਰੂ ਸਾਹਿਬ ਉਹਦੇ ਕੋਲ ਪਹੁੰਚਦੇ ਨੇ ਤੇ ਕਹਿੰਦੇ ਨੇ ਮਾਨ ਸਿੰਘਾ ਤੇਰੀ ਕੀ ਆਖਰੀ ਇੱਛਾ ਹੈ? ਉਹ ਕਹਿੰਦਾ ਮਹਾਰਾਜ ਉਹ ਜਿਹੜਾ ਬੇਦਾਵਾ ਹੈ ਅਸੀਂ ਲਿਖ ਕੇ ਦੇ ਆਏ ਸੀ, ਪਾੜ ਦਿਓ। ਤੇ ਗੁਰੂ ਸਾਹਿਬ ਨੂੰ ਕਹਿੰਦੇ ਨੇ ਦੇਖ ਮੈਂ ਸਾਰੀਆਂ ਜੰਗਾਂ ਚੋਂ ਸਭ ਕੁਝ ਛੱਡ ਛਡਾਇਆ, ਸਭ ਕੁਝ ਵਾਰ ਆਇਆ, ਪਰ ਤੇਰਾ ਬੇਦਾਵਾ ਜਿਹੜਾ ਮੈਂ ਕਮਰ ਕਸੇ 'ਚ ਬੰਨਿਆ ਹੋਇਆ, ਉਹ ਕਮਰ ਕਸੇ 'ਚੋਂ ਬੇਦਾਵਾ ਉਹ ਪਾੜਦੇ ਨੇ। ਉਧਰੋਂ ਉਹਦੇ ਪੰਖ ਜਿਹੜੇ ਨੇ ਸਾਹ ਪੰਖੇਰੂ ਹੋ ਜਾਂਦੇ ਨੇ। ਤੇ ਇਸ ਤਰ੍ਹਾਂ ਦੇ ਇੱਕ ਚੜ੍ਹਦੀ ਕਲਾ ਦੇ ਵਾਤਾਵਰਨ ਚੋਂ ਲੰਘਦੇ ਹੋਏ ਫਿਰ ਦਮਦਮੇ ਜਾ ਕੇ ਸਾਹ ਲੈਂਦੇ ਨੇ। ਫਿਰ ਉੱਥੇ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ ਦੇ ਨਾਲ ਆਪਣੀ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਿਹੜੀ ਹੈ ਲਿਖਵਾਉਂਦੇ ਨੇ। ਇਸ ਤਰ੍ਹਾਂ ਇੱਥੇ ਸਿੱਖੀ ਕਥਾ ਪਰੰਪਰਾ ਜਿਹੜੀ ਹੈ ਉਹ ਬਾਬਾ ਦੀਪ ਸਿੰਘ ਨਾਲ ਹੀ ਸ਼ੁਰੂ ਕਰਦੇ ਨੇ ਤੇ ਇੱਥੇ ਹੀ ਮਾਤਾਵਾਂ ਪਹੁੰਚਦੀਆਂ ਨੇ। ਜਦੋਂ ਪੁੱਤਰ ਪੁੱਛਦੀਆਂ ਨੇ ਉਹ ਪੁੱਤਰ ਚਾਰੇ ਲਾਲ ਕਿੱਥੇ ਨੇ, ਤੇ ਉਹ ਕਹਿੰਦੇ ਨੇ ਭਾਗਾਂ ਵਾਲੀਏ ਵਾਰ ਕੇ ਨਿਗਾਹ ਤੱਕ ਲੈ ਤੇਰੀ ਗੋਦੀ ਵਿੱਚ ਕਈ ਹਜ਼ਾਰ ਬੈਠੇ। ਕੀ ਹੋਇਆ ਜੇ ਅਸੀਂ 4 ਲਾਲ ਵਾਰ ਬੈਠੇ? ਆ ਜਿਹੜਾ ਖਾਲਸਾ ਹੈ ਇਹ ਉਹ ਮੇਰੇ ਪੁੱਤਰ ਹੀ ਨੇ ਸਾਰੇ। ਇਸ ਤਰ੍ਹਾਂ ਦੇ ਉਹਨਾਂ ਦੇ ਬਚਨ ਇੱਕ ਬਚਨ ਵਿੱਚ ਚੜ੍ਹਦੀ ਕਲਾ ਜਿਹੜੀ ਔਰ ਕੌਮ ਦਾ ਪਿਆਰ, ਆਜ਼ਾਦੀ ਦਾ ਪਿਆਰ ਝਲਕਦਾ ਹੈ। ਬਹੁਤ ਮਿਹਰਬਾਨੀ। ਕਮ ਬੈਕ ਟੂ ਯੂ। ਤੇ ਹੁਣ ਮੈਂ ਗਿਆਨੀ ਸੁੱਚਾ ਸਿੰਘ ਜੀ ਕੋਲ ਜਾਣਾ ਤੇ ਗਿਆਨੀ ਜੀ ਤੁਸੀਂ ਆਪਣੇ ਵਿਚਾਰ ਕੋਈ ਸਾਂਝੇ ਕਰੋ ਇੱਥੇ ਕਿ ਵੀ ਮਾਈ ਭਾਗੋ ਦਾ ਕੀ ਰੋਲ ਸੀ ਇਹਨਾਂ ਦੇ ਵਿੱਚ ਐਜ਼ ਯੂ ਅੰਡਰਸਟੈਂਡ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਦੇਖੋ ਇਸ ਤਰ੍ਹਾਂ ਕਿ ਸਿੱਖ ਧਰਮ ਦੇ ਵਿੱਚ ਗੁਰੂ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਜਿਹੜਾ ਇਸਤਰੀ ਜ਼ਾਤ ਨੂੰ ਮਨੁੱਖ ਦੇ ਬਰਾਬਰ ਦਾ, ਸਿੱਖ ਦੇ ਬਰਾਬਰ ਦਾ ਜਿਹੜਾ ਦਰਜਾ ਦੇ ਦਿੱਤਾ। ਇਸੇ ਵਾਸਤੇ ਜਿਹੜਾ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਬਾਅਦ ਦੇ ਵਿੱਚ ਨਾਮ ਖਾਲਸਾ ਦਾ ਨਾਮ ਦਿੱਤਾ। ਉਸ ਖਾਲਸਾ ਨਾਮ ਦਾ ਕੋਈ ਵੀ ਜੈਂਡਰ ਨਹੀਂ ਹੈ, ਨਾ ਉਹਦਾ ਮੈਸਕੂਲਿਨ ਨਾ ਫੈਮਿਨਿਨ। ਸੋ ਖਾਲਸਾ ਦਾ ਮਤਲਬ ਹੀ ਜਿਹੜਾ ਗੁਰੂ ਕਾ ਸਿੱਖ ਹੈ। ਗੁਰੂ ਕਾ ਸਿੱਖ ਦਾ ਮਤਲਬ ਬੀਬੀ ਵੀ ਹੋ ਸਕਦੀ ਹੈ ਤੇ ਉਹ ਜਿਹੜਾ ਬੰਦਾ ਵੀ ਹੋ ਸਕਦਾ। ਇਸੇ ਵਾਸਤੇ ਅਸੀਂ ਕਈ ਵਾਰੀ ਕਹਿੰਦੇ ਕਿ ਜਿਹੜਾ ਖਾਲਸਾ ਸ਼ਬਦ ਹੈ, ਖਾਲਸਾ ਨਾਮ ਦਿੱਤਾ ਗਿਆ,
ਇਹ ਜਮਾਤ ਦਾ ਨਾਮ ਹੈ, ਇਹ ਇੰਡੀਵਿਜੂਅਲ ਨਾਮ ਨੇ ਕਿਸੇ ਦਾ। ਚਲੋ ਖੈਰ, ਇਸ ਵਾਸਤੇ ਮੈਂ ਜਿਹੜਾ ਮਾਤਾ ਭਾਗ ਕੌਰ ਜੀ ਦੀ ਤੁਸੀਂ ਗੱਲ ਕੀਤੀ ਹੈ, ਉਹ ਹੁਣ ਜਿਹੜੀ ਸਿੰਘ ਜਾਂ ਖਾਲਸਾ ਸੱਜੀ ਹੋਈ ਹੈ ਬੀਬੀ, ਤੇ ਉਹਨਾਂ ਨੂੰ ਜਿਹੜਾ ਪਹਿਲੇ ਦਿਨ ਤੋਂ ਜਿਹੜੀ ਗੁਰੂ ਨਾਨਕ ਪਾਤਸ਼ਾਹ ਵਾਲੀ ਬਾਣੀ ਤੇ ਜ਼ਰੂਰ ਸੰਭੀ ਹੋਏਗੀ, ਪੜ੍ਹਦੇ ਹੋਣਗੇ, ਤੇ ਉਸ ਦੇ ਵਿੱਚੋਂ ਜਿਹੜੀ ਉਹਨਾਂ ਨੂੰ ਬਰਾਬਰਤਾ ਦਿੱਤੀ ਗਈ ਹੈ, ਉਸ ਬਰਾਬਰਤਾ ਦੇ ਨਾਲ ਜਿਸ ਵੇਲੇ ਕੋਈ ਸਿੱਖ, ਕੋਈ ਮਰਦ ਸਿੱਖ ਜਿਹੜਾ ਉਹ ਗੁਰੂ ਮਹਾਰਾਜ ਦੇ ਨਾਲ ਥੋੜੀ ਜਿਹੀ ਆਪਣੇ ਦਿਲ ਦੀ ਕੋਈ ਕਮਜ਼ੋਰੀ ਲੈ ਕੇ ਉਹ ਤੋਂ ਪਿੱਛੇ ਹਟਦਾ ਆਪਣੀ ਕਿਸੇ ਜ਼ਿੰਮੇਵਾਰੀ ਤੋਂ, ਤੇ ਬੀਬੀਆਂ ਜਿਹੜੀਆਂ ਟਾਈਮ ਟੂ ਟਾਈਮ ਆਪਣਾ ਯੋਗਦਾਨ ਵਿੱਚ ਪਾਉਂਦੀਆਂ ਰਹੀਆਂ। ਬੀਬੀਆਂ ਮਾਤਾ ਭਾਗ ਕੌਰ ਸ਼ਾਇਦ ਇਹ ਪਹਿਲੇ ਬੀਬੀ ਜੀ ਨਹੀਂ ਹੋਣਗੇ, ਪਹਿਲਾਂ ਵੀ ਇਸ ਤਰ੍ਹਾਂ ਦੀਆਂ ਬਹੁਤ ਮਾਤਾਵਾਂ ਹੋਣਗੀਆਂ ਜਿਨ੍ਹਾਂ ਨੇ ਮਰਦਾਂ ਨੂੰ, ਸਿੱਖਾਂ ਨੂੰ, ਖਾਲਸੇ ਨੂੰ ਪ੍ਰੇਰ ਕੇ ਗੁਰੂ ਮਹਾਰਾਜ ਦੀ ਸੇਵਾ ਦੇ ਵਿੱਚ ਲਿਆਂਦਾ ਹੋਏਗਾ। ਤੇ ਹੁਣ ਜਿਹੜੇ ਮਾਤਾ ਭਾਗ ਕੌਰ ਜੀ ਹੈ, ਉਹਨਾਂ ਦਾ ਬਹੁਤ ਇੱਕ ਉਗੜਦਾ ਜਿਹੜਾ ਨਾਮ ਸਿੱਖ ਪੰਥ ਦੇ ਵਿੱਚ ਆ ਜਾਂਦਾ ਇਸ ਕਰਕੇ ਕਿਉਂਕਿ ਉਹਨਾਂ ਨੇ ਸਿੱਧੇ ਤੌਰ ਤੇ ਆਪ ਜੰਗ ਦੇ ਵਿੱਚ ਹਿੱਸਾ ਲਿਆ। ਠੀਕ ਹੈ ਜੀ। ਸੋ ਜਿਹੜਾ ਇਤਿਹਾਸ ਸਾਨੂੰ ਦੱਸਿਆ ਜਾਂਦਾ, ਪੜ੍ਹਾਇਆ ਜਾਂਦਾ, ਉਹਦੇ ਵਿੱਚ ਜਿਸ ਵੇਲੇ ਭਾਈ ਮਹਾਂ ਸਿੰਘ ਜੀ ਘਰ ਆ ਜਾਂਦੇ ਆ, ਉੱਥੇ ਜਿਹੜਾ ਮਾਤਾ ਜੀ ਉਹਨਾਂ ਨੂੰ ਪੁੱਛਦੇ ਆ ਕਿ ਕਾਰਨ ਕੀ ਹੈ, ਤੇ ਉਹ ਕਹਿੰਦੇ ਕਿ ਮੈਂ ਬਦਾਵਾ ਦੇ ਆਇਆ। ਤੇ ਹੁਣ ਉਹ ਜਿਹੜੇ ਫਿਰ ਲੀਡ ਕਰਦੇ, ਉਹ ਕਹਿੰਦੇ ਕਿ ਲਓ ਠੀਕ ਹੈ, ਫਿਰ ਤੁਸੀਂ ਬਦਾਵਾ ਦੇ ਆਏ, ਤੁਸੀਂ ਤੇ ਬੱਤਿਆਂ ਵਾਲਾ ਕੰਮ ਨਹੀਂ ਕੀਤਾ, ਖਾਲਸੇ ਵਾਲਾ ਕੰਮ ਨਹੀਂ ਕੀਤਾ, ਤੁਸੀਂ ਪਾ ਲਓ ਚੂੜੀਆਂ ਤੇ ਅਸੀਂ ਜਾਂਦੇ ਹਾਂ। ਤਾਂ ਹੁਣ ਉਹ ਜਿਹੜੇ ਉਹਨਾਂ ਦੇ ਤਾਨੇ ਮਿਹਣੇ ਹੋਣਗੇ, ਉਹ ਉਹਨਾਂ ਨੂੰ ਝੰਜੋੜਦੇ ਆ ਭਾਈ ਮਹਾਂ ਸਿੰਘ ਨੂੰ ਤੇ ਉਹਨਾਂ ਦੇ ਨਾਲ ਆਏ ਸਿੰਘਾਂ ਨੂੰ, ਤੇ ਇਸ ਕਰਕੇ ਉਹ ਜਿਹੜੇ ਉੱਥੇ ਜਾਂਦੇ। ਤਾਂ ਇਹ ਜਿਹੜਾ ਬਹੁਤ ਵੱਡਾ ਯੋਗਦਾਨ ਮਾਤਾ ਜੀ ਦਾ ਹੋ ਜਾਂਦਾ ਹੈ ਕਿ ਜਿਹੜੇ ਢੰਡੀ ਕਲਾ ਵਾਲੇ ਸਿੱਖ, ਉਹਨਾਂ ਨੂੰ ਫਿਰ ਜਿਹੜਾ ਪ੍ਰੇਰਨਾ ਦੇ ਕੇ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾ ਕੇ ਗੁਰੂ ਮਹਾਰਾਜ ਜੀ ਦੇ ਨਾਲ ਪਹੁੰਚਦੇ ਆ, ਤੇ ਉੱਥੇ ਨਾਲ ਜੰਗ ਦੇ ਵਿੱਚ ਆਪ ਵੀ ਹਿੱਸਾ ਲੈਂਦੇ ਆ, ਤੇ ਭਾਈ ਮਹਾਂ ਸਿੰਘ ਜੀ ਉੱਥੇ ਸ਼ਹੀਦ ਹੁੰਦੇ ਜਿਸ ਤਰ੍ਹਾਂ ਦੱਸਿਆ। ਥੈਂਕ ਯੂ ਜੀ। ਇਸ ਤੋਂ ਅੱਗੇ ਚੱਲਦੇ ਆ ਹੁਣ ਆਪਣੇ ਹਰਮਿੰਦਰ, ਤੁਸੀਂ ਐਡ ਕਰੋ ਆਪਣੇ ਐਕਸਪੀਰੀਅੰਸ ਕਿ ਬਿਗਾਂ ਕੀ ਹੋਇਆ। ਅਗਾਂਹ ਜਾਣ ਤੋਂ ਪਹਿਲਾਂ ਆਈ ਵਿਲ ਜਸਟ ਐਡ ਜਿਹੜਾ ਇਤਿਹਾਸ ਜੋ ਕਵਰ ਕੀਤਾ, ਉਹਦੇ ਵਿੱਚ 2-3 ਹੋਰ, ਸਿੰਸ ਵੀ ਆਰ ਟਾਕਿੰਗ ਅਬਾਊਟ ਗੁਰੂ ਮਹਾਰਾਜ ਦਾ ਅਦੁੱਤੀ ਇਤਿਹਾਸ, ਉਹਦੀਆਂ ਜਿਹੜੇ ਗਲਿੰਪਸ ਨੇ ਵਿੱਚੋਂ ਛਿੱਟੇ ਮਾਰੇ ਜਾ ਰਹੇ ਇਤਿਹਾਸ ਦੇ ਵਿੱਚੋਂ, 2-3 ਚੀਜ਼ਾਂ ਮੈਂ ਨੋਟ ਕੀਤੀਆਂ ਨੇ ਜਿਹੜੀਆਂ ਮੇਰੇ ਮਨ ਦੇ ਵਿੱਚ ਆਈਆਂ, ਜ਼ਿਹਨ ਦੇ ਵਿੱਚ। ਜਦੋਂ ਮਾਛੀਵਾੜੇ ਦਾ ਜਦੋਂ ਆਉਂਦੇ ਨੇ ਗੁਰੂ ਸਾਹਿਬ, ਉੱਥੇ ਮਹਾਰਾਜ ਦਾ ਬੜਾ ਇੰਪੋਰਟੈਂਟ ਆਸਪੈਕਟ ਸੀ ਇੱਕ, ਉੱਥੇ ਇੰਨਾ ਚਮਕੌਰ ਦੀ ਯੁੱਧ ਤੋਂ ਬਾਅਦ ਤੇ ਫਿਰ ਮਾਛੀਵਾੜੇ ਜੰਗਲਾਂ 'ਚ ਜਾਮਾ ਲੀਰ ਹੋਇਆ, ਪੈਰਾਂ 'ਚ ਕੰਡੇ ਨੇ, ਫਿਰ ਵੀ ਮਹਾਰਾਜ ਦੀ ਅਕਾਲ ਪੁਰਖ ਦੀ ਉਸਤੀ ਦੇ ਵਿੱਚ ਸ਼ਬਦ ਪੜ੍ਹਿਆ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ। ਦੇਖੋ ਇੰਨੇ ਡਿਫਿਕਲਟ ਸਰਕਮਸਟੈਂਸ ਦੇ ਵਿੱਚ ਹੁੰਦੇ ਹੋਏ ਵੀ ਫਿਰ ਵੀ ਆਪਦੇ ਮਹਾਰਾਜ ਨੂੰ ਕਹਿੰਦੇ ਨੇ, ਮੈਂ ਤਾਂ ਚੜ੍ਹਦੀ ਕਲਾ ਦੇ ਵਿੱਚ ਹਾਂ, ਤੁਧ ਬਿਨ ਰੋਗ ਰਜਾਈ। ਤੁਹਾਨੂੰ ਸਾਰਿਆਂ ਨੂੰ ਸ਼ਬਦ ਦਾ ਪਤਾ, ਕਹਿਣ ਦਾ ਮਤਲਬ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਇੰਨੀਆਂ ਡਿਫਿਕਲਟ ਹੁੰਦੇ ਹੋਏ ਵੀ ਪਰਮੇਸ਼ਰ ਨੂੰ ਸਦਾ ਹੀ ਆਪਦੇ ਅੰਗ ਸੰਗ ਸਮਝ ਕੇ ਅਕਾਲ ਪੁਰਖ ਦੀ ਜਿਹੜੀ ਸੀ ਉਹਦੇ ਨਾਲ ਸੁਰਤੀ ਚ ਲਾਈ ਰੱਖਣਾ, ਤੇ ਫਿਰ ਵੀ ਉਹਨੂੰ ਇੱਕ ਪੋਜ਼ਿਟਿਵ ਸਪਿਰਿਟ ਦੇ ਵਿੱਚ ਲੈਣਾ। ਹਾਂਜੀ, ਜਦੋਂ ਕਿ ਆਮ ਬੰਦਾ ਢੈਂਦੀਆਂ ਗੱਲਾਂ 'ਚ ਚਲੇ ਜਾਂਦਾ। ਇਹ ਗੁਰੂ ਸਾਹਿਬ ਦਾ ਬਹੁਤ ਵੱਡਾ ਸਬਕ ਸੀ। ਦੂਸਰਾ ਸਬਕ ਜੀ, ਜਦੋਂ ਅੱਗੇ ਜਿਉਂ ਪੈਂਡਾ ਚੱਲਦਾ, ਜਿਵੇਂ ਸਾਰਿਆਂ ਨੇ ਕਵਰ ਕੀਤਾ, ਉਹਦੇ ਵਿੱਚ ਜਦੋਂ ਆਲਮਗੀਰ ਸਾਹਿਬ ਗੁਰਦੁਆਰਾ ਹੈ ਲੁਧਿਆਣੇ ਦੇ ਕੋਲੇ, ਇਤਿਹਾਸਕ ਗੁਰਦੁਆਰਾ, ਉੱਥੇ ਜਦੋਂ ਗੁਰੂ ਸਾਹਿਬ ਨੂੰ ਉੱਥੋਂ ਚੱਲਦੇ ਨੇ, ਜੇ ਉੱਥੋਂ ਪਤਾ ਲੱਗਦਾ ਵੀ ਉੱਥੇ ਛੋਟੇ ਸਾਹਿਬਜ਼ਾਦੇ ਸਰਹੰਦ ਦੀ ਗੜੀ ਦੇ ਵਿੱਚ, ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚਿਣੇ ਗਏ ਨੇ, ਉੱਥੇ ਮਹਾਰਾਜ ਨੇ ਫਿਰ ਕਹਿੰਦੇ ਉੱਥੋਂ ਕਾਹੀ ਦਾ ਬੂਟਾ ਪੱਟਿਆ, ਕਹਿੰਦੇ ਅੱਜ ਤੋਂ ਫਿਰ ਹੁਣ ਇਹ ਮੁਗਲ ਜਲਨ ਦੀ ਜਿਹੜਾ ਇਸ ਤਰ੍ਹਾਂ ਉਹਨਾਂ ਨੇ ਜਿਹੜਾ ਕੀਤਾ ਹੈ, ਇਹ ਮੁਗਲ ਸਲਤਨਤ ਦਾ ਜਿਹੜਾ ਹੈ ਅੱਜ ਤੋਂ ਜਿਹੜਾ ਇਹ ਬੂਟਾ ਪੱਟ ਕੇ ਕਹਿੰਦੇ ਅੱਜ ਤੋਂ ਇਹਨਾਂ ਦੀਆਂ ਵੀ ਜੜ੍ਹਾਂ ਪੱਟੀਆਂ ਜਾਣਗੀਆਂ ਤੇ ਨਾਸ ਹੋ ਜਾਊਗਾ। ਹਾਂਜੀ, ਦੈਟਸ ਅਨਦਰ ਥਿੰਗ। ਥਰਡ ਥਿੰਗ ਜਿਹੜਾ ਸੀ, ਮੁਕਤਸਰ ਦੀ ਲੜਾਈ ਕਵਰ ਕੀਤੀ ਹੈ। ਮੁਕਤਸਰ ਦੇ ਵਿੱਚ ਡੈਫੀਨੇਟਲੀ ਦੇਖੋ, ਬਦਾਵਾ ਦੇਣਾ ਕਿਸੇ ਭੁੱਖੇ ਹੋਣ ਦੀ ਹਾਲਤ ਦੇ ਵਿੱਚ, ਕਿਸੇ ਸਰੀਰਕ ਕਸ਼ਤੀ ਹੋਣ ਦੀ ਹਾਲਤ ਦੇ ਵਿੱਚ ਮਹਾਰਾਜ ਨੂੰ, ਉਹਨਾਂ ਦੇ ਇੱਕ ਸਰੀਰਕ ਸੀ, ਹਾਂਜੀ, ਲੇਕਿਨ ਉਹਨਾਂ ਦੀ ਆਤਮਾ ਦੇ ਵਿੱਚ ਮਹਾਰਾਜ ਦੇ ਪ੍ਰਤੀ ਫਿਰ ਵੀ ਦਰਦ ਸੀ। ਜੋ ਮਰਜ਼ੀ ਇਤਿਹਾਸ ਦੇ ਚਰੋਖੇ ਜੋ ਅਸੀਂ ਲਈ ਜਾਈਏ, ਦੇਖੋ ਜਿੱਥੇ ਮਾਤਾ ਭਾਗ ਕੌਰ ਜੀ ਦੇ ਮਿਹਣੇ ਸੀ, ਸਭ ਕੁਝ ਸੀ, ਪਰ ਉਹਨਾਂ ਦੀ ਆਤਮਾ 'ਚ ਦਰਦ ਸੀ ਵੀ ਹਾਂ ਅਸੀਂ ਬੜੀ ਵੱਡੀ ਕੁਤਾਹੀ ਕੀਤੀ ਹੈ, ਗਲਤੀ ਕੀਤੀ ਹੈ, ਮਹਾਰਾਜ ਨੂੰ ਬਿਦਾਵਾ ਦੇ ਕੇ ਆਏ। ਚਾਹੇ ਉਹ ਇੱਕ ਆਪਦੇ ਦਿਮਾਗੀ ਤੌਰ ਤੇ ਨਹੀਂ ਸੀ, ਉਹ ਭੁੱਖ ਦੇ ਵੰਨਿਓ ਤੇ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਸੀ,
ਤੇ ਅੱਗੇ ਮਹਾਰਾਜ ਦਾ ਫਿਰ ਉਹਨਾਂ ਨੇ ਜਿਹੜਾ ਸੀ ਆਪਦੀ ਜਿਹੜੀ ਗਲਤੀ ਦਾ ਅਹਿਸਾਸ ਆਪਦੀਆਂ ਜਾਨਾਂ ਦੇ ਕੇ ਚੁੱਕਿਆ। ਤੇ ਮਹਾਰਾਜ ਦੀ ਦੇਖੋ ਦਿਆਲਤਾ ਤੇ ਮਹਾਰਾਜ ਦੀ ਦੇਖੋ ਦੂਰ ਅੰਦੇਸ਼ੀ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਕਮਰ ਕੱਸੇ ਦੇ ਨਾਲ ਬੰਨਿਆ ਸੀ, ਨਾਲੇ ਮਹਾਰਾਜ ਨੇ ਕੀ ਕਿਹਾ, ਮਹਾਰਾਜ ਕੋਲ ਜਾਂਦੇ ਨੇ, ਪੁੱਛਦੇ ਨੇ, ਤੇ ਮਹਾਰਾਜ ਹਰੇਕ ਨੂੰ ਦੇਖੋ ਮਹਾਰਾਜ ਦੀ ਇਹ ਵੀ ਜਿਹੜੀ ਆ ਵਡੱਤਨਤਾ ਤੇ ਦਿਆਲਤਾ, ਕਹਿੰਦੇ ਮਹਾਰਾਜ ਉਹਦਾ ਸੀਸ ਕੱਲਾ ਮਹਾ ਸਿੰਘ ਦਾ ਵੀ ਚੁੰਮਦੇ ਨੇ ਤੇ ਹੋਰਾਂ ਦੇ ਵੀ, ਜਿਹਦੇ ਮਹਾ ਸਿੰਘ ਦੀ ਤਾਂ ਸਟੋਰੀ ਦੱਸ ਦਿੱਤੀ ਹੈ ਵੀ ਸਿਸਕਦਾ ਸੀ, ਮਹਾਰਾਜ ਦੇ ਉਹਦਾ ਵਿਦਾਵਾ ਪਾੜਤਾ ਉਹਦੇ ਕਹਿਣ ਮੁਤਾਬਕ, ਤੇ ਅੱਗੇ ਉਹ ਸਵਰਗਾਂ ਨੂੰ ਆਪਦੇ ਸਵਾਸ ਉਹਨਾਂ ਦੇ ਪੂਰੇ ਹੋ ਗਏ। ਪਰ ਦੂਜੇ ਪਾਸੇ ਵੀ ਦੇਖੋ ਮਹਾਰਾਜ ਹੋਰਾਂ ਦੇ ਵੀ, ਮਹਾ ਸਿੰਘ ਵਾਸ ਦਾ ਲੀਡਰ, ਪਰ ਹੋਰਾਂ ਦੇ ਵੀ ਜਿਹਦੇ ਜਾਂਦੇ ਨੇ ਮਹਾਰਾਜ ਪਿਆਰ ਦੇ ਨਾਲ, ਜਿੱਥੇ ਸੀਸ ਉਹਦਾ ਚੁੰਮਦੇ ਨੇ, ਨਾਲੇ ਉਹਦਾ ਸਾਫ਼ ਕਰਦੇ ਨੇ, ਨਾਲੇ ਮਹਾਰਾਜ ਖਿਤਾਬ ਦਿੰਦੇ ਨੇ ਆਪਦੇ ਸਿੰਘਾਂ ਨੂੰ ਉੱਥੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਇਹ ਮੇਰਾ 5000 ਇਹ ਮੇਰਾ 10,000 ਇਹ ਮੇਰਾ 30,000। ਏਦਾਂ ਦੇ ਵੀ ਇਤਿਹਾਸ ਦੇ ਵਿੱਚ ਬਚਨ ਜਿਹੜੇ ਆਉਂਦੇ ਨੇ ਜੀ ਉਹਨਾਂ ਦੇ ਮਹਾਰਾਜ ਦੇ ਬਾਰੇ। ਮਹਾਰਾਜ ਐਸਾ ਮੇਰਾ ਕਿਰਪਾ ਦਾ ਸਾਗਰ, ਕਿਰਪਾ ਦਾ ਨਿਧਾਨ ਸਤਿਗੁਰੂ। ਤੇ ਜਦੋਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਆਉਂਦੇ ਨੇ, ਉੱਥੇ ਮਹਾਰਾਜ ਦਾ ਜਿਹੜਾ ਹੈ ਇੱਕ ਜਿਹੜਾ ਬੜਾ ਹੀ ਮਹੱਤਵਪੂਰਨ ਸਟੈਪ ਸੀ ਜਿਹੜਾ ਉੱਥੇ, ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਹਿਲਾਂ ਤਾਂ ਜਿਹੜੀ ਜੋ ਇਤਿਹਾਸ ਦੱਸਦਾ ਵੀ ਉਹਨਾਂ ਨੂੰ ਜਿਹੜੀ ਗੁਰੂ ਗ੍ਰੰਥ ਸਾਹਿਬ ਜਿਹੜਾ ਆਦਿ ਗ੍ਰੰਥ ਦੇ ਰੂਪ ਦੇ ਵਿੱਚ ਜਾਣਿਆ ਜਾਂਦਾ ਸੀ, ਉਹਦੀ ਬੀੜ ਉਹਨਾਂ ਨੂੰ ਨਹੀਂ ਪ੍ਰਾਪਤ ਹੋਈ। ਉੱਥੇ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਨੇ ਟੂ ਡਿਫਰੈਂਟ ਥਾਟਸ ਨੇ ਵੀ ਆਪ ਲਿਖਵਾਈ ਹੈ ਜਾਂ ਲਿਖੀ ਹੋਈ ਉਹਨਾਂ ਨੂੰ ਜਿਹੜੀ ਯਾਦ ਸੀ, ਜਵਾਨੀ ਸੀ, ਜਾਂ ਜਿਹੜੀ ਵੀ ਬੀਟ ਸੀ। ਉੱਥੇ ਜਿਹੜਾ ਇਹਦੇ ਨਾਲੋਂ ਵੀ ਜਿਹੜਾ ਜ਼ਿਆਦਾ ਇੰਪੋਰਟੈਂਟ ਐਸਪੈਕਟ ਹੈ ਉਹ ਹੈ ਕਿ ਉਹ ਬੀਟ ਦੇ ਵਿੱਚ ਮਹਾਰਾਜ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜਿਹੜੇ ਸ਼ਬਦ ਸੀ ਉਹ ਵੀ ਵਿੱਚ ਅੰਕਿਤ ਕੀਤੇ, ਤੇ ਉਹੀ ਜਿਹੜੀ ਸੰਪੂਰਨਤਾ ਗੁਰੂ ਗ੍ਰੰਥ ਸਾਹਿਬ ਦੀ ਆਦਿ ਗ੍ਰੰਥ ਦੀ ਕੀਤੀ, ਉਹੀ ਬੀਟ ਸੀ ਜਿਹਨੂੰ ਫਿਰ ਅੱਗੇ ਨਾਂਦੇੜ ਸਾਹਿਬ ਅੰਤ ਦੇ ਵਿੱਚ ਜਿਹੜੇ ਨੇ ਦਮਦਮੀ ਬੀਟ ਦੇ ਨਾਂ ਦੇ ਥੱਲੇ ਉਹਨੂੰ ਜਿਹੜੀ ਗੁਰਤਾ ਗੱਦੀ ਮਹਾਰਾਜ ਦਿੰਦੇ ਨੇ, ਉਸੇ ਬੀਟ ਨੂੰ ਜਿਹਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਸ਼ਬਦ ਨੇ। that we will cover more later। ਹਾਂਜੀ, ਯੈਸ, ਥੈਂਕ ਯੂ। ਡਾਕਟਰ ਕੁਲਵਿੰਦਰ ਸਿੰਘ, ਤੁਸੀਂ ਇੱਥੇ ਕੋਈ ਚੀਜ਼ ਐਡ ਕਰਨੀ ਹੋਵੇ? ਜਿਵੇਂ ਦੇਖੋ ਭਾਈ ਜਿਹੜੀ ਮਾਈ ਭਾਗੋ ਸੀ, ਉਹਨੇ ਵੀ ਉਹ ਲੜਾਈ ਦੇ ਵਿੱਚ ਬੜੇ ਜ਼ਖਮ ਵਗੈਰਾ ਹੋਏ ਹੋਣੇ ਉਹਦੇ ਵੀ, ਤੇ ਉਹਨੇ ਵੀ ਬੜੀ ਮਤਲਬ ਕਿੰਨੀ ਵੱਡੀ ਲੀਡਰਸ਼ਿਪ ਪ੍ਰੋਵਾਈਡ ਕੀਤੀ ਹੈ। ਉਹਦੇ ਬਾਬਤ ਤੁਹਾਡੇ ਕੁਝ ਵਿਚਾਰ ਹੋਣ ਜਾਂ ਹੋਰ ਐਡ ਕਰੋ ਕੁਝ ਤੁਸੀਂ ਆਪਣੇ ਖਿਆਲਾਂ ਅਨੁਸਾਰ। ਹਾਂਜੀ, ਜਿਸ ਤਰ੍ਹਾਂ ਜੋ ਡਿਸਕਸ ਹੋ ਰਿਹਾ ਬੜਾ ਸੋਹਣਾ ਇਸ਼ੂ ਹੈ। ਇਹਦੇ ਵਿੱਚ ਮਾਤਾ ਭਾਗਵਤ ਜੀ ਜਿੱਦਾਂ ਅਸੀਂ ਕਹਿੰਦੇ ਆ ਨਾ, ਕੁਝ ਚੀਜ਼ਾਂ ਇਤਿਹਾਸ ਦੇ ਵਿੱਚ ਆ ਜਾਂਦੀ ਹੈ। ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਜੀ ਨੇ ਕਿਹਾ ਵੀ ਸੁੱਚਾ ਸਿੰਘ ਜੀ ਨੇ ਕਿ ਬੇਅੰਤ ਬੀਬੀਆਂ ਹੋਰ ਵੀ ਜ਼ਰੂਰ ਹੋਣਗੀਆਂ ਜਿਨ੍ਹਾਂ ਨੇ ਜੰਗੇ ਮੈਦਾਨ ਦੇ ਵਿੱਚ ਯੋਗਦਾਨ ਪਾਇਆ ਹੋਏਗਾ, ਕਿਉਂਕਿ ਜਦੋਂ ਅਨੰਦਪੁਰ ਦਾ ਕਿਲ੍ਹਾ ਹੀ ਖਾਲੀ ਕੀਤਾ ਪਹਿਲੀ ਗੱਲ ਇਤਿਹਾਸ ਦੇ ਵਿੱਚ, ਉਦੋਂ ਇਹ ਤਾਂ ਨਹੀਂ ਇਕੱਲੇ ਉੱਥੇ ਸਿੰਘ ਹੀ ਹੋਣਗੇ, ਉੱਥੇ ਬੀਬੀਆਂ ਬੱਚੀਆਂ ਵੀ ਜ਼ਰੂਰ ਹੋਣਗੀਆਂ। ਸੋ ਬੇਅੰਤ ਬੀਬੀਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ। ਤੇ ਜਿਹੜੀ ਖਾਸ ਚੀਜ਼ ਮੈਂ ਇਹਦੇ 'ਚ ਗੱਲ ਕਰਨੀ ਚਾਹਾਂਗਾ, ਇਹ ਮਤਲਬ ਭਾਈ ਮਹਾ ਸਿੰਘ ਜੀ ਬਾਰੇ ਜਿਹੜੇ 40 ਗੁੱਤੇ ਨੇ, ਇਹ ਸਾਨੂੰ ਮੈਸੇਜ ਹੈਗਾ ਸਾਡੇ ਵਾਸਤੇ। ਆਮ ਤੌਰ ਤੇ ਮੈਂ ਵੇਖਦਾ ਕਈ ਵਾਰੀ ਕਈ ਗੁਰਸਿੱਖ ਪਿਆਰਿਆਂ ਨੂੰ ਇਹ ਲਫ਼ਜ਼ ਚੰਗੇ ਨਹੀਂ ਲੱਗਦੇ, ਜਦੋਂ ਕਹਿੰਦਾ ਕਿ ਗੁਰਸਿੱਖ ਭੁੱਲ ਜਾਂਦਾ, ਗੁਰਸਿੱਖ ਭੁੱਲਣਹਾਰ ਹੈ। ਤੇ ਅਸੀਂ ਸੋਚਦੇ ਕਿ ਸਾਰੇ ਸਿੱਖਾਂ ਦੀ ਅਵਸਥਾ ਤਾਂ ਬਹੁਤ ਅੱਛੀ ਹੁੰਦੀ ਹੈ, ਪਰ ਈਵਨ ਦੈਨ ਗੁਰੂ ਦੇ ਜਦੋਂ ਇਮਤਿਹਾਨ ਆਉਂਦੇ ਨੇ, ਇੰਨੇ ਕਰੜੇ ਇਮਤਿਹਾਨ ਕਿ ਮਹੀਨਿਆਂ ਬੱਧੀ ਤੁਹਾਨੂੰ ਰੋਟੀ ਪ੍ਰੋਪਰ ਖਾਣ ਨੂੰ ਨਹੀਂ ਮਿਲ ਰਹੀ, 24 ਘੰਟੇ ਤੁਹਾਨੂੰ ਦੁਸ਼ਮਣ ਦਾ ਘੇਰਾ ਹੈ, ਤੁਹਾਡੇ ਸਾਹਮਣੇ ਤੁਹਾਡੇ ਸੱਜਣ ਜਿਹੜੇ ਨੇ ਉਹ ਸ਼ਹੀਦੀਆਂ ਪਾ ਰਹੇ ਨੇ, ਤੇ ਰਸਤਾ ਕੋਈ ਨਹੀਂ ਦੱਸਦਾ ਪਿਆ ਅੱਗੇ ਵੀ, ਅਨੰਦਪੁਰ ਦੀ ਸੀਜ਼ ਹੋਈ ਹੈ। ਸੋ ਐਸੇ ਮਾਹੌਲ ਦੇ ਵਿੱਚ ਮੈਂ ਤੇ ਆਪਣੇ ਆਪ ਨੂੰ ਲੈ ਕੇ ਚੱਲਦਾ ਹੁੰਦਾ ਵਾਂ ਕਿ ਅਗਰ ਬਾਏ ਚਾਂਸ ਮੈਂ ਉਸ ਕਿਲੇ 'ਚ ਹੋਵਾਂ ਕਿ ਵਾਕਿਆ ਮੈਂ ਉਸ ਸਿਚੁਏਸ਼ਨ ਨੂੰ ਫੇਸ ਕਰ ਪਾਵਾਂਗਾ, ਤੇ ਜਵਾਬ ਲੱਗਦਾ ਨਹੀਂ, ਵੈਰੀ ਵੈਰੀ ਡਿਫਿਕਲਟ। ਧੰਨ ਸਾਨੂੰ ਸਿੱਖ ਜਿਹੜੇ ਇਹੋ ਜਿਹੇ ਹਾਲਾਤਾਂ 'ਚ ਨਹੀਂ ਡੋਲੇ। ਤੇ ਅਦਰਵਾਈਜ਼ ਆਮ ਸਿੱਖ ਵਾਸਤੇ ਕਿ ਬੜੇ ਬੜੇ ਵੱਡੇ ਸਿੱਖ ਵੀ ਏਡੇ ਕੜੜੇ ਇਮਤਿਹਾਨਾਂ 'ਚ ਡੋਲ ਸਕਦੇ। ਪਰ ਦੂਸਰਾ ਜਿਹੜਾ ਵਿਸ਼ਾ ਹੈ ਕਿ ਡੋਲਣ ਤੋਂ ਬਾਅਦ ਜਿਹੜਾ ਗੁਰੂ ਹੈ, ਕਿਉਂਕਿ ਗੁਰੂ ਦੇ ਅੰਦਰਲੀ ਜਾਣਨ ਵਾਲਾ ਹੈ, ਉਹਨੂੰ ਪਤਾ ਹੈ ਕਿ ਸਿੱਖ ਦਾ ਡੋਲਣਾ ਕੋਈ ਵੱਡੀ ਚੀਜ਼ ਨਹੀਂ ਹੈ। ਇਸ ਚੀਜ਼ ਨੂੰ ਨੈਗੇਟਿਵਲੀ ਨਾ ਲੱਤਾ ਜਾਵੇ ਕਿ ਸਿੱਖ ਨੂੰ ਡੋਲਣ ਵਾਸਤੇ ਰਸਤਾ ਬਣਾਇਆ ਜਾ ਰਿਹਾ ਹੈ, ਬਟ ਦਿਸ ਇਜ਼ ਰਿਐਲਿਟੀ ਆਫ ਲਾਈਫ। ਮੈਨੂੰ ਸ਼ਬਦ ਯਾਦ ਆ ਰਿਹਾ ਕਿ ਜਿੱਦਾਂ ਕਬੀਰ ਜੀ ਦਾ ਸ਼ਬਦ ਹੈਗਾ ਨਾ, ਗੰਗ ਗੁਸੈਨ ਗਹਿਰ ਗੰਭੀਰ, ਕਬੀਰ ਜੰਜੀਰ ਬਾਂਧ ਕਰ ਖੜੇ ਕਬੀਰ। ਅਗਲੀ ਪੰਕਤੀ ਹੈ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਸੋ ਇਹ ਜਿਹੜੀ ਜੰਗਾਂ ਦਾ ਸਮਾਂ ਹੈ, ਇਹਦੇ 'ਚ ਮੈਂ ਇਹ ਮਹਿਸੂਸ ਕਰਦਾ ਵਾਂ ਕਿ ਜੇ ਉਹਨੂੰ ਕੁਛ ਲਫ਼ਜ਼ਾਂ 'ਚ ਕਹਿਣਾ ਹੋਵੇ ਕਿ ਗੁਰੂ ਸਾਹਿਬਾਂ ਨੇ ਸਿੱਖਾਂ ਨੂੰ ਇਹਨਾਂ ਜੰਗਾਂ ਦੇ ਵਿੱਚ ਆਤਮਿਕ ਲੈਵਲ ਤੇ ਸਿੱਖ ਤੇ ਜੀਂਦਾ ਹੀ ਜੀਂਦਾ।
ਮਾਨਸਿਕ ਲੈਵਲ ਤੇ ਜਿੰਦਾ ਹੀ ਜਿੰਦਾ ਹੈ, ਪਰ ਸਿੱਖ ਨੂੰ ਦੱਸਿਆ ਕਿ ਤੂੰ ਫਿਜ਼ੀਕਲ ਲੈਵਲ ਤੇ ਵੀ ਜੀਣਾ ਹੈ। ਜਦੋਂ ਤੈਨੂੰ ਫਿਜ਼ੀਕਲੀ ਕੋਈ ਚੈਲੰਜ ਆਵੇ ਤੇ ਤੂੰ ਉਹਨੂੰ ਬਿਲਕੁਲ ਸਟਰੋਂਗਲੀ ਫਿਜ਼ੀਕਲ ਵੀ ਉਦਾਂ ਹੀ ਫੇਸ ਕਰਨਾ ਹੈ। ਸੋ ਗੁਰੂ ਦੀ ਦਿਆਲਤਾ ਤੇ ਸਿੱਖ ਭੁੱਲਿਆ ਹੋਇਆ ਵੀ ਵਡਭਾਗਾ ਹੈ ਜੋ ਗੁਰੂ ਦੇ ਚਰਨਾਂ 'ਚ ਦੁਬਾਰਾ ਪੈ ਜਾਂਦਾ, ਕਿਉਂਕਿ ਸ਼ਹੀਦੀ ਬਾਣੀ ਛੋਟੀ ਚੀਜ਼ ਨਹੀਂ ਹੈ। ਤੇ ਉਸੇ ਸਿੱਖ ਨੂੰ ਫਿਰ ਗੁਰੂ ਸਾਹਿਬ ਦਿੰਦੇ ਪਏ ਨੇ 5,000, 10,000, 30,000, 50,000 ਦਾ ਮੁੱਖ ਦਿੰਦੇ ਪਏ ਨੇ। ਤੇ ਸੋ ਥੈਂਕ ਯੂ ਫॉर शेयरिंग योर व्यूज। ਡਾਕਟਰ ਮਿਹਰਬਾਨ ਸਿੰਘ ਜੀ, ਡਾਕਟਰ ਮਿਹਰਬਾਨ ਸਿੰਘ मैं होर कहा वीर जी, ਹਾਂਜੀ ਵੀਰ ਜੀ ਇੱਕ ਗੱਲ ਮੈਂ ਹੋਰ ਕਹਾਂ, ਇੱਕ ਦੋ ਗੱਲਾਂ ਇਹਦੇ ਵਿੱਚ ਜਿਹੜੇ ਸੀ ਉਹਦੇ ਜਿਹੜੇ ਉਸ ਤੋਂ ਪਹਿਲਾਂ ਬੀਬੀਆਂ ਜਿਹੜੀਆਂ ਨੇ, ਮਾਤਾ ਭਾਗ ਕੌਰ ਤੋਂ ਬੀਬੀਆਂ ਜਿਹੜੀਆਂ ਨੇ, ਬੀਬੀ ਹਰਸ਼ਰਨ ਕੌਰ ਦਾ ਨਾਂ ਇਤਿਹਾਸ ਦੇ ਵਿੱਚ ਵਿਵਿਡਲੀ ਆਉਂਦਾ, ਕਿਉਂਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀਆਂ ਪਾਈਆਂ, ਜਦੋਂ ਉੱਥੇ ਕਹਿੰਦੇ ਨੇ ਜਿਹੜੇ ਉਹਨਾਂ ਦੇ ਕਫਨ ਪਾਏ, ਉਹਨਾਂ ਨੂੰ ਜਿਹੜੇ ਸ਼ਹੀਦੀ ਉਹਨਾਂ ਨੂੰ ਇਕੱਠੇ ਕਰਕੇ ਬੋਡੀਜ਼ ਨੂੰ, ਉਹਨਾਂ ਨੂੰ ਜਿਹੜਾ ਉਹਨਾਂ ਦਾ ਸੰਸਕਾਰ ਕਰਨਾ, ਸਭ ਕੁਝ ਇਤਿਹਾਸ ਦੇ ਵਿੱਚ ਬੜਾ ਆਉਂਦਾ। ਬੀਬੀ ਹਰਸ਼ਰਨ ਕੌਰ ਦਾ ਨਾਂ ਆਉਂਦਾ, ਇੱਕ ਬੀਬੀ ਬਲਵੀਰ ਕੌਰ ਦਾ ਨਾਂ ਆਉਂਦਾ, ਇਹ ਬੜੀਆਂ ਸਲਾਹਣਯੋਗ ਨੇ। ਦੂਜਾ ਜਿਹੜਾ ਮਾਤਾ ਭਾਗ ਕੌਰ ਦੀ ਜਿੱਥੇ ਸੀ, ਮਾਤਾ ਭਾਗ ਕੌਰ ਦੀ ਕੁਰਬਾਨੀ ਤੇ ਇਨਸਪੀਰੇਸ਼ਨ ਨੂੰ ਦੇਖ ਕੇ ਮਹਾਰਾਜ ਦੇ ਨਾਲ ਉਹ ਗਈ ਪੂਰੇ ਆਪਣੇ ਨਾਂਦੇੜ ਸਾਹਿਬ ਤੱਕ, ਤੇ ਮਹਾਰਾਜ ਦੀ ਬਾਡੀਗਾਰਡ ਬਣ ਕੇ ਉਹਨੇ ਸੇਵਾ ਕੀਤੀ। ਹਾਂਜੀ, ਥੈਂਕ ਯੂ, ਬੈਕ ਟੂ ਯੂ। ਥੈਂਕ ਯੂ। ਡਾਕਟਰ ਮਿਹਰਬਾਨ ਸਿੰਘ ਜੀ, ਤੁਸੀਂ ਸੁਣ ਰਹੇ ਆ? ਹਾਂਜੀ, ਠੀਕ ਹੈ ਜੀ। ਹਾਂਜੀ, ਤੁਸੀਂ ਸ਼ੇਅਰ ਕਰੋ ਆਪਣੇ ਕੋਈ ਵਿਚਾਰ ਆ, ਤੁਸੀਂ ਬਾਕੀ ਸਭ ਦਾ ਸੁਣਿਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ, ਮੈਂ ਸੁਣ ਰਿਹਾ ਸੀ ਜੀ। ਇਤਿਹਾਸ ਦਾ ਮੈਂ ਥੋੜਾ ਜਿਹਾ ਲੇਟ ਜੁਆਇਨ ਕੀਤਾ। ਵਾਸੂ ਸਾਹਿਬ ਨੇ ਇਤਿਹਾਸ ਦੱਸ ਰਹੇ ਸੀਗੇ ਤੇ ਉਸ ਤੋਂ ਬਾਅਦ ਵਿਚਾਰ ਵੀ ਸੁਣੇ ਨੇ ਬਾਕੀ ਵੀਰਾਂ ਦੇ ਵੀ। ਮੈਂ ਜਿਹੜਾ ਇਤਿਹਾਸ ਬਾਰੇ ਤੇ ਜ਼ਿਆਦਾ ਨਹੀਂ ਜਾਣਦਾ, ਕੁਝ ਜਿਹੜੇ ਮੈਸੇजेस ਨੇ ਜਿਹੜੇ ਮੈਂ ਇਸ ਸਮੇਂ ਦੇ ਵਿੱਚੋਂ ਜਿਹੜੇ ਮੈਂ ਬੜੇ ਉਗੜ ਕੇ ਜਿਹੜੇ ਮਹਿਸੂਸ ਕਰਦਾ ਲੈਣ ਵਾਲੇ ਹੈਗੇ ਨੇ, ਕਿ ਇੱਕ ਤੇ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਤੋਂ ਸਰਸਾ ਨਦੀ ਦੇ ਉੱਤੇ ਪਹੁੰਚਦੇ ਹੈ ਤੇ ਉਹ ਇਤਿਹਾਸ ਦੇ ਵਿੱਚ ਇੱਕ ਜਿਹੜੀ ਆਉਂਦੀ ਹੈ ਨਾ ਇਹ ਘਟਨਾ, ਕਿ ਗੁਰੂ ਸਾਹਿਬ ਨੇ ਅੰਮ੍ਰਿਤ ਵੇਲਾ ਹੋ ਗਿਆ ਤੇ ਆਸਾ ਦੀ ਵਾਰ ਪੜ੍ਹੀ ਆ ਉੱਥੇ ਕੀ ਗਾਈ ਹੈ। ਤੇ ਇਹ ਬੜੀ ਮਨ ਨੂੰ ਟੁੰਬਦੀ ਹੈ ਗੱਲ, ਕਿ ਦੇਖੋ ਜੰਗ ਦਾ ਮੈਦਾਨ ਹੈ ਤੇ ਇੱਕ ਗੁਰੂ ਆਪਣੇ ਸਿੱਖਾਂ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ ਉੱਥੇ। ਵੀ ਕਿੰਨੀ ਇੰਪੋਰਟੈਂਟ ਸੀਗੀ ਬਾਣੀ ਗਾਇਨ ਕਰਨੀ, ਕੀਰਤਨ ਕਰਨਾ। ਇੱਕ ਜਿਹੜਾ ਸੁਨੇਹਾ ਜਿਹੜਾ ਹੈਗਾ ਗੁਰੂ ਸਾਹਿਬ ਦੇ ਰਹੇ ਨੇ ਸਾਨੂੰ, ਜਿਹੜਾ ਅਗਾਂਹ ਵਾਸਤੇ ਅੰਮ੍ਰਿਤ ਵੇਲੇ ਉਹ ਆਸਾ ਦੀ ਵਾਰ ਦਾ ਕੀਰਤਨ। ਇਸ ਤੋਂ ਮਤਲਬ ਇਹ ਹੈ ਕਿ ਕਿਸ ਤਰ੍ਹਾਂ ਉਹ ਸਵੇਰੇ ਸ਼ਾਮ ਨਿਤਨੇਮ ਵੀ ਹੁੰਦਾ ਹੋਏਗਾ ਉੱਥੇ, ਹੈ ਨਾ, ਤੇ ਸੋਦਰ ਆਰਤੀ ਵੀ ਕਿਵੇਂ ਹੁੰਦੀ ਹੋਏਗੀ। ਐਨੀਹੋ, ਇਸ ਤੋਂ ਅੱਗੇ ਚੱਲ ਕੇ ਫਿਰ ਅੱਗੋਂ ਆਪਾਂ ਚਮਕੌਰ ਦੀ ਗੜੀ ਬਾਰੇ ਜਦੋਂ ਇਤਿਹਾਸ ਪੜ੍ਹਦੇ ਹਾਂ, ਤੇ ਜਦੋਂ ਗੁਰੂ ਸਾਹਿਬ ਨੇ ਉਹ ਗੜੀ ਛੱਡੀ ਹੈ ਤੇ ਇਤਿਹਾਸ ਵਿੱਚ ਇੱਕ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਜੋੜੇ ਉਤਾਰ ਲਏ ਸੀਗੇ ਕਿ ਸਿੱਖਾਂ ਦੇ ਕੇਸਾਂ ਨੂੰ ਜਾਂ ਦਸਤਾਰਾਂ ਨੂੰ ਮੇਰੇ ਜੋੜਾ ਨਾ ਛੂਏ, ਨਾ ਟੱਚ ਨਾ ਕਰੇ। ਸੋ ਕਿੰਨਾ ਸਤਿਕਾਰ ਹੈ ਕੇਸਾਂ ਦਾ ਤੇ ਦਸਤਾਰ ਦਾ ਤੇ ਸਿੱਖਾਂ ਪ੍ਰਤੀ ਗੁਰੂ ਸਾਹਿਬ ਦਾ। ਤੇ ਇਹ ਜਿਹੜੀ ਘਟਨਾ ਜਿਹੜੀ ਹੈ ਜਾਂ ਇਤਿਹਾਸ ਦੇ ਵਿੱਚ ਜੋ ਇਹ ਲਿਖਿਆ ਗਿਆ ਉਹਦੇ ਤੋਂ ਪ੍ਰਗਟ ਹੁੰਦਾ ਹੈ। ਬਾਕੀ ਮੁਕਤਸਰ ਸਾਹਿਬ ਦੀ ਜਿਹੜੀ ਧਰਤੀ ਹੈਗੀ ਹੈ, ਖਿਦਰਾਣੇ ਦੀ ਢਾਬ, ਉੱਥੋਂ ਦਾ ਜਿਹੜਾ ਜੰਗ ਹੈਗਾ, ਯੁੱਧ ਹੈਗਾ, ਉਹਦੇ ਵਿੱਚ ਦੇਖੋ ਕਿੰਨੀ ਜਿਹੜੀ ਮਹਾਨਤਾ ਵਾਲੀ ਗੱਲ ਹੈ। ਕਿ ਮੈਂ ਤੇ ਇਸ ਨੂੰ ਗੁਰੂ ਸਾਹਿਬ ਦਾ ਸਮਝੋ ਵੀ ਇੱਕ ਚੋਜ ਹੀ ਸਮਝਾਂਗਾ, ਕਿ ਗੁਰੂ ਸਾਹਿਬ ਨੇ ਜਿਹੜਾ ਇਹ ਆਪ ਹੀ ਜਿਹੜਾ ਹੈ ਨਾ, ਆਪ ਹੀ ਗੁਰੂ ਸਾਹਿਬ ਜਿਹੜਾ ਉਹ ਇੱਕ ਸਾਡੇ ਵਾਸਤੇ ਜਿਹੜੇ ਨੇ ਸੁਨੇਹੇ ਛੱਡ ਰਹੇ ਨੇ। ਕਿ ਦੇਖੋ ਭਾਈ ਮਾਨ ਸਿੰਘ ਜੀ ਨੇ ਬਦਾਵਾ ਦਿੱਤਾ ਜਾਂ ਉਹਨਾਂ ਦੇ ਨਾਲ ਰਲ ਕੇ ਸਿੰਘਾਂ ਨੇ, ਤੇ ਗੁਰੂ ਸਾਹਿਬ ਨੇ ਉਹ ਬਦਾਵਾ ਸਾਂਭ ਕੇ ਰੱਖਿਆ। ਸੋ ਇਹ ਗੁਰੂ ਜਾਣਦਾ ਸੀਗਾ ਕਿ ਇਹ ਸਿੱਖ ਜਿਹੜੇ ਨੇ ਇਹਨਾਂ ਨੇ ਮੈਨੂੰ ਫਿਰ ਦੁਬਾਰਾ ਮਿਲਣਾ ਹੈ। ਤੇ ਗੁਰੂ ਸਾਹਿਬ ਨੇ ਕਹਿੰਦੇ ਨਾ ਵੀ ਉਹ ਬਾਕੀ ਸਾਰਾ ਕੁਝ ਤੇ ਉਹਨਾਂ ਗਵਾ ਲਿਆ ਸੀ, ਲੇਕਿਨ ਬਦਾਵਾ ਸਾਂਭਿਆ ਹੋਇਆ ਸੀਗਾ, ਤੇ ਫਿਰ ਉਹ ਬਦਾਵਾ ਉਹਨਾਂ ਨੇ ਫਾੜਿਆ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਚਾਹੇ ਹੈਗੀਆਂ ਨੇ, ਇਤਿਹਾਸ ਵਿੱਚੋਂ ਬੜੇ ਸੋਹਣੇ ਸੁਨੇਹੇ ਦੇ ਕੇ ਜਾਂਦੀਆਂ ਸਾਨੂੰ, ਕਿ ਗੁਰੂ ਸਾਹਿਬ ਕਿਸ ਤਰ੍ਹਾਂ ਆਪਣੇ ਸਿੱਖਾਂ ਦੇ ਨਾਲ ਪਿਆਰ ਕਰਦੇ ਸੀਗੇ, ਜਾਂ ਕਿਵੇਂ ਕਿਵੇਂ ਸਿੱਖ ਗੁਰੂ ਦੇ ਨਾਲ ਕਿਸ ਤਰ੍ਹਾਂ ਨਿਭਾਉਂਦੇ ਸੀਗੇ। ਸੋ ਮੈਂ ਤੇ ਇੰਨੇ ਕੁ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਸਕਦਾ ਜੀ ਇਸ ਵੇਲੇ। ਬਹੁਤ ਸ਼ੁਕਰੀਆ ਜੀ, ਧੰਨਵਾਦ ਜੀ। ਹੈਲੋ,
ਡਾਕਟਰ ਕਿਰਪਾਲ ਸਿੰਘ ਜੀ ਤੁਹਾਡਾ ਸਿਗਨਲ ਆਈ ਥਿੰਕ ਲੂਜ਼ ਹੋ ਗਿਆ ਜੀ। I think we have become frozen. Now it's okay. Now it's better. Yeah. Hello. Hanji, we can hear you now. Hanji, you're back. Hanji. Gary Dhan Singh ji. ਹਾਂਜੀ ਤੁਹਾਨੂੰ ਆਵਾਜ਼ ਸੁਣ ਰਹੀ ਮੇਰੀ? ਹਾਂਜੀ ਸੁਣ ਰਹੀ ਜੀ। ਉਹ ਲੱਖੀ ਜਿਹੜਾ ਲੱਖੀ ਜੰਗਲ ਦੇ ਵਿੱਚ ਜਿਹੜਾ ਆਉਂਦਾ ਸ਼ਬਦ ਕਿ ਬਈ ਉਹਦੇ ਵਿੱਚ ਮਾਹੀ ਦੀ ਸੱਦ ਸੁਣ ਕੇ ਸਾਰੇ ਇਕੱਠੇ ਹੋ ਜਾਂਦੇ ਨੇ, ਉਹ ਜਿਹੜਾ ਐਪੀਸੋਡ ਤੁਹਾਨੂੰ ਯਾਦ ਹੋਵੇ ਤਾਂ ਸ਼ੇਅਰ ਕਰੋ। ਹਾਂਜੀ, ਜਦੋਂ ਲੱਖੀ ਜੰਗਲ ਦੇ ਵਿੱਚ ਸਤਿਗੁਰੂ ਜੀ ਪਹੁੰਚਦੇ ਆ ਤੇ ਉੱਥੇ ਫਿਰ ਸੰਗਤਾਂ ਜਦੋਂ ਪਤਾ ਲੱਗਦਾ ਆ ਤੇ ਉੱਥੇ ਪਹੁੰਚਦੀਆਂ ਆ ਤੇ ਉਹ ਜਿਹੜਾ ਹੈਗਾ ਸੁਣ ਕੇ ਸੱਦ ਮਾਹੀ ਦੀ ਮੇਹੀ ਪਾਣੀ ਘੱਤੋ ਨੇ ਉਹਦੇ ਚ ਉਹ ਏਦਾਂ ਦੱਸਿਆ ਵੀ ਜਿੱਦਾਂ ਮੱਝਾਂ ਗਾਈਆਂ ਜਿਹੜੀਆਂ ਨੇ ਉਹ ਪਾਣੀ ਵੱਲ ਨੂੰ ਭੱਜਦੀਆਂ ਵੀ ਏਦਾਂ ਗੁਰਸਿੱਖ ਸੰਗਤਾਂ ਜਿਹੜੀਆਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਪਹੁੰਚਦੀਆਂ ਨੇ ਉੱਥੇ ਫਿਰ ਰੌਣਕਾਂ ਲੱਗ ਜਾਂਦੀਆਂ ਨੇ। ਗੁਰੂ ਜੀ ਉਸ ਧਰਤੀ ਨੂੰ ਭਾਗ ਲਾਉਂਦੇ ਨੇ ਤੇ ਇਹਦੇ ਬਾਰੇ ਤੇ ਇੰਨਾ ਕੀ ਮੈਨੂੰ ਪਤਾ ਆ ਵੀ ਉੱਥੇ ਗੁਰੂ ਸਾਹਿਬ ਜੀ ਨੇ ਕਹਿੰਦੇ ਨੇ ਕਿ ਕਾਫੀ ਉਸ ਧਰਤੀ ਨੂੰ ਮਾਣ ਵੀ ਬਖਸ਼ਿਸ਼ ਕੀਤਾ, ਵਾਰ ਵੀ ਦਿੱਤੇ। ਉੱਥੇ ਗਿਆਨੀ ਧਰਮ ਸਿੰਘ ਉੱਥੇ ਚੌਧਰੀ ਕੱਲਾ ਜਿਹੜਾ ਉੱਥੇ ਉਹਦੇ ਨਾਲ ਮੁਲਾਕਾਤ ਹੁੰਦੀ ਹੈ ਮਹਾਰਾਜ ਦੀ। ਚੌਧਰੀ ਕੱਲਾ ਜਦੋਂ ਕਹਿੰਦਾ ਸੀਗਾ ਕਿ ਬਈ ਤੁਸੀਂ ਮੈਨੂੰ ਬੁਲਾਉਣਾ ਸੀਗਾ, ਮੈਂ ਆਪਦੇ ਜਵਾਨ ਭੇਜਦਾ, ਕਿਲਾ ਨਹੀਂ ਛੱਡਣਾ। ਅਸਲ ਚ ਨਾ ਉਹ ਚੌਧਰੀ ਕੱਲਾ ਨਹੀਂ ਸੀਗਾ, ਉਹ ਚੌਧਰੀ ਡੱਲਾ ਸੀ। ਹਾਂਜੀ, ਜਦੋਂ ਗੁਰੂ ਸਾਹਿਬ ਜੀ ਉੱਥੇ ਪਹੁੰਚੇ ਉਹ ਸਾਰਾ ਉਹਨੇ ਬੜਾ ਮਾਣ ਸਤਿਕਾਰ ਕੀਤਾ, ਗੁਰੂ ਸਾਹਿਬ ਜੀ ਦਾ ਸੇਵਾ ਵੀ ਬੜੀ ਕੀਤੀ ਉਹਨੇ। ਉਸ ਸਮੇਂ ਦੇ ਵਿੱਚ ਸਰਕਾਰੀ ਅਹਿਲਕਾਰ ਹੁੰਦਿਆਂ ਹੋਇਆਂ ਵੀ ਉਹਨੇ ਆਪਣਾ ਸਾਰਾ ਕੁਝ ਹੀ ਆਪਣਾ ਦਾਅ ਤੇ ਲਾ ਕੇ ਗੁਰੂ ਸਾਹਿਬ ਦੀ ਸੇਵਾ ਕੀਤੀ। ਤੇ ਉਹਨੇ ਇੱਕ ਗੱਲ ਇਹ ਕਹੀ ਕਿ ਮਹਾਰਾਜ ਵੀ ਇੰਨੇ ਤੁਹਾਨੂੰ ਦੁੱਖ ਤਸੀਹੇ ਚੱਲਣੇ ਪਏ, ਕਿਤੇ ਪਹਿਲੋਂ ਦਾਸ ਨੂੰ ਯਾਦ ਕਰਦੇ ਤੇ ਮੇਰੀਆਂ ਜਿਹੜੀਆਂ ਫੌਜ ਮੇਰੇ ਸਿਪਾਹੀ ਜਿਹੜੇ ਆ ਇਹ ਉਹਨਾਂ ਦੇ ਜਿਹੜੀ ਦੁਸ਼ਮਣ ਫੌਜ ਉਹਨਾਂ ਦੇ ਦੰਦ ਖੱਟੇ ਕਰ ਦਿੰਦੇ ਤੇ ਤੁਸੀਂ ਯਾਦ ਕਰਦੇ। ਤੇ ਗੁਰੂ ਜੀ ਨੇ ਕਿਹਾ ਵੀ ਡੱਲਿਆ ਇਹ ਵੱਡੇ ਤਕੜੇ ਸਰੀਰਾਂ ਦੀ ਗੱਲ ਨਹੀਂ ਆ, ਨਾ ਬਹੁਤੇ ਵਧੀਆ ਘੋੜੇ ਤੇ ਸ਼ਸਤਰਾਂ ਦੀ। ਜਿਹੜਾ ਸਿੱਖਾਂ ਦੇ ਅੰਦਰ ਆਪਣੀ ਵੀਰਤਾ ਦਾ ਜਜ਼ਬਾ ਆ ਉਹਦੇ ਨਾਲ ਜੰਗਾਂ ਜਿੱਤੀਆਂ ਜਾਂਦੀਆਂ ਨੇ। ਮੌਕਾ ਆਏਗਾ ਤੇ ਫਿਰ ਕਦੇ ਪਰਖ ਲਵਾਂਗੇ। ਕਹਿੰਦੇ ਵੀ ਉਹਨਾਂ ਦਿਨਾਂ ਦੇ ਵਿੱਚ ਇੱਕ ਗੁਰਸਿੱਖ ਪਿਆਰੇ ਨੇ ਲਿਆ ਕੇ ਤੇ ਢਾਲ ਭੇਟਾ ਕੀਤੀ ਗੁਰੂ ਸਾਹਿਬ ਜੀ। ਸ਼ਾਇਦ ਉਹਨਾਂ ਦਾ ਨਾਮ ਲਾਲ ਸਿੰਘ ਆਂਦਾ ਆ। ਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਢਾਲ, ਉਹ ਬੜੀਆਂ ਸਿਫਤਾਂ ਕਰੇ ਤੇ ਗੁਰੂ ਜੀ ਕਹਿੰਦੇ ਵੀ ਚਲੋ ਇਹਨੂੰ ਵੇਖ ਲੈਨੇ, ਪਰਖ ਲੈਨੇ ਵੀ ਕਿੰਨੀ ਕੇ ਢਾਲ ਜਿਹੜੀ ਆ ਤਗੜੀ ਆ। ਤੇ ਉਹ ਕਹਿੰਦੇ ਨੇ ਕਿ ਜਦੋਂ ਮਹਾਰਾਜ ਉਹਨੂੰ ਕਿਹਾ ਵੀ ਢਾਲ ਲੈ ਤੇ ਲੱਗੇ ਨਿਸ਼ਾਨਾ ਲਾਉਣ ਤੇ ਉਹ ਦਿਲੋਂ ਫਿਰ ਡਰ ਗਿਆ ਵੀ ਮਹਾਰਾਜ ਦੇ ਨਾਲ ਤੇ ਨਹੀਂ ਜਿੱਦ ਪੂਰੀ ਹੋ ਸਕਦੀ। ਫਿਰ ਗੁਰੂ ਸਾਹਿਬਾਂ ਦੇ ਅੱਗੇ ਅਰਦਾਸ ਕਰੀ ਜਾਣ, ਕਹਿੰਦੇ ਵੀ ਗੁਰੂ ਸਾਹਿਬ ਜੀ ਨਿਸ਼ਾਨਾ ਲਾਉਣ, ਕਦੀ ਇੱਧਰ ਨੂੰ ਕਦੀ ਉੱਧਰ ਨੂੰ ਵੇਖਣ। ਤੇ ਉਹ ਫਿਰ ਨਹੀਂ ਚਲਾਈ ਗੋਲੀ ਤੇ ਬਾਅਦ ਚ ਇਹ ਦੱਸਿਆ ਵੀ ਇਹ ਅਰਦਾਸ ਕਰ ਰਿਹਾ ਜਦੋਂ ਅਸੀਂ ਢਾਲ ਵੱਲ ਦੇਖਦੇ ਹਾਂ ਤੇ ਨਿਸ਼ਾਨਾ ਕਿੱਥੇ ਲਾਈਏ ਵੀ ਨੌਵੇਂ ਪਾਤਸ਼ਾਹੀਆਂ ਜਿਹੜੀਆਂ ਨੇ ਉਹ ਸਾਹਮਣੇ ਨਜ਼ਰ ਆਉਂਦੀਆਂ ਨੇ, ਕਿਉਂਕਿ ਇਹ ਗੁਰੂ ਸਾਹਿਬਾਂ ਦੇ ਅੱਗੇ ਅਰਦਾਸ ਕਰ ਰਿਹਾ ਵੀ ਮੇਰੀ ਪੈਜ ਤੁਸੀਂ ਰੱਖਣੀ ਆ। ਤੇ ਇੱਕ ਤੇ ਇਹ ਆ, ਦੂਸਰਾ ਇਹ ਆ ਵੀ ਉੱਥੇ ਬੰਦੂਕ ਕਿਸੇ ਨੇ ਭੇਟਾ ਕੀਤੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹਦਾ ਨਿਸ਼ਾਨਾ ਵੇਖਦੇ ਆ ਵੀ ਕਿੰਨਾ ਕੁ ਵਧੀਆ ਆ। ਤੇ ਡੱਲਾ ਕੋਲ ਹੀ ਬੈਠਾ ਸੀ ਤੇ ਮਹਾਰਾਜ ਕਹਿੰਦੇ ਵੀ ਡੱਲਿਆ ਲਿਆ ਕੋਈ ਆਪਣਾ ਸੂਰਮਾ, ਅਸੀਂ ਇਹ ਬੰਦੂਕ ਦਾ ਨਿਸ਼ਾਨਾ ਪਰਖਣਾ ਆ। ਤੇ ਡੱਲਾ ਜਿਹੜਾ ਉਹ ਗਿਆ, ਉਹਨੇ ਆਪਣੀ ਇੱਜ਼ਤ ਦਾ ਵੀ ਵਾਸਤਾ ਪਾਇਆ ਵੀ ਇੱਜ਼ਤ ਦਾ ਸਵਾਲ ਆ, ਕੋਈ ਉੱਠੋ ਸਾਰੇ ਜਵਾਬ ਦੇਣ ਵੀ ਮੈਦਾਨੇ ਜੰਗ ਚ ਲੜ ਕੇ ਮਰਨਾ ਵੱਖਰੀ ਗੱਲ ਹੈ ਤੇ ਐਵੇਂ ਨਜਾਇਜ਼ ਹੀ ਬੰਦੂਕ ਦਾ ਨਿਸ਼ਾਨਾ ਹੋ ਕੇ ਮਰਨ ਦਾ ਤੇ ਕੋਈ ਫਾਇਦਾ ਨਹੀਂ। ਤੇ ਜਦੋਂ ਡੱਲਾ ਨਿੰਮੋ ਝੂਣਾ ਜਿਹਾ ਹੋ ਕੇ ਆਇਆ ਤੇ ਕਹਿੰਦਾ ਮਹਾਰਾਜ ਕੋਈ ਵੀ ਨਹੀਂ ਤਿਆਰ ਹੋ ਰਿਹਾ ਵੀ ਸਾਰੇ ਕਹਿੰਦੇ ਵੀ ਜੰਗ ਦੇ ਵਿੱਚ ਭਾਵੇਂ ਦੁਸ਼ਮਣ ਨਾਲ ਲੜਾ ਦੋ ਅਸੀਂ ਸ਼ਹੀਦੀ ਪਾਵਾਂਗੇ ਪਰ ਏਦਾਂ ਨਜਾਇਜ਼ ਮਰਨ ਦਾ ਨਹੀਂ ਕੋਈ ਫਾਇਦਾ। ਗੁਰੂ ਜੀ ਕਹਿੰਦੇ ਚੱਲ ਫਿਰ ਡੱਲਿਆ ਜੇ ਬਾਕੀ ਨਹੀਂ ਕੋਈ ਆਉਂਦਾ ਤੇ ਤੂੰ ਤੇ ਹੈਗਾ ਹੀ ਤੇ ਕਹਿੰਦਾ ਨਹੀਂ ਮਹਾਰਾਜ ਮੇਰੇ ਚ ਵੀ ਇਹ ਹਿੰਮਤ ਨਹੀਂ ਆ। ਤੇ ਗੁਰੂ ਜੀ ਕਹਿੰਦੇ ਚਲੋ ਫਿਰ ਕਿਸੇ ਵੀ ਸਿੱਖ ਨੂੰ ਜਾ ਕੇ ਕਹਿ ਦਿਓ ਵੀ
ਗੁਰੂ ਸਾਹਿਬ ਨੇ ਵੀ ਨਿਸ਼ਾਨਾ ਪਰਖਣਾ ਆ ਬੰਦੂਕ ਦਾ, ਤੇ ਕੋਈ ਸਿੰਘ ਜਿਹੜਾ ਆਪਣਾ ਆਪਾ ਭੇਟਾ ਕਰਦਾ ਆਵੇ। ਤੇ ਕਹਿੰਦੇ ਨੇ ਕਿ ਉੱਥੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਦੋਵੇਂ ਦਸਤਾਰਾਂ ਸਜਾ ਰਹੇ ਸੀਗੇ, ਤੇ ਅਜੇ ਉਹਨਾਂ ਦੇ ਲੜ ਥੋੜੇ ਥੋੜੇ ਰਹਿੰਦੇ ਸੀਗੇ। ਤੇ ਜਦੋਂ ਉਹਨਾਂ ਨੂੰ ਸੁਨਾਹ ਮਿਲਿਆ ਤਾਂ ਉਹ ਦੋਵੇਂ ਭੱਜੇ ਆਏ, ਪੱਗਾਂ ਵੀ ਨਹੀਂ ਉਹਨਾਂ ਨੇ, ਦਸਤਾਰਾਂ ਵੀ ਨਹੀਂ ਸਜਾਈਆਂ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਬੰਦੂਕ ਤਾਂ ਨੂੰ ਕਰਨ ਤੇ ਦੋਵੇਂ ਅੱਡੀਆਂ ਚੁੱਕ ਲੈਣ। ਪਹਿਲੋਂ ਤੇ ਉਹਨਾਂ ਦੀ ਲੜਾਈ ਹੋਈ, ਮੈਂ ਪਹਿਲੋਂ ਸੁਣਿਆ, ਦੂਜਾ ਕਿ ਮੈਂ ਆਉਂਦਿਆਂ ਪਹਿਲੋਂ ਦੇਖਿਆ। ਤੇ ਗੁਰੂ ਜੀ ਕਹਿੰਦੇ ਚਲੋ ਤੁਸੀਂ ਦੋਵੇਂ ਖੜੇ ਹੋ ਜਾਓ, ਤੇ ਦੋਵਾਂ ਦੇ ਵਿੱਚੋਂ ਹੀ ਗੋਲੀ ਲੰਘੂਗੀ। ਤੇ ਕਹਿੰਦੇ ਨੇ ਕਿ ਜੇ ਸੱਜੇ ਪਾਸੇ ਨੂੰ ਕਰਦੇ ਉਧਰ ਨੂੰ ਹੋ ਜਾਂਦੇ ਨੇ ਦੋਵੇਂ, ਜੇ ਖੱਬੇ ਨੂੰ ਉਧਰ ਨੂੰ ਤਾਂ ਚੱਕਦੇ ਨੇ ਬੰਦੂਕ ਨੂੰ ਤੇ ਅੱਡੀਆਂ ਚੁੱਕ ਲੈਂਦੇ। ਤੇ ਡੱਲਾ ਜਿਹੜਾ ਕਹਿੰਦੇ ਕਿ ਫਿਰ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ ਕਿ ਮਹਾਰਾਜ ਇਹ ਕੁਰਬਾਨੀ ਇਹ ਸਿੱਖਾਂ ਦੇ ਅੰਦਰ ਹੀ ਜਜ਼ਬਾ ਹੋ ਸਕਦਾ ਆ, ਤੁਹਾਡੀ ਬਖਸ਼ਿਸ਼ ਸਦਕਾ। ਤੇ ਗੁਰੂ ਸਾਹਿਬ ਜੀ ਨੇ ਉਹਨੂੰ ਮਾਣ ਵੀ ਦਿੱਤਾ, ਉਹਨੂੰ ਉਹਦੀ ਸੇਵਾ ਤੇ ਪ੍ਰਸੰਨ ਹੋ ਕੇ ਕਿ ਤੁਸੀਂ ਬੜੀ ਸੇਵਾ ਕੀਤੀ ਆ ਤੇ ਤੁਸੀਂ ਮੰਗੋ ਜੋ ਮੰਗਦੇ ਆ। ਤੇ ਕਹਿੰਦੇ ਨੇ ਕਿ ਉਹਨੇ ਕਿਹਾ ਸੀਗਾ ਵੀ ਮਹਾਰਾਜ ਆਪਣੇ ਚਰਨਾਂ 'ਚ ਪੀੜੀ ਜੋਗੀ ਜਗ੍ਹਾ ਦੇ ਦਿਓ। ਤੇ ਗੁਰੂ ਸਾਹਿਬ ਨੇ ਕਿਹਾ ਕਿ ਡੱਲਿਆ ਇੱਥੇ ਜਗ੍ਹਾ ਜਿਹੜੀ ਆ ਉਹ ਤੇ ਗੁਰੂ ਨੂੰ ਆਪਾਂ ਸਮਰਪਣ ਕਰਕੇ ਹੁੰਦਾ ਆ। ਤੂੰ ਸੰਸਾਰਕ ਪਦਾਰਥਾਂ ਦੇ ਨਾਲ ਸਾਡੀ ਸੇਵਾ ਕੀਤੀ ਆ ਤੇ ਉਹ ਤੈਨੂੰ ਜਿੰਨੇ ਕਹੇ ਮਿਲ ਸਕਦੇ, ਰਾਜ ਭਾਗ ਦੇ ਦਈਏ ਤੈਨੂੰ, ਪਦਾਰਥਾਂ ਦੀ ਕੋਈ ਥੋੜ ਨਾ ਰਵੇ। ਤੇ ਜੇ ਇਹ ਥਾਂ ਲੈਣੀ ਆ ਤੇ ਉਹ ਤੇ ਫਿਰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਨੂੰ ਆਪਣਾ ਆਪਾ ਸਮਰਪਣ ਕਰਕੇ ਹੀ ਹੋ ਸਕਦਾ ਆ। ਤੇ ਕਹਿੰਦੇ ਕਿ ਉਹਨੇ ਫਿਰ ਉੱਥੇ ਅੰਮ੍ਰਿਤ ਛਕ ਕੇ ਤੇ ਡੱਲਾ ਸਿੰਘ ਬਣੇ ਸੀਗੇ। ਇਹ ਉੱਥੇ ਦੇ ਕੌਤਕ ਨੇ ਜੀ। ਥੈਂਕ ਯੂ ਜੀ, ਥੈਂਕ ਯੂ ਫॉर ਸ਼ੇਅਰਿੰਗ। ਯਾਨੀ ਸੁਚਾ ਸਿੰਘ ਜੀ ਆਪਣੇ ਇਹ ਆਂਦੀ ਹੈਗੀ ਹੈ ਕਿ ਬਈ ਜਿਹੜਾ ਗੁਰਮਤਿ ਮਾਰਗ ਬਣਾਇਆ ਗਿਆ ਸੀਗਾ ਸਾਰੇ ਉਹ ਜਗ੍ਹਾ ਨੂੰ ਜੋੜਨ ਦੇ ਲਈ, ਆਈ ਥਿੰਕ ਇਟ ਹੈਪਨਡ ਯਾਨੀ ਜ਼ੈਲ ਸਿੰਘ ਦੇ ਟਾਈਮ অর ਸਮਥਿੰਗ ਲਾਈਕ ਦੈਟ। ਉਸ ਬਾਬਤ ਕੁਝ ਆਪਣੇ ਵਿਚਾਰ ਸ਼ੇਅਰ ਕਰੋ, ਤੁਹਾਡਾ ਕੀ ਹੈ ਐਕਸਪੀਰੀਅੰਸ ਉਸ ਬਾਬਤ? ਹਾਂਜੀ, ਉਹ ਇਟ ਵਾਸ ਕਾਲਡ ਗੁਰੂ ਗੋਬਿੰਦ ਸਿੰਘ ਮਾਰਗ, ਮੇਰਾ ਖਿਆਲ ਦੈਟਸ ਵਾਟ ਯੂ ਟਾਕ ਅਬਾਊਟ। ਮੇਰਾ ਨਾਟ ਗੁਰਮਤਿ ਮਾਰਗ, ਗੁਰੂ ਗੋਬਿੰਦ ਸਿੰਘ ਮਾਰਗ ਜ਼ੈਲ ਸਿੰਘ ਉਹਨਾਂ ਨੇ ਬਣਾਇਆ ਸੀ। ਰਾਈਟ, ਐਕਚੁਅਲੀ ਜੀ ਮੈਂ ਉਦੋਂ ਕਾਫੀ ਛੋਟਾ ਸੀ, ਮੈਨੂੰ ਯਾਦ ਹੈ, ਮਾੜਾ ਜਿਹਾ ਯਾਦ ਹੈ ਕਿ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਾਮ ਬਣਾਇਆ ਸੀਗਾ, ਰੱਖਿਆ ਸੀ ਗਿਆਨੀ ਜ਼ੈਲ ਸਿੰਘ ਨੇ ਉਹ ਬਣਾਇਆ ਸੀ। ਹੀ ਵਾਸ ਚੀਫ ਮਿਨਿਸਟਰ ਪੰਜਾਬ ਬੈਕ ਦੈਨ, ਉਦੋਂ ਦਾ ਇਹ ਬਣਾਇਆ ਹੋਇਆ। ਬਹੁਤਾ ਜ਼ਿਆਦਾ ਨਹੀਂ ਮੈਨੂੰ ਉਹਦਾ ਮਤਲਬ ਪਤਾ ਹੈਗਾ, ਯਾਨੀ ਮਤਲਬ ਜਿਹੜਾ ਬਹੁਤਾ ਜ਼ਿਆਦਾ ਇਤਿਹਾਸ ਦਾ ਜ਼ਿਆਦਾ ਨਹੀਂ ਪੜ੍ਹਿਆ ਉਹਦੇ ਬਾਰੇ ਕਦੇ। ਤੇ ਦੂਜੀ ਇੱਕ ਚੀਜ਼ ਜੀ, ਆਪਣੇ ਜਿਹੜੀ ਨਾ ਇਤਿਹਾਸ ਜਿਸ ਤਰ੍ਹਾਂ ਅਸੀਂ ਸੁਣਿਆ ਹੋਇਆ, ਜਿਸ ਤਰ੍ਹਾਂ ਸੁਣਾਇਆ ਜਾ ਰਿਹਾ ਹੁਣ ਆਪਾਂ ਸੁਣਦੇ ਹਾਂ, ਇਹ ਤੇ ਜੀ ਇੱਕੋ ਹੀ ਸਰੋਤ ਉਹਦਾ ਪਿੱਛੋਂ ਆ ਰਿਹਾ, ਉਹਦੇ ਵਿੱਚ ਜਿਹੜੀਆਂ ਬੜੀਆਂ ਰੌਚਕ ਜਿਹੀਆਂ ਗੱਲਾਂ ਆ ਜਾਂਦੀਆਂ, ਜਿਸ ਤਰ੍ਹਾਂ ਡੱਲੇ ਦੇ ਨਾਲ ਵੀ ਜੁੜਦੀ ਹੈ, ਇਸ ਤਰ੍ਹਾਂ ਸਿੱਖਾਂ ਦੇ ਨਾਲ ਆ ਗਈ। ਇਹ ਜਾਨੋ ਇੱਕ ਸ਼ਰਧਾਵਾਨ ਸਿੱਖ ਦੇ ਅੰਦਰੋਂ ਜਾਂ ਬਹੁਤ ਜਿਹੜੀ ਅੱਤ ਦੀ ਸ਼ਰਧਾ ਹੋਵੇ ਉਹਦੇ ਵਿੱਚੋਂ ਇਸ ਤਰ੍ਹਾਂ ਦੀਆਂ ਗੱਲਾਂ ਠੀਕ ਹੈ ਆਈ ਜਾਂਦੀਆਂ, ਠੀਕ ਹੈ ਜੀ। ਲੇਕਿਨ ਆਪਣੇ ਸਰਦਾਰ ਗੰਡਾ ਸਿੰਘ ਨੇ ਨਾ ਜੀ ਕਿਧਰੇ ਇਹ ਲਿਖਿਆ ਹੋਇਆ, ਆਖਿਆ ਹੋਇਆ ਕਿ ਜਿਹੜਾ ਇਤਿਹਾਸ ਹੁੰਦਾ ਨਾ, ਇਤਿਹਾਸ ਦੇ ਵਿੱਚ ਮਨੋਕਲਪਿਤ ਘਟਨਾ ਦਾ ਦਰਜ ਕਰਨਾ ਇਹ ਬਿਲਕੁਲ ਕੁਤਾਹੀ ਹੁੰਦੀ ਹੈ ਆਪਣੇ ਲਿਖਣ ਦੇ ਢੰਗ ਦੇ ਨਾਲ, ਜਾਂ ਆਪਣੇ ਜਿਹੜਾ ਆਪਣੇ ਇਤਿਹਾਸ ਦੇ ਨਾਲ ਵੀ ਤੇ ਲਿਟਰੇਚਰ ਦੇ ਨਾਲ ਵੀ। ਸੋ ਇਹ ਜਿਹੜੀ ਜਿਸ ਤਰ੍ਹਾਂ ਜਿਹੜਾ ਇਹਦਾ ਮੇਨ ਸਰੋਤ ਜਿਹੜਾ ਸਾਡੇ ਕੋਲ ਇਤਿਹਾਸ ਦਾ ਹੈਗਾ, ਉਹ ਇੱਕੋ ਇੱਕ ਪਿੱਛੇ ਜਾ ਕੇ ਜੁੜ ਜਾਂਦਾ, ਉਹ ਹੈਗਾ ਜੀ ਕਵੀ ਸੰਤੋਖ ਸਿੰਘ ਦਾ। ਠੀਕ ਹੈ ਜੀ। ਸੋ ਉਹਦੇ ਵਿੱਚੋਂ ਜੇ ਅਸੀਂ ਜਿਹੜੀਆਂ ਰੌਚਕ ਘਟਨਾਵਾਂ ਜਿਹੜੀਆਂ ਥੋੜ੍ਹੀ ਜਿਹੀਆਂ ਜੇ ਮੇਰਾ ਖਿਆਲ ਡਿਲੀਟ ਕਰਕੇ ਵੀ ਚੱਲਦੇ ਰਹੀਏ ਤਾਂ ਵੀ ਸਾਡਾ ਗੁਜ਼ਾਰਾ ਹੋ ਜਾਣਾ, ਜਾਂ ਸਿੱਖਣੇ ਵਾਲੀ ਚੀਜ਼ ਜਿਹੜੀ ਲੈ ਲਈਏ, ਜਾਂ ਜਿਹੜੀ ਅਸਲੀਅਤ ਚੀਜ਼ ਹੈ ਉਨੀ ਹੀ ਲੈ ਲਈਏ। ਤਾਂ ਮੈਂ ਹੁਣ ਥੋੜ੍ਹੀ ਜਿਹੀ ਗੱਲ ਵਿਦਾਵੇ ਤੇ ਫੇਰ ਲੈ ਕੇ ਜਾਣੀ ਹੈ ਜੀ। ਸੋ ਗੁਰੂ ਮਹਾਰਾਜ ਜੀ ਨੇ ਜਿਹੜਾ ਵਿਦਾਵਾ ਆਖ ਦਿੱਤਾ, ਠੀਕ ਹੈ ਜੀ, ਕਿ ਮਹਾਂ ਸਿੰਘ ਨੂੰ ਕਹਿ ਦਿੱਤਾ ਕਿ ਭਾਈ ਜੇ ਜਾਣਾ ਤੇ ਚਲੇ ਜਾ, ਤੇਰੀ ਮਰਜ਼ੀ ਹੈ, ਠੀਕ ਹੈ, ਪਰ ਲੇਕਿਨ ਤੂੰ ਲਿਖ ਕੇ ਦੇ ਜਾ। ਹੁਣ ਉਹ ਜਿਹੜਾ ਲਿਖੇ ਦਾ ਇੱਕ ਕਾਰਨ ਇਹ ਹੁੰਦਾ ਜੀ ਕਿ ਜਿਸ ਵੇਲੇ ਬੰਦਾ ਕੋਈ ਆਪ ਰਿਜ਼ਾਈਨ ਕਰਕੇ ਜਾਂਦਾ ਨਾ ਕਿਸੇ ਵੀ ਜੌਬ ਤੋਂ, ਤੇ ਉਹ ਕੋਈ ਰੀਜ਼ਨ ਦੇ ਕੇ ਜਾਂਦਾ, ਤਾਂ ਉਹਨੇ ਵੀ ਕੋਈ ਰੀਜ਼ਨ ਦਿੱਤੇ ਹੋਣੇ ਆ। ਹੁਣ ਗੁਰੂ ਮਹਾਰਾਜ ਨੇ ਜਿਹੜਾ ਕਿਉਂ ਸਾਂਭਿਆ ਹੋਇਆ, ਕਿਉਂਕਿ ਜਿਸ ਵੇਲੇ ਉਹ ਗੁਰੂ ਨੂੰ ਛੱਡ ਕੇ ਹੀ ਚਲਾ ਗਿਆ, ਗੁਰੂ ਨਾਨਕ ਦੇ ਘਰ ਨੂੰ ਜਿਸ ਵੇਲੇ ਤਿਆਗ ਕੇ ਜਾਂਦਾ ਤੇ ਬਾਹਰ ਜਾਏਗਾ, ਜਿਸ ਵੇਲੇ ਦੁਨੀਆ ਦੇ ਵਿੱਚ ਜਾਂਦਾ, ਤੇ ਉਹਨੂੰ ਕੋਈ ਵੀ ਬੰਦਾ ਟੀਜ਼ ਕਰੇਗਾ, ਕੋਈ ਉਹਨੂੰ
ਮਜ਼ਾਕ ਕਰੇਗਾ ਕਿ ਆ ਦੇਖੋ ਗੁਰੂ ਦੇ ਸਿੱਖ ਇਸ ਤਰ੍ਹਾਂ ਦੇ ਹੁੰਦੇ ਹੋਏ ਇਹ ਛੱਡ ਕੇ ਆ ਗਏ, ਠੀਕ ਹੈ ਨਾ। ਕੋਈ ਜਿਹੜਾ ਵਿਰੋਧੀ ਹੈ ਉਹਨੇ ਵੀ ਤੇ ਆਪਣਾ ਜ਼ੋਰ ਲਾਉਣਾ ਨਾ, ਜਿਹੜੇ ਵਿਰੋਧੀ ਤਾਕਤ ਆ ਉਹਨਾਂ ਨੇ ਤਾਂ ਕਹਿਣਾ ਕਿ ਏਦਾਂ ਦੇ ਸਿੱਖ ਹੋਣੇ, ਗੁਰੂ ਦੇ ਕੋਲ ਡਰੋ ਨਾ ਕੋਈ ਵੀ। ਸੋ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਸੀਗੇ ਪੈਦਾ ਹੁੰਦੇ, ਇਸ ਵਾਸਤੇ ਹੀ ਸ਼ਾਇਦ ਗੁਰੂ ਮਹਾਰਾਜ ਜੀ ਨੇ ਲਿਖਾ ਕੇ ਲਿਆ ਹੋਵੇ ਕਿ ਭਾਈ ਤੂੰ ਲਿਖ ਕੇ ਦੇ ਜਾ, ਜੇਕਰ ਕੋਈ ਕੱਲ ਨੂੰ ਆ ਕੇ ਮੈਨੂੰ ਆਖੇ ਕਿ ਤੁਹਾਡਾ ਸਿੱਖ ਮੈਂ ਦੇਖਿਆ ਸੀ ਜੀ ਉੱਥੇ ਜਥਾ ਤੁਰਿਆ ਜਾਂਦਾ ਸੀ ਤੁਹਾਨੂੰ ਛੱਡ ਕੇ ਜਿਹੜੇ, ਤਾਂ ਉਹ ਗੁਰੂ ਮਹਾਰਾਜ ਕਹਿ ਸਕਦੇ ਕਿ ਨਹੀਂ, ਉਹ ਸਿੱਖ ਪਹਿਲਾਂ ਸੀ, ਜਿਸ ਵੇਲੇ ਉਹ ਮੇਰੀ ਸਿੱਖੀ ਉਹਨੇ ਛੱਡ ਦਿੱਤੀ ਹੈ ਉਸ ਵੇਲੇ ਦਾ ਮੇਰੇ ਕੋਲ ਐਵੀਡੈਂਸ ਪਿਆ, ਲਿਖਿਆ ਹੋਇਆ ਰੈਜ਼ਿਗਨੇਸ਼ਨ ਪਿਆ ਉਹਦਾ। ਤੇ ਇਹ ਵੀ ਰੀਜ਼ਨ ਇੱਕ ਹੋ ਸਕਦਾ ਨਾ ਕਿ ਗੁਰੂ ਮਹਾਰਾਜ ਜੀ ਨੇ ਜਿਹੜਾ ਉਹਦਾ ਲਿਖਤੀ ਵਿਦਾਵਾ ਲਿਆ ਸੀ, ਤਾਂ ਇਸੇ ਵਾਸਤੇ ਸਾਂਭਣਾ ਵੀ ਜ਼ਰੂਰੀ ਸੀਗਾ ਉਹ ਐਂਡ ਤੱਕ, ਕਿਉਂਕਿ ਕਦੋਂ ਵੀ ਗੁਰੂ ਮਹਾਰਾਜ ਜੀ ਤੇ ਇਹ ਸਵਾਲ ਹੋ ਸਕਦਾ ਸੀਗਾ। ਤੇ ਜਿਸ ਵੇਲੇ ਸਵਾਲ ਹੋਇਆ ਤੇ ਉਸ ਵੇਲੇ ਜਿਸ ਵੇਲੇ ਦੇਖ ਲਿਆ ਕਿ ਹੁਣ ਤੇ ਮਹਾਂ ਸਿੰਘ ਤੇ ਫਿਰ ਇੱਥੇ ਆ ਗਿਆ, ਉਸ ਵੇਲੇ ਤੋਂ ਬਾਅਦ ਫਿਰ ਵਿਦਾਵੇ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਸਾਂਭਣ ਦੀ। ਉਹ ਫਿਰ ਜਿਹੜਾ ਉਹ ਵਿਦਾਵਾ ਆਖੀਏ ਜਾਂ ਰੈਜ਼ਿਗਨੇਸ਼ਨ ਆਖੀਏ ਗੁਰੂ ਘਰ ਤੋਂ, ਉਹ ਜਿਹੜਾ ਫਿਰ ਫਾੜਿਆ ਜਾਂਦਾ ਜੀ। ਤਾਂ ਮੇਰਾ ਇਹ ਖਿਆਲ ਹੈ। ਥੈਂਕ ਯੂ ਜੀ, ਥੈਂਕ ਯੂ ਫॉर ਸ਼ੇਅਰਿੰਗ ਯੂਰ ਵਿਊਜ਼। ਇਹ ਖਿਆਲ ਬਿਲਕੁਲ ਸਹੀ ਹੈ ਜੀ ਇਤਿਹਾਸਕ ਪੱਖ ਤੋਂ, ਕਿਉਂਕਿ ਤੁਸੀਂ ਦੇਖੋ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਸਾਡਾ ਇਹੀ ਸਿੱਖਾਂ ਦਾ ਦੁਖਾਂਤ ਵੀ ਹੈ। ਗੁਰੂ ਸਾਹਿਬ ਨੇ ਤਾਂ ਸਾਨੂੰ ਸਮੇਂ-ਸਮੇਂ ਦੂਰ ਅੰਦੇਸ਼ੀ ਨੂੰ ਮੱਦੇਨਜ਼ਰ ਰੱਖਦੇ ਹੋਏ ਚੀਜ਼ਾਂ ਸਾਨੂੰ ਦਸੀਆਂ, ਜਿਸ ਤਰ੍ਹਾਂ ਉਹਨਾਂ ਨੇ ਰਿਟਨ ਪ੍ਰੂਫ ਲਿਆ ਹੈ, ਰੱਖਿਆ, ਸੰਭਾਲ ਕੇ ਰੱਖਿਆ ਵੀ ਕੱਲ ਨੂੰ ਕੋਈ ਕਿੰਤੂ ਪਰੰਤੂ ਕੁਐਸਚਨ ਹੋਵੇ। ਸੇਮ ਥਿੰਗ ਜਿਹੜੀਆਂ ਹੁਣ ਦੀਆਂ ਤੁਸੀਂ ਦੇਖ ਲਓ ਆਪਣੀਆਂ ਜਿਹੜੀਆਂ ਸਿੱਖ ਪਰੰਪਰਾਵਾਂ ਦੇ ਵਿੱਚ ਤੇ ਦੂਜਿਆਂ ਦੇ ਵਿੱਚ, ਚਾਹੇ ਉਹ ਗੁਰਦੁਆਰਿਆਂ ਦੇ ਜਿੰਨੇ ਹਿਸਟੋਰੀਕਲ ਗੁਰਦੁਆਰੇ ਨੇ, ਜਿੰਨੇ ਉਹਨਾਂ ਨੂੰ ਸੰਗਮਰਮਰ ਕਰਕੇ ਜਿੰਨਾ ਉਹਨਾਂ ਦੀ ਹਿਸਟੋਰੀਸਿਟੀ ਆ ਉਹਨੂੰ ਤਬਾਹ ਕੀਤਾ ਜਾ ਰਿਹਾ। ਜਿੰਨੀਆਂ ਜਿਹੜੀਆਂ ਚੀਜ਼ਾਂ ਨੇ, ਪਰੰਪਰਾਵਾਂ ਨੇ, ਚਾਹੇ ਉਹ ਜਿਵੇਂ ਸਿੱਖ ਲਾਇਬ੍ਰੇਰੀ, ਰੈਫਰੈਂਸ ਲਾਇਬ੍ਰੇਰੀ ਦਾ ਇਤਿਹਾਸ 84 ਦੇ ਦੌਰਾਨ ਬੜਾ ਖਰਾਬ ਹੋ ਗਿਆ, ਪਹਿਲਾ ਇਤਿਹਾਸ ਸਰਸਾ ਦੇ ਵਿੱਚ ਰੁੜ ਗਿਆ ਜਾਂ ਹੋਰ ਆ। ਸਾਡਾ ਇਹ ਦੁਖਾਂਤ ਨੂੰ ਸਾਨੂੰ ਚੁਕੰਨੇ ਹੋਣ ਦੀ ਲੋੜ ਆ, ਤਾਂ ਕਿ ਅਸੀਂ ਉਹ ਜਿਹੜੇ ਸਾਡੀ ਜਿਹੜੀ ਇੰਨਾ ਅਨਮੋਲ ਵਿਰਸਾ ਹੈ, ਇਤਿਹਾਸ ਹੈ, ਚਾਹੇ ਉਹ ਕਿਤਾਬੀ ਰੂਪ ਦੇ ਵਿੱਚ ਹੈ, ਬਾਣੀ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਕਿਸੇ ਹਿਸਟੋਰੀਕਲ ਡਾਕੂਮੈਂਟਸ ਦੇ ਰੂਪ ਵਿੱਚ ਹੈ, ਉਹਨਾਂ ਦੀ ਸੇਵਾ ਸੰਭਾਲ ਪਾਈ ਰੱਖੀ ਜਾਵੇ। ਨਹੀਂ ਤਾਂ ਇਹ ਚੀਜ਼ਾਂ ਬਾਅਦ ਦੇ ਵਿੱਚ ਫਿਰ ਇਹਨਾਂ ਤੇ ਜਦੋਂ ਲੋਕੀ ਕਿੰਤੂ ਪਰੰਤੂ ਹੁੰਦਾ ਤਾਂ ਫਿਰ ਅਸੀਂ ਪ੍ਰੂਫ ਕਰਨ ਨੂੰ ਵਾਂਝੇ ਰਹਿ ਜਾਈਦਾ। ਹਾਂਜੀ, ਥੈਂਕ ਯੂ, ਗੁੱਡ ਪੁਆਇੰਟ, ਵੈਰੀ ਗੁੱਡ ਪੁਆਇੰਟ। ਹਾਂਜੀ ਗਿਆਨੀ ਧਰਮ ਸਿੰਘ, ਤੁਸੀਂ ਕੁਝ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਸੀ? ਹਾਂਜੀ, ਮੈਂ ਨਾ ਜੀ ਅੱਜ ਕੱਲ ਇੱਕ ਗੱਲ ਹੋਰ ਵੀ ਚੱਲਦੀ ਆ, ਮੈਂ ਇਹਦੇ ਤੇ ਕੋਈ ਬਹਿਸ ਦਾ ਮੁੱਦਾ ਨਹੀਂ ਆ, ਨਾ ਹੀ ਕੋਈ ਜਿੱਦਾਂ ਵਿਚਾਰ ਹੀ ਚੱਲਦੀ ਆ ਵੀ ਸਿੱਖਾਂ ਨੇ ਕਦੇ ਵਿਦਾਵਾ ਲਿਖਿਆ। ਇਹ ਨਾ ਕਹਿੰਦੇ ਵੀ ਉਹ ਫਿਰ ਸਿੱਖ ਕਿਹੜੇ ਸੀਗੇ, ਉਹ ਉਹਨਾਂ ਦੇ ਬਾਰੇ ਕਿਹਾ ਜਾਂਦਾ ਵੀ ਜਿੱਦਾਂ ਸਰਸਾ ਨਦੀ ਤੋਂ ਵੀ ਆਪਣਾ ਪਰਿਵਾਰ ਹੀ 3 ਹਿੱਸਿਆਂ ਦੇ ਵਿੱਚ ਹੋ ਗਿਆ, ਤੇ ਉੱਥੇ ਬਹੁਤ ਸਾਰੇ ਜਿਹੜੇ ਸਿੱਖ ਸੀਗੇ ਉਹ ਹਨੇਰਾ ਸੀਗਾ, ਰਾਤ ਦਾ ਟਾਈਮ ਸੀਗਾ, ਹੜ੍ਹ ਆਇਆ ਹੋਇਆ ਸੀ, ਕੋਈ ਦੂਰ ਨੇੜੇ ਜਾ ਕੇ ਕੰਢਿਆਂ ਤੇ ਲੱਗੇ ਤੇ ਉਹ ਗੁਰੂ ਸਾਹਿਬ ਦੇ ਪਿੱਛੇ ਜਿੱਦਾਂ ਪਤਾ ਲੱਗਦਾ ਗਿਆ ਤੇ ਉਹ ਮਗਰ ਤੁਰੇ ਗਏ ਤੇ ਉੱਥੇ ਖਦਰਾਣੇ ਦੀ ਢਾਬ ਤੇ ਜਾ ਕੇ ਵੀ ਉਹਨਾਂ ਦਾ ਟਾਕਰਾ ਹੋ ਜਾਂਦਾ। ਤੇ ਇਹਦੇ ਬਾਰੇ ਮੈਂ ਗਿਆਨੀ ਸੋਹਣ ਸਿੰਘ ਜੀ ਸੀਤਲ, ਉਹਨਾਂ ਨੇ ਇਹਦਾ ਇਤਿਹਾਸ ਵੀ ਲਿਖਿਆ ਵਾ ਬਦਾਵੀਆਂ ਸਿੰਘਾਂ ਦਾ, ਤੇ ਮੈਨੂੰ ਉਹਨਾਂ ਦੇ ਨਾਲ ਨਿੱਜੀ ਤੌਰ ਤੇ ਗੱਲ ਕਰਨ ਦਾ ਸੁਭਾਗ ਮਿਲਿਆ ਸੀ। ਤੇ ਉਹ ਕਹਿੰਦੇ ਸੀ ਕਿ ਪੁੱਤਰ ਮੈਂ ਪ੍ਰਸੰਗ ਵੀ ਲਿਖਿਆ ਆ, ਪਰ ਮੇਰਾ ਵੀ ਅੱਜ ਇਹ ਵਿਚਾਰ ਆ ਕਿ ਸਿੱਖਾਂ ਨੇ ਕਦੇ ਵਿਦਾਵਾ ਨਹੀਂ ਲਿਖਿਆ। ਉਹਦੇ ਇੱਕ ਦੋ ਕਾਰਨ ਵੀ ਹੋ ਸਕਦੇ ਵੀ ਗੁਰੂ ਸਾਹਿਬ ਜੀ ਨੇ ਉੱਥੇ ਕਿਲੇ ਤੋਂ ਸਿੱਖਾਂ ਨੂੰ ਦੱਸਣ ਵਾਸਤੇ ਦੁਸ਼ਮਣ ਦੀ ਮਕਾਰੀ ਦਾ, ਜਦੋਂ ਉਹਨਾਂ ਨੇ ਟੁੱਟਾ ਫੁੱਟਾ ਸਮਾਨ ਬਾਹਰ ਕੱਢਿਆ ਤੇ ਉਹਨਾਂ ਨੇ ਫਟਾਫਟ ਹੱਲਾ ਬੋਲ ਦਿੱਤਾ ਸੀਗਾ, ਤੇ ਸਿੱਖਾਂ ਨੂੰ ਇਹਨਾਂ ਤੇ ਪਤਾ ਲੱਗ ਹੀ ਸਕਦਾ ਵੀ ਜਿਹੜਾ ਵੀ ਸਿੱਖ ਕਿਲੇ ਤੋਂ ਬਾਹਰ ਨਿਕਲੂਗਾ ਤੇ ਉਹਦਾ ਉਹ ਬਾਹਰਲੇ ਜਿਹੜੇ ਖਿਜੇ ਪਏ ਨੇ ਤੇ ਉਹ ਕੀ ਹਾਲ ਕਰਨਗੇ। ਤੇ ਇਸ ਕਰਕੇ ਇਹ ਵੀ ਵਿਚਾਰ ਅੱਜ ਕੱਲ ਚੱਲ ਰਹੀ ਆ, ਪਰ ਇਹਦੇ ਬਾਰੇ ਇਹ ਖੋਜ ਦਾ ਹੀ ਵਿਸ਼ਾ ਆ ਵੈਸੇ। ਤੇ ਗੁਰੂ ਸਾਹਿਬ ਦੇ ਸਿਦਕ ਜਿਹੜਾ ਆ ਉਹ ਨਿਭਾਉਣ ਵਾਸਤੇ ਅਸਲ 'ਚ ਜਿਹੜੀ ਸਾਨੂੰ ਜਦੋਂ ਅੱਜ ਵੀ ਅਸੀਂ ਜੋ ਇਤਿਹਾਸ ਪੜ੍ਹਦੇ ਹਾਂ, ਜਿਹੜਾ ਸ਼ਰਧਾ ਨਾਲ ਪੜ੍ਹਦਾ ਆ, ਜਿਹੜਾ ਸਿਦਕ ਨਾਲ ਗੁਰੂ ਨੂੰ ਮਹਾਨ ਸਮਝ ਕੇ ਪੜ੍ਹਦਾ ਹੈ, ਉਹ ਹੀ ਆਪਣਾ ਆਪ ਅੱਜ ਵੀ ਕੁਰਬਾਨ ਕਰਦਾ ਆ। ਵਾਹ, ਬਾਕੀ ਗੁਰੂ ਸਾਹਿਬ ਦੀ ਕਿਰਪਾ ਹੀ ਕਰਨ ਸਾਰਿਆਂ ਤੇ। ਹਾਂਜੀ, ਥੈਂਕ ਯੂ ਜੀ। ਵੀਰ ਜੀ, ਯੂ ਵਾਂਟ ਮੀ ਟੂ ਕਵਰ ਗੁਰੂ ਗੋਬਿੰਦ ਸਿੰਘ ਮਾਰਗ ਦੇ ਬਾਰੇ? ਤੁਸੀਂ ਸਵਾਲ ਰੇਜ਼ ਕੀਤਾ ਸੀ ਗੁਰੂ ਗੋਬਿੰਦ ਸਿੰਘ ਦੇ ਮਾਰਗ ਦੇ ਬਾਰੇ। unless you want to ask somebody else, I can cover little bit because I know ਉਹਨਾਂ ਦਿਨਾਂ ਦੇ ਵਿੱਚ ਜਦੋਂ ਗਿਆਨੀ ਜੈਲ ਸਿੰਘ, ਹੈਲੋ, ਹਾਂਜੀ ਗਿਆਨੀ ਹਾਂਜੀ
ਗਿਆਨੀ ਜ਼ੈਲ ਸਿੰਘ ਉਹਨੇ ਚੀਫ ਮਿਨਿਸਟਰ ਪੰਜਾਬ ਸੀ, ਕਿਉਂਕਿ ਉਹਨਾਂ ਨੇ ਰੂਰਲ ਡਿਵੈਲਪਮੈਂਟ ਆਫ ਪੰਜਾਬ ਕਰਨੀ ਸੀ, ਰੂਰਲ ਡਿਵੈਲਪਮੈਂਟ ਪੰਜਾਬ। ਸੋ ਗੁਰੂ ਗੋਬਿੰਦ ਸਿੰਘ ਮਾਰਗ ਗੁਰੂ ਅਨੰਦਪੁਰ ਸਾਹਿਬ ਤੋਂ ਲੈ ਕੇ ਉਹਨਾਂ ਨੇ ਜਿੱਥੇ ਜਿੱਥੇ ਵੀ ਪਿੰਡਾਂ ਦੇ ਵਿੱਚ ਵੀ ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਸ ਤਰ੍ਹਾਂ ਅਸੀਂ ਇਤਿਹਾਸ ਕਵਰ ਕਰ ਰਹੇ ਹਾਂ, ਗਏ ਆ, ਉਹਨਾਂ ਨੂੰ ਜਿਹੜਾ ਲਿੰਕ ਰੋਡ ਦੇ ਨਾਲ ਜਿਹੜਾ ਜੋੜਨ ਦਾ ਤਰੀਕਾ, ਪਲੱਸ ਕਿਉਂਕਿ ਸੈਂਟਰਲ ਗਵਰਨਮੈਂਟ ਦੀਆਂ ਬਲੈਸਿੰਗ ਵੀ ਸੀ, ਬਿਕੋਜ਼ ਹੀ ਵਾਜ਼ ਏ ਕਾਂਗਰਸ ਲੀਡਰ ਸੀ, ਉਹ ਕਾਂਗਰਸ ਦੀ ਸਰਕਾਰ ਦੇ ਸੀਗੇ। ਸੋ ਉਹਨਾਂ ਨੇ ਇਹ ਬੜਾ ਉਪਰਾਲਾ ਕੀਤਾ ਸੀ ਤੇ ਸਿੱਖ ਕਮਿਊਨਿਟੀ ਦੇ ਵਿੱਚ ਬੜਾ ਇੱਕ ਤਰ੍ਹਾਂ ਬਹੁਤ ਜ਼ਿਆਦਾ ਉਤਸ਼ਾਹ ਸੀ। ਇੱਕ ਪਾਸੇ ਤਾਂ ਰੂਰਲ ਡਿਵੈਲਪਮੈਂਟ ਹੋਈ, ਲਿੰਕ ਰੋਡ ਦੇ ਨਾਲ ਜਿਹੜਾ ਪੰਜਾਬ ਨੂੰ ਜੋੜ ਕੇ ਰੱਖਤਾ, ਪੰਜਾਬ ਦੀ ਇਕਨੋਮਿਕ ਡਿਵੈਲਪਮੈਂਟ ਦੇ ਲਈ ਪਿੰਡਾਂ ਤੋਂ ਸੜਕਾਂ ਜੋੜਨ ਦੇ ਵਿੱਚ ਸਹਾਈ ਹੋਇਆ। ਦੂਜਾ ਇਹ 'ਚ ਬਿਕੇਮ ਬੜਾ ਉਤਸ਼ਾਹ ਦਾ ਤਰੀਕਾ, ਮਹਾਰਾਜ ਦੀ ਯਾਦ ਦੇ ਵਿੱਚ, ਮਹਾਰਾਜ ਦੇ ਪਿਆਰ ਸਤਿਕਾਰ ਨੂੰ ਮੱਦੇਨਜ਼ਰ ਰੱਖਦੇ ਹੋਏ। ਇਤਿਹਾਸਕ ਉੱਥੇ ਕਹਿੰਦੇ ਉਹ ਘੋੜੇ ਵੀ ਸੀਗੇ, ਦਿਲਬਾਗ ਗੁਲਬਾਗ ਵਰਗੇ, ਉਹ ਵੀ ਸੀ ਨਾਲ, ਤੇ ਹੋਰ ਵੀ ਬੜਾ ਕੁਛ ਸੀਗਾ। ਮਹਾਰਾਜ ਦੇ ਜਿਹੜੇ ਅਸਲੀ ਜਿਹੜੇ ਸ਼ਸਤਰ ਸੀਗੇ ਉਹ ਵੀ ਨਾਲ ਦਿਖਾਏ ਜਾਂਦੇ, ਨਾਲ ਲਿਜਾਏ ਜਾਂਦੇ ਸੀ। ਇਟ ਵਾਜ਼ ਕੁਆਇਟ ਏ ਇੰਪ੍ਰੈਸਿਵ ਸੈਰੇਮਨੀ। ਮੈਂ ਤਾਂ ਉਦੋਂ ਛੋਟਾ ਜਿਹਾ ਬੱਚਾ ਹੀ ਸੀ। ਹਾਂਜੀ, ਥੈਂਕ ਯੂ ਹਰਮਿੰਦਰ ਫॉर ਸ਼ੇਅਰਿੰਗ। ਆਪਣੇ ਨਾਲ ਜੁੜੇ ਨੇ ਹੁਣ ਭਾਈ ਮਨਦੀਪ ਸਿੰਘ ਹੁਣੀ ਲਰੋਈ, ਇਹ ਵੀ ਮਿਸ਼ੀਗਨ ਗੁਰਦੁਆਰੇ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਕਰ ਰਹੇ ਨੇ। ਵੈਲਕਮ ਭਾਈ ਮਨਦੀਪ ਸਿੰਘ ਜੀ। ਅਸੀਂ ਜਿਹੜਾ ਗੁਰੂ ਗੋਬਿੰਦ ਸਿੰਘ ਮਰ ਗਿਆ ਉਹਦੀ ਗੱਲ ਕੀ ਕਰ ਰਹੇ ਹਾਂ, ਤੇ ਤੁਸੀਂ ਵੀ ਦੇਖਿਆ ਹੋਣਾ ਗੁਰੂ ਗੋਬਿੰਦ ਸਿੰਘ ਮਾਰੇ, ਤੁਹਾਡੇ ਕੋਈ ਵਿਚਾਰ ਹੋਣ ਇਸ ਬਾਬਤ ਸ਼ੇਅਰ ਕਰੋ ਸਾਡੇ ਨਾਲ। ਕਿਉਂਕਿ ਮੈਂ ਬਹੁਤ ਜ਼ਿਆਦਾ ਤੇ ਇਸ ਬਾਰੇ ਨਹੀਂ ਜਾਣਦਾ, ਕਿਉਂਕਿ ਜਦੋਂ ਚੰਡੀਗੜ੍ਹ ਵਗੈਰਾ ਜਦੋਂ ਜਾਂਦੇ ਆ ਤੇ ਉਦੋਂ ਰਸਤੇ ਦੇ ਵਿੱਚ ਆਉਂਦਾ, ਤੇ ਉਹ ਤਾਂ ਮੈਂ ਮਾਰਗ ਤੇ ਵੀ ਜ਼ਿਆਦਾ ਵਿਜ਼ਿਟ ਨਹੀਂ ਕੀਤਾ। ਮਗਰ ਉਹ ਦੋ ਤਖਤਾਂ ਨੂੰ ਜਿਸ ਤਰ੍ਹਾਂ ਜੋੜਦਾ ਹੈਗਾ, ਤੇ ਉਹਦੇ ਵਿੱਚ ਜਿਸ ਤਰ੍ਹਾਂ ਸਿੰਘਾਂ ਨੇ ਗੱਲ ਕੀਤੀ ਹੈਗੀ, ਪਹਿਲਾਂ ਮੇਰੇ ਤੋਂ ਗੱਲ ਕਰ ਰਹੇ ਸੀ ਭਾਈ ਸਾਹਿਬ, ਤੇ ਉਹਨਾਂ ਨੇ ਇਹਦਾ ਵਿਸਥਾਰ ਜਿਹੜਾ ਹੈ ਦੇ ਦਿੱਤਾ ਹੈਗਾ ਵੀ ਗਿਆਨੀ ਜੈਲ ਸਿੰਘ ਦੇ ਸਮੇਂ, ਕਿਉਂਕਿ ਗੌਰਮੈਂਟਸ ਜਿੱਥੇ ਚੰਗੇ ਕੰਮ ਮਾੜੇ ਕੰਮ ਕਰਦੀਆਂ ਉੱਥੇ ਕੋਈ ਨਾ ਕੋਈ ਚੰਗਾ ਕੰਮ ਵੀ ਉਹਨਾਂ ਤੋਂ ਹੋ ਜਾਂਦਾ। ਜਿੱਦਾਂ ਜੈਲ ਸਿੰਘ ਦੀ ਗੱਲ ਜਿਹੜੀ ਗੱਲ ਕੀਤੀ ਹੈਗੀ ਆ, ਤੇ ਉਹ ਗੱਲ ਹੈਗੀ ਆ ਵੀ ਕਿਉਂਕਿ ਦੋਨੋਂ ਪੱਖ ਜਦੋਂ ਅਸੀਂ ਵਿਚਾਰਦੇ ਹਾਂ ਤੇ ਕਈ ਵਾਰੀ ਅਸੀਂ ਬਾਅਦ ਜਿੱਦਾਂ ਜਨਮ ਹੋਇਆ ਤੇ ਅਸੀਂ ਇਹਨਾਂ ਚੀਜ਼ਾਂ ਬਾਰੇ ਬਹੁਤ ਜ਼ਿਆਦਾ ਨਹੀਂ ਜਾਣਦੇ ਸੀਗੇ, ਤੇ ਭਾਈ ਸਾਹਿਬ ਨੇ ਜਿਹੜਾ ਪੁਆਇੰਟ ਰੇਜ਼ ਕੀਤਾ ਇਹਦੇ ਉੱਤੇ, ਤੇ ਇਹ ਸੁਣ ਕੇ ਚੰਗਾ ਲੱਗਿਆ ਕਿ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਵੀ ਜਿੱਥੇ, ਕਿਉਂਕਿ ਜੈਲ ਸਿੰਘ ਦਾ ਨਾਂ ਤਾਂ ਜੇ ਅਸੀਂ ਤਾਂ ਹੁਣ ਤੱਕ ਦੇਖਿਆ ਜਾਵੇ ਤਾਂ ਉਹਨਾਂ ਸਾਡਾ ਜਿਹੜਾ ਸਿਸਟਮ ਸਪੋਇਲ ਕਰਨ ਦੇ ਵਾਸਤੇ ਉਹਦਾ ਨਾਮ ਜਿਹੜਾ ਹੈਗਾ ਜ਼ਿਆਦਾ ਜਾਣਿਆ ਜਾਂਦਾ ਸਿੱਖ ਜਿਹੜੇ ਚਿੰਤਕਾਂ ਦੇ ਵਿੱਚ, ਜਾਂ ਅੱਜ ਕੱਲ੍ਹ ਦੇ ਨੌਜਵਾਨ ਦੇ। ਮਗਰ ਇਹ ਗੱਲ ਦਾ ਦਾਸ ਨੂੰ ਨਹੀਂ ਸੀ ਪਤਾ ਵੀ ਲਿੰਕ ਰੋਡ ਜੋੜਨਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਤੇ ਉਹ ਤੇ ਮਾਰਗ ਬਣਾਉਣਾ, ਇਹਦੇ ਵਿੱਚ ਉਹਦਾ ਯੋਗਦਾਨ ਸੀ। ਇਹ ਮੈਨੂੰ ਆਪ ਨੂੰ ਖੁਦ ਨੂੰ ਪਹਿਲੀ ਵਾਰੀ ਪਤਾ ਲੱਗਿਆ ਇਹ ਚੀਜ਼ ਦਾ। ਤੇ ਚਲੋ ਇਹ ਗੱਲ ਹੈਗੀ, ਮਗਰ ਜਿੱਥੇ ਤੱਕ ਇਤਿਹਾਸ ਦੀ ਗੱਲ ਹੈ ਜਾਂ ਨਵੀਨਤਮ ਇਤਿਹਾਸ ਦੀ ਗੱਲ ਹੈ, ਤੇ ਗਿਆਨੀ ਜੈਲ ਸਿੰਘ ਦਾ ਜਿਹੜਾ ਨਾਂ ਆ ਉਹਦੇ ਨਾਲ ਤੇ ਗਿਆਨੀ ਲਾਉਣਾ ਵੀ ਸਹੀ ਨਹੀਂ ਹੈ, ਤੇ ਉਹਦਾ ਨਾਂ ਜਿਹੜਾ ਹਮੇਸ਼ਾ ਬਦਨਾਮੀ ਦੇ ਵਿੱਚ ਹੀ ਰਿਹਾ ਵੀ ਜਾਂ ਉਹਨੂੰ ਬਦਨਾਮ ਕਰ ਦਿੱਤਾ ਗਿਆ ਜਾਂ ਬਦਨਾਮ ਉਹਦੇ, ਕਿਉਂਕਿ ਗੱਲ ਵੀ ਇਦਾਂ ਦੇ ਸੀ ਵੀ ਇੰਨਾ ਮੇਨ ਲੀਡਰ ਹੋਣ ਦੇ ਬਾਵਜੂਦ ਉਹਦੇ ਰਾਜ ਦੇ ਵਿੱਚ, ਉਹਦੀ ਪ੍ਰੈਜ਼ੀਡੈਂਟਸ਼ਿਪ ਦੇ ਵਿੱਚ ਹੀ ਜਿਹੜਾ ਹੈਗਾ ਬਲੂ ਸਟਾਰ ਜਦੋਂ ਹੋਇਆ, ਕਹਿੰਦੇ ਐਡਾ ਵੱਡਾ ਸਾਕਾ ਹੋਇਆ, ਤੇ ਇਹਦੇ ਕਰਕੇ ਉਹਦਾ ਨਾ ਇੱਕ ਵਿਲਨ ਦੇ ਤੌਰ ਤੇ ਲਿਆ ਜਾਂਦਾ। ਮਗਰ ਜਿਹੜਾ ਇੱਕ ਗੁਣ ਪੇਸ਼ ਕੀਤਾ ਸ਼ਾਇਦ ਇਹ ਜਿਹੜੀ ਗੱਲ ਹੈ ਉਹਦੀ ਸ਼ੋਭਾ ਵਾਲੀ ਹੋਵੇ। ਮਗਰ ਇਹੀ ਮੈਂ ਇਹਦੇ ਬਾਰੇ ਕਹਿਣਾ ਚਾਹੁੰਦਾ ਹਾਂ, ਤੇ ਇਹ ਤੋਂ ਇਲਾਵਾ ਜੋ ਸਾਡੀ ਡਿਸਕਸ ਚੱਲਦੀ ਪਈ ਹੈ ਮੈਂ ਸੁਣਦਾ ਜਾਵਾਂਗਾ। ਧੰਨਵਾਦ ਜੀ। ਇੱਕ ਗੱਲ ਮੈਂ ਹੋਰ ਐਡ ਕਰਾਂ ਇੰਦਰਜੀਤ ਸਿੰਘ ਵਾਸੂ ਹੁਣੀ ਜਾਂ ਤੁਸੀਂ ਜਿਹੜੇ ਵੱਡੇ ਬੰਦੇ ਹੁੰਦੇ ਨੋ ਮੋਰ, ਪਰ ਗਿਆਨੀ ਜ਼ੈਲ ਸਿੰਘ ਦਾ ਠੀਕ ਹੈ, ਜਿਹੜਾ ਪਿਛਲਾ ਇਤਿਹਾਸ ਆ ਉਹ ਇੱਕ ਤਾਂ ਜਿਵੇਂ ਮੱਥੇ ਤੇ ਦਾਗ ਲਾਉਣ ਵਾਲਾ, ਕਲੰਕ ਵਾਲਾ, ਲੇਕਿਨ ਜਿਹੜਾ ਉਹਦਾ ਪੁਰਾਣਾ ਇਤਿਹਾਸ ਦੇਖੋ, ਉਹ ਅਕਾਲੀ ਦਲ ਮੂਵਮੈਂਟ ਦੇ ਹਿੱਸੇ ਦੇ ਵਿੱਚ ਸੀ। ਉਹਨੇ ਗੁਰਦੁਆਰਾ ਸੁਧਾਰ ਲਹਿਰ ਮੂਵਮੈਂਟ ਦੇ ਵਿੱਚ ਕੇਸਾਂ ਤੋਂ ਫੜ ਕੇ ਜੀਪ ਦੇ ਪਿੱਛੇ ਉਹਦੀ ਬੋਡੀ ਨੂੰ ਘਸੀਟਿਆ ਗਿਆ, ਉਹਦਾ ਬੜਾ ਅਹਿਮ ਰੋਲ ਰਿਹਾ। ਉਹ ਪਹਿਲਾਂ ਸਿੱਖ ਪੋਲਿਟਿਕਸ ਦੇ ਵਿੱਚ ਅਕਾਲੀ ਦਲ ਦੇ ਵਿੱਚ ਇਨਵੋਲਵਡ ਸੀਗਾ, ਪਰ ਜਦੋਂ ਸਿੱਖਾਂ ਦੇ ਬੰਨੀ ਉਹਨੇ ਦੇਖਿਆ ਵੀ ਇਹਨਾਂ ਦੀ ਵਿੱਚ ਆਪਸ ਵਿੱਚ ਹੀ ਫੁੱਟ ਨੇ, ਆਪਸ ਵਿੱਚ ਹੀ ਜਿਹੜੀ ਮੇਰ ਤੇਰ ਸਵਾਰਥਪੁਣਾ tribal capacities ਵਗੈਰਾ ਨੇ, he considered himself that maybe I don't belong here, that I need to do something else, and then he left and became Congress party ਦੇ ਵਿੱਚ, where he rose to the ਜਿਹੜੀਆਂ ਨੇ ਜਿੱਥੇ ਜੋ ਜਿਸ ਤਰ੍ਹਾਂ ਕਿਹਾ ਉਹਦੀ ਜਿਹੜੀ ਹੈ, ਪਰ ਉਹਨੂੰ ਕ੍ਰੈਡਿਟ ਵੀ ਜਾਂਦਾ ਕਿ ਉਹਦੀ ਕੁਰਬਾਨੀ ਵੀ ਹੈ ਜੇ ਉਹਦਾ ਪਿਛਲਾ ਜੰਗ ਜੀਵਨ ਦਾ, ਉਹਦੇ ਮੁੱਢਲੇ ਜੀਵਨ ਦਾ ਜਿਹੜਾ ਉਹਦਾ ਹੱਸ ਪੜਿਆ ਜਾਵੇ। ਹਾਂਜੀ, ਸੌਰੀ, ਬੈਕ ਟੂ ਯੂ। ਤੇ ਬਾਏ ਦਾ ਵੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਬਾਰੇ ਜ਼ਿਆਦਾ ਬਦਨਾਮੀ ਦੇ ਤੌਰ ਹਾਂਜੀ ਹਾਂਜੀ, ਕਿਉਂਕਿ ਅੱਜ ਦੇ ਬੱਚਿਆਂ ਨੂੰ ਜਿਹੜੇ 84 ਤੋਂ ਲੈ ਕੇ ਉਹ ਜਿਹੜਾ ਉਹ ਬਦਨਾਮੀ ਵਾਲਾ ਇਤਿਹਾਸ ਹੈ,
ਪਰ ਉਸ ਤੋਂ ਪਹਿਲਾਂ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਦੇ ਬਾਰੇ ਬਾਏ ਦੇ ਵੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਮੈਂ ਤਾਂ ਇਸ ਵੇਲੇ ਮੈਮੀ ਦੇ ਵਿੱਚ ਆ, ਮੇਰੇ ਕੋਲ DC ਦੇ ਵਿੱਚ ਕਿਤਾਬ ਪਈ, ਅਦਰਵਾਈਜ਼ ਇਟਸ ਅ ਪਿਕਟੋਰੀਅਲ ਬੁੱਕ 100-150 ਪੇजेस ਦੀ ਇਤਿਹਾਸਕ ਇੱਕ ਤਰ੍ਹਾਂ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਕੱਢੀ ਵੀ ਹੋਈ ਹੈ। ਇਸ ਵਰਥ ਰੀਡਿੰਗ, ਵਰਥ ਸੀਇੰਗ। ਹਾਂਜੀ ਮੈਂ ਇੱਕ ਸੈਕਿੰਡ ਲੈ ਲਾਂ ਜੀ, ਇੱਕ ਮਿੰਟ। ਹਾਂਜੀ ਗਿਆਨ ਸੋਚਿਆ ਸੀ ਕਰੋ ਗੱਲ। ਹਾਂਜੀ ਮੈਂ ਸਿਰਫ ਜੀ ਆਪਣੇ ਗਿਆਨੀ ਜ਼ੈਲ ਸਿੰਘ ਦੇ ਬਾਰੇ ਚ ਸਿਰਫ ਨਾ ਚੰਗਾ ਨਾ ਮਾੜਾ, ਮੈਂ ਸਿਰਫ ਇੱਕ ਐਡ ਕਰਨਾ ਚਾਹੁੰਦਾ ਕਿ ਇੱਕ ਤੇ ਗੁਰੂ ਗੋਬਿੰਦ ਸਿੰਘ ਮਾਰਗ ਇਹਦਾ ਜਿਹੜਾ 100% ਕ੍ਰੈਡਿਟ ਉਸ ਬੰਦੇ ਨੂੰ ਜਾਂਦਾ, ਕਿਉਂਕਿ ਉਹਦੀ ਸ਼ੁਰੂਆਤ ਦੇ ਵਿੱਚ ਉਹਨੇ ਹੀ ਇਹ ਸ਼ੁਰੂ ਕੀਤਾ ਸੀ ਤੇ ਉਹਨੇ ਹੀ ਇਹਨੂੰ ਸਿਰੇ ਚਾੜਿਆ ਸੀਗਾ। ਦੂਸਰੀ ਇੱਕ ਹੋਰ ਵੀ ਚੀਜ਼ ਹੈਗੀ ਹੈ ਕਿ ਗੁਰੂ ਮਹਾਰਾਜ ਜੀ ਦੇ ਸ਼ਾਸਤਰ ਜਿਹੜੇ ਆ ਇੰਗਲੈਂਡ ਤੋਂ ਲਿਆਂਦੇ ਗਏ ਸੀਗੇ, ਉਹ ਵੀ ਗਿਆਨੀ ਜ਼ੈਲ ਸਿੰਘ ਨੇ ਹੀ ਲਿਆਂਦੇ ਸੀਗੇ, ਉਹ ਵੀ ਗਿਆਨੀ ਜ਼ੈਲ ਸਿੰਘ ਨੇ ਲਿਆਂਦੇ ਸੀ। ਮੈਂ ਬੱਚਾ ਸੀ ਉਦੋਂ, ਮੈਨੂੰ ਯਾਦ ਹੈ ਜਿਹੜੀ ਮੇਰੇ ਜੀਵਨ ਦੀ ਜਿਹੜੀ ਚੇਂਜ ਆ ਉਸ ਤੋਂ ਹੋਈ ਸੀਗੀ, ਮੈਨੂੰ ਪਤਾ ਤੇ ਬਾਅਦ ਚ ਲੱਗਾ ਵੀ ਇਹ ਗਿਆਨੀ ਜ਼ੈਲ ਸਿੰਘ ਨੇ ਲਿਆਂਦੇ ਸੀ। ਤੇ ਉਦੋਂ ਕਿਤੇ ਮੇਰੇ ਫਾਦਰ ਹੋਣੀ ਡਿਊਟੀ ਉੱਥੇ ਲੱਗੀ ਹੋਈ ਸੀ, ਪੁਲਿਸ ਚ ਹੁੰਦੇ ਸੀਗੇ, ਤੇ ਉੱਥੋਂ ਫਿਰ ਉਹ 2 ਕਿਤਾਬਾਂ ਲਿਆਏ ਸੀਗੇ। ਉਹਨਾਂ ਕਿਤਾਬਾਂ ਨੂੰ ਮੈਂ ਛੋਟੇ ਹੁੰਦੇ ਨੇ ਬਿਲਕੁਲ ਹੀ, ਮੈਂ ਗੱਲ ਕਰ ਰਿਹਾ ਕਿ ਜਦੋਂ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਕਿਤੇ ਪੜ੍ਹਦਾ ਸੀਗਾ, ਤੇ ਉਹ ਕਿਤਾਬਾਂ ਸਾਡੇ ਘਰ ਦੇ ਵਿੱਚ, ਕਿਉਂਕਿ ਗਰੀਬੀ ਸੀਗੀ, ਕਿਤਾਬਾਂ ਤਾਂ ਕੋਈ ਵਧੀਆ ਤਾਂ ਕਿ ਪੇਪਰ ਕਦੇ ਦੇਖਣ ਨੂੰ ਹੈ ਨਹੀਂ ਸੀਗਾ, ਜਿਹੜੀ ਟੈਕਸਟ ਉਹੀ ਹੋਣਗੀਆਂ। ਤੇ ਉਹ ਕਿਤਾਬਾਂ ਬਹੁਤ ਸੋਹਣੀਆਂ ਸੀ ਦੇਖਣ ਵਾਸਤੇ ਵੀ, ਪ੍ਰਿੰਟਿੰਗ ਉਹਨਾਂ ਦੀ ਬਹੁਤ ਅੱਛੀ ਸੀ, ਪੇਪਰ ਬੈਕ ਸੀਗੀਆਂ। ਤੇ ਇਹ ਦੈਟਸ ਦਾ ਓਨਲੀ ਰੀਜ਼ਨ ਕਿ ਮੈਨੂੰ ਸੋਹਣੀਆਂ ਲੱਗਦੀਆਂ ਸੀ ਦੇਖਣ ਵਾਸਤੇ, ਮੈਂ ਉਹਨਾਂ ਨੂੰ ਪੜ੍ਹਦਾ ਸੀਗਾ। ਤੇ ਉਹਨਾਂ ਦੇ ਵਿੱਚੋਂ ਹੀ ਜਿਹੜਾ ਗੁਰਬਾਣੀ ਦੀ ਵਿਚਾਰ ਦਾ ਮੈਨੂੰ ਮਾਦਾ ਲੱਗਾ ਸੀਗਾ, ਤੇ ਮੈਂ ਸ਼ਾਇਦ ਪਹਿਲਾਂ ਸ਼ੇਅਰ ਵੀ ਕੀਤਾ, ਪਰ ਆਈ ਡੋਂਟ ਵਾਂਟ ਟੂ ਸ਼ੇਅਰ ਐਵਰੀਥਿੰਗ ਰਾਈਟ ਨਾਓ ਕਿ ਟਾਈਮ ਲੱਗੇਗਾ। ਮੇਰੀ ਜਿਹੜੀ ਜਾਣੀ ਉਹ ਤੋਂ ਬਾਅਦ ਫਿਰ ਮੈਨੂੰ ਪਤਾ ਲੱਗਾ ਸੀਗਾ ਕਿ ਇਹ ਜਿਹੜਾ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਜੀ ਦੇ ਸ਼ਾਸਤਰ ਲਿਆਂਦੇ ਆ ਨਾ ਜੀ ਇੰਗਲੈਂਡ ਤੋਂ, ਉਹ ਵੀ ਗਿਆਨੀ ਜ਼ੈਲ ਸਿੰਘ ਨੇ ਹੀ ਮੰਗਵਾਏ ਸੀ, ਲਿਆਂਦੇ ਸੀਗੇ। ਈਵਨ ਉਹਦਾ ਜਿਹੜਾ ਮੋਟਿਵ ਜਿਹੜਾ ਪੋਲਿਟਿਕਸ ਸੀਗਾ, ਜਾਣੀ ਪੋਲਿਟਿਕਸ ਸੀਗਾ, that's different story. Thank you for sharing that. ਹਾਂਜੀ ਗਿਆਨੀ ਡਾਕਟਰ ਬਾਸੂ, back to you. ਇਹ ਦਰਅਸਲ ਇਹ ਜਿਹੜਾ ਮਾਰਗ ਹੈ ਜੀ, ਗੋਬਿੰਦ ਮਾਰਗ, ਇਹਦੇ ਤੇ ਇੱਕ ਮੈਂ ਪੂਰੀ ਕਵਿਤਾ ਲਿਖੀ ਸੀ। ਦਰਅਸਲ ਗੋਬਿੰਦ ਮਾਰਗ ਜਿਹੜਾ ਹੈ, ਮੈਂ ਇੱਕ ਪਹਿਰਾ ਲਿਖਿਆ ਸੀ ਕਿ ਗੋਬਿੰਦ ਦਾ ਮਾਰਗ ਜਿਹੜਾ ਤੇ ਕੁਰਬਾਨੀਆਂ ਦਾ ਮਾਰਗ ਹੈ। ਤੁਸੀਂ ਇਸ ਮਾਰਗ ਤੇ ਵੀ ਅਗਰ ਜਾਓਗੇ ਤੇ ਤੁਹਾਨੂੰ ਕੁਰਬਾਨੀ ਦਾ ਇਤਿਹਾਸ ਹੀ ਲੱਭਣਾ। ਤੇ ਇਸ ਮਾਰਗ ਵਿੱਚੋਂ ਮੈਂ ਇੱਕ ਸ਼ੇਅਰ ਲਿਖਿਆ ਸੀ, ਇਸ ਮਾਰਗ ਚੋਂ ਪੰਜਾਬ ਵਾਸੀਆਂ ਲਈ ਨਾਲੇ ਰਾਜ ਨਿਕਲੇ ਨਾਲੇ ਤਾਜ ਨਿਕਲੇ, ਇਸੇ ਰਾਹ ਵਿੱਚੋਂ ਨਿਕਲੇ ਕਈ ਯੋਧੇ, ਕਈ ਸੂਰੇ ਸਿਰਲੱਥ ਸਿਰਤਾਜ ਨਿਕਲੇ। ਇਹ ਕੁਰਬਾਨੀਆਂ ਦਾ ਮਾਰਗ ਹੈ ਬਈ। ਉਹ ਜਿਨ੍ਹਾਂ ਦੇਸ਼ ਦੀ ਰੇਖ ਵਿੱਚ ਮੇਖ ਮਾਰੀ, ਰੱਖਣ ਲਈ ਉਹ ਹਿੰਦ ਦੀ ਲਾਜ ਨਿਕਲੇ, ਤੇ ਰੁਮਕੀ ਜ਼ਿੰਦਗੀ ਖੁਸ਼ੀ ਚ ਪੈਲ ਪਾਂਦੀ, ਤੇ ਨਗਮੇ ਗਾਣ ਲਈ ਰੂਹ ਦੇ ਸਾਧ ਨਿਕਲੇ। ਤੇ ਹੋਸ਼ ਚਿੜੀਆਂ ਦੀ ਜਦੋਂ ਪਰਤ ਆਈ, ਤੇ ਫਿਕਰ ਬਾਜ਼ਾਂ ਨੂੰ ਜਾਣ ਦੀ ਪੈ ਗਈ ਸੀ, ਤੇ ਕ੍ਰਾਂਤੀ ਜਦੋਂ ਹਨੇਰੀਆਂ ਵਾਂਗ ਆਈ, ਮੁਗਲ ਰਾਜ ਨੂੰ ਹੂਝ ਕੇ ਲੈ ਆਈ ਸੀ। ਇਹ ਮਾਰਗ ਅੱਜ ਜਿਹੜਾ ਇਸ ਮਾਰਗ ਨੂੰ ਖਤਰਾ ਹੈ, ਮੈਂ ਇੱਕ ਹੋਰ ਪਹਿਰਾ ਪੇਸ਼ ਕਰਕੇ ਤਾਂ ਖਿਮਾ ਮੰਗਾਂਗਾ। ਉੱਠ ਸਿੰਘਾ ਤੂੰ ਗੋਬਿੰਦ ਨੂੰ ਯਾਦ ਕਰਕੇ, ਹੁਣ ਵੀ ਗਗਨ ਦਮਾਬੜੇ ਵੱਜ ਰਹੇ ਨੇ, ਤੇਰੀ ਆਤਮਾ ਦੇ ਤਾਈ ਮਾਰਨੇ ਲਈ ਫਿਰ ਸਾਜ਼ੋ ਸਮਾਨ ਕਈ ਸੱਜ ਰਹੇ ਨੇ। ਉਹ ਥਾਂ ਥਾਂ ਗਲਾਸੀਆਂ ਖੜਕ ਰਹੀਆਂ, ਖੁੱਲ ਸ਼ਹਿਰਾਂ ਚ ਪੱਬ ਤੇ ਪੱਬ ਰਹੇ ਨੇ। ਉਹ ਡੁੱਬ ਰਹੇ ਸ਼ਰਾਬ ਪਿਆਲਿਆਂ ਵਿੱਚ, ਤੇਰੀ ਸੂਝ ਨੂੰ ਜੰਦਰੇ ਵੱਜ ਗਏ ਨੇ। ਜੇਕਰ ਸੰਭਲਿਆ ਨਾ ਤੂੰ ਯਾਦ ਰੱਖੀ, ਜੀਵਨ ਖੇਡ ਅੰਦਰ ਤੂੰ ਵੀ ਹਾਰਨਾ ਏ। ਓਏ ਖਾਕ ਛਾਨਣੀ ਛੱਡ ਪਗਡੰਡੀਆਂ ਦੀ, ਤੈਨੂੰ ਗੋਬਿੰਦ ਦੇ ਮਾਰਗ ਨੇ ਤਾਰਨਾ ਹੈ। ਵਾਹ ਜੀ ਵਾਹ, ਵੈਰੀ ਨਾਈਸ, ਆਸਮ ਆਸਮ। ਡਾਕਟਰ ਬਾਸੂ, ਹਾਂਜੀ, ਦਮਦਮਾ ਸਾਹਿਬ ਕੀ ਹਾਲਾਤ ਪੈਦਾ ਹੋਏ, ਕਿਸ ਤਰ੍ਹਾਂ ਸਿਚੁਏਸ਼ਨ ਸੀ ਜਦੋਂ ਉਹਨਾਂ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ ਨੈਕਸਟ ਸਮਰਾਟ ਬਣਨ ਦੀ, ਤੇ ਉਹਨਾਂ ਬਾਬਤ ਕੁਛ ਆਪਣਾ ਖਿਆਲ ਪ੍ਰਗਟ ਕਰੋ। ਗੁਰੂ ਗੋਬਿੰਦ ਸਿੰਘ ਦਾ ਜਿਹੜਾ ਦਮਦਮਾ ਸਾਹਿਬ ਛੱਡ ਕੇ ਜਾਣ ਦਾ ਕੀ ਸੀਗਾ ਕਾਰਨ? ਇੰਨਾ ਕੁ ਪੜਿਆ ਜੀ ਕਿ ਉਹਨੇ ਬਹਾਦਰ ਸ਼ਾਹ ਦੀ
ਮਦਦ ਵੀ ਕੀਤੀ ਸੀ ਬਹਾਦਰ ਸ਼ਾਹ ਦੀ ਗੱਦੀ ਤੇ ਬਹਿਣ ਲਈ। ਉਹਨਾਂ ਨੇ 250 ਸਿੰਘ ਵੀ ਭੇਜੇ ਸੀ ਕੋਈ ਰਾਜ ਗੱਦੀ ਨੂੰ ਬਿਠਾਉਣ ਲਈ, ਉਹਨਾਂ ਨੇ ਉਹਦੀ ਮਦਦ ਕੀਤੀ ਸੀ। ਤੇ ਗੁਰੂ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਹੁੰਦਾ ਬਈ ਕੋਈ ਪਿਛਲੀਆਂ ਜਿਹੜੀਆਂ ਇਤਿਹਾਸ ਨੇ ਜਾਂ ਪਿਛਲੀਆਂ ਗਲਤੀਆਂ ਮੁਗਲਾਂ ਦੀਆਂ ਉਹ ਬਿਲਕੁਲ ਇਗਨੋਰ ਕਰ ਦਿੰਦੇ ਨੇ, ਕਿਉਂਕਿ ਵਰਤਮਾਨ ਨੂੰ ਸੰਭਾਲਦੇ ਨੇ। ਉਹ ਇਹ ਨਹੀਂ ਕਿ ਜਿਹੜੀਆਂ ਵੈਰ ਦੀਆਂ ਕੰਧਾਂ ਜਿਹੜੀਆਂ ਨੇ ਉਹ ਸਦਾ ਲਈ ਅੰਦਰ ਉਸਾਰੀ ਰੱਖਣੀਆਂ ਨੇ। ਉਹ ਤਾਂ ਇੱਕ ਸਮਾਂ ਜਿਹੜਾ ਹੈ ਉਹ ਬੜੀ ਜਲਦੀ ਅੱਗੇ ਜਾਂਦਾ ਹੈ। ਤੇ ਗੁਰੂ ਸਾਹਿਬ ਸਮੇਂ ਦੇ ਹਾਣੀ ਨੇ ਔਰ ਉਹ ਬਹਾਦਰ ਸ਼ਾਹ ਦੀ ਮਦਦ ਕਰਦੇ ਨੇ। ਤੇ ਇੱਕ ਜਗ੍ਹਾ ਏਦਾਂ ਵੀ ਪੜ੍ਹਿਆ ਕਿ ਬਹਾਦਰ ਸ਼ਾਹ ਨੇ ਕੁਝ ਕਰਾਮਾਤ ਜੀ ਵੀ ਕੀ ਕਰਾਮਾਤ ਹੁੰਦੀ ਹੈ, ਤੇ ਗੁਰੂ ਸਾਹਿਬ ਨੇ ਸ਼ਾਇਦ ਤਲਵਾਰ ਕੱਢ ਕੇ ਕਿਹਾ ਸੀ ਕਿ ਇਹ ਹੀ ਕਰਾਮਾਤ ਹੈ ਜਿਹੜੀ ਸਭ ਤੋਂ ਵੱਡੀ ਸ਼ਕਤੀ ਹੁੰਦੀ ਹੈ, ਜਿਹੜੀ ਕਿ ਕਰਾਮਾਤ ਹੁੰਦੀ ਹੈ। ਇਸ ਤਰ੍ਹਾਂ ਉਹ ਬਹਾਦਰ ਸ਼ਾਹ ਦੀ ਮਦਦ ਉਹਨਾਂ ਕਰਕੇ ਤੇ ਫਿਰ ਉਹ ਅੱਗੇ ਦਮ ਆਪਣਾ ਚਲੇ ਜਾਂਦੇ ਨੇ ਨਾਂਦੇੜ ਸਾਹਿਬ, ਜਿੱਥੇ ਬੰਦੇ ਬਹਾਦਰ ਨੂੰ ਜਾ ਕੇ ਮਿਲਦੇ ਨੇ। ਤੇ ਇੱਕ ਇਤਿਹਾਸ ਦਾ ਆਪਣਾ ਵਾਰਸ ਜਿਹੜਾ ਹੈ ਉਹਨੂੰ ਰੂਪ ਵਿੱਚ ਉਹਨੂੰ ਲਿਆਉਂਦੇ ਨੇ। ਔਰ ਆਜ਼ਾਦੀ ਜਿਹੜੀ ਝੰਡਾ ਹੈ ਔਰ ਕੌਮ ਨੂੰ ਕਹਿੰਦੇ ਨੇ ਦੇਖੋ ਬਈ ਮੈਂ ਤੁਹਾਨੂੰ ਜ਼ਿੰਮੇਵਾਰੀ ਦੇ ਚੱਲਿਆ, ਆਜ਼ਾਦੀ ਦੇ ਸਫ਼ਰ ਦੀ ਜ਼ਿੰਮੇਵਾਰੀ ਜਿਹੜੀ ਹੈ ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ, ਮੈਂ ਤੁਹਾਨੂੰ ਗੁਰੂ ਗ੍ਰੰਥ ਦੇ ਲੜ ਲਾ ਚੱਲਿਆ ਤੇ ਆਪਣਾ ਸਰੀਰ ਜਿਹੜਾ ਉਹ ਪੰਥ ਵਿੱਚ ਦੇ ਚੱਲਿਆ ਤੇ ਆਤਮਾ ਗੁਰੂ ਗ੍ਰੰਥ ਵਿੱਚ ਦੇ ਚੱਲਿਆ। ਹੁਣ ਤੁਸੀਂ ਰੋਲ ਜਿਹੜਾ ਅਦਾ ਕਰਨਾ ਹੈ। ਮੈਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋਇਆ ਹਾਂ, ਮੈਂ ਆਪਣੇ ਫਰਜ਼ ਪਛਾਣੇ ਨੇ। ਖਾਲਸਾ ਜਿਹੜਾ ਉਹ ਕਿੱਦਾਂ ਕਿੰਨੇ ਕੁ ਫਰਜ਼ ਪਛਾਣ ਰਿਹਾ ਇਹ ਹਰ ਇੱਕ ਸਿੱਖ ਨੇ ਆਪਣੀ ਸੈਲਫ ਐਗਜ਼ਾਮੀਨੇਸ਼ਨ ਕਰਨੀ ਹੈ ਕਿ ਗੁਰੂ ਦਾ ਮਿਸ਼ਨ ਕੁਰਬਾਨੀਆਂ ਦਾ ਮਾਰਗ ਹੈ। ਗੁਰੂ ਦਾ ਮਿਸ਼ਨ ਮਾਇਆ ਜੋੜਨ ਦਾ ਨਹੀਂ ਹੈ। ਜਿਵੇਂ ਕਿ ਲੋਕ ਜਿਹੜੇ ਨੇ ਆ ਪਿਛਲੇ ਸਮੇਂ ਜਿਹੜੀ ਪੰਥਕ ਲੋਕ ਅਖਵਾਉਂਦੇ ਨੇ ਉਹਨਾਂ ਦਾ ਪਤਾ ਨਹੀਂ ਪੰਥਕ ਫਲਸਫਾ ਉਹਨਾਂ ਕਿੱਥੋਂ ਲਿਆ ਕਿ ਜਿਹਦੇ ਚੋਂ ਬਿਜ਼ਨਸ ਹੀ ਕਰਦੇ ਰਹਿ ਗਏ, ਪੈਲਸ ਹੀ ਬਣਾਉਂਦੇ ਰਹਿ ਗਏ ਤੇ ਗਲਤ ਮਾਰਗ ਚੁਣ ਲਿਆ ਮਾਇਆ ਦਾ। ਗੁਰੂ ਸਾਹਿਬ ਨੇ ਸਰਸਾ ਦੇ ਕੰਢੇ ਜਾ ਕੇ ਮਾਇਆ ਸਾਰੀ ਰੋੜ ਦਿੱਤੀ ਸੀ ਸਰਸਾ ਦੇ ਹੜ ਵਿੱਚ, ਤਾਂ ਕਿ ਇਸ ਮਾਇਆ ਲਈ ਕੋਈ ਐਵੇਂ ਮਰੇ ਨਾ, ਮਾਇਆ ਹਾਏ ਹਾਏ ਨਾ ਕਰੇ ਤੇ ਇਹ ਧਨ ਜੋ ਬਣ ਜਾਣੇ ਨੇ ਅਖੀਰ ਤੇ ਬੰਦੇ ਦੇ ਵੈਰੀ ਬਣ ਜਾਂਦੇ ਨੇ। ਗੁਰੂ ਸਾਹਿਬ ਨੇ ਧਨ ਲਈ ਇਸ ਲਈ ਰੋੜਿਆ ਸੀ ਕਿ ਮਾਇਆ ਦੇ ਲਈ ਕੋਈ ਆਹਾਂ ਨਾ ਭਰੇ, ਮਾਇਆ ਦੇ ਨਾਲ ਕੋਈ ਲੜੇ ਨਾ। ਤੇ ਅੱਜ ਕੱਲ ਦੇ ਸਿੱਖ ਜਿਹੜੇ ਨੇ ਪਿਛਲੇ ਸਮਾਂ ਦੱਸਦਾ ਕਿ ਇਹਨਾਂ ਨੇ ਤਾਂ ਮਾਇਆ ਦੀ ਜਿਹੜੀ ਜੋੜਨ ਦੀ ਇੱਕ ਕੰਪੀਟੀਸ਼ਨ ਬਣਾ ਲਿਆ ਕਿ ਕਿੰਨੀ ਕੁ ਮਾਇਆ ਹੈ। 500 ਹਜ਼ਾਰ ਲੋਕਾਂ ਨੇ ਜੋੜਿਆ ਹੈ ਕੌਮ ਦੀ ਰਾਜਨੀਤਿਕ ਲੋਕਾਂ ਨੇ। ਸੁਖਬੀਰ ਨੇ ਇਹਨਾਂ ਜਦੋਂ MLA ਦਾ ਫਾਰਮ ਭਰਿਆ ਨਾ ਤੇ MLA ਦੇ ਫਾਰਮ 'ਚ 500 ਕਰੋੜ ਭਰਿਆ ਕਿ ਮੇਰੇ ਕੋਲ 500 ਕਰੋੜ ਹੈ। ਉਹ ਮਹਾਰਾਜ ਇਹ ਕੌਮ ਜਿਹੜੀ ਹੈ ਥੜਕ ਚੁੱਕੀ ਹੈ। ਥੜਕ ਕੇ ਉਹਨਾਂ ਆਪਣਾ ਜੋ ਬੀਜਿਆ ਵੱਢ ਵੀ ਲਿਆ, ਕੌਮ ਫਿਰ ਉਸੇ ਤਰ੍ਹਾਂ ਕੁਰਬਾਨੀਆਂ ਦੇ ਮਾਰਗ ਤੇ ਜਾਏਗੀ। ਜਰਾ ਵੇਟ ਕਰੋ ਤੁਸੀਂ, ਮੈਂ ਬਾਅਦ ਚ ਆਵਾਂਗਾ ਤੁਹਾਡੇ ਕੋਲੇ। ਡਾਕਟਰ ਕੁਲਵਿੰਦਰ ਸਿੰਘ ਤੁਸੀਂ ਇੱਥੇ ਆਪਣੇ ਵਿਚਾਰ ਕਰੋ। ਦਿੱਲੀ ਦੇ ਵਿੱਚ ਜਦੋਂ ਜਾਈਦਾ ਮਾਤਾ ਗੁਰਦੁਆਰਾ ਮੋਤੀ ਬਾਗ ਬਾਈ ਦਾ, ਉੱਥੋਂ ਕਹਿੰਦੇ ਮਹਾਰਾਜ ਨੇ ਤੀਰ ਛੱਡੇ ਸੀਗੇ ਲਾਲ ਕਿਲੇ ਤੇ, ਸ਼ਾਇਦ ਤੁਹਾਨੂੰ ਉਹਦੀ ਵਾਕਫੀਅਤ ਹੋਵੇ ਕੋਈ। ਇਤਿਹਾਸ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਸੀ। ਦਿੱਲੀ ਦੇ ਮੋਤੀ ਬਾਗ ਬਾਬਤ ਕੋਈ ਜਾਣਨਾ ਪਾਵੋਗੇ ਸੱਜਣ ਨੂੰ ਜਿਹਨੂੰ ਵਾਕਫੀਅਤ ਹੋਵੇ? ਹਾਂਜੀ ਮੈਂ ਦੱਸ ਦਿੰਦਾ ਜੀ ਇਹਦੇ ਤੇ ਸਿਰਫ 1-2 ਮਿੰਟ ਲਈ, ਸਿਰਫ ਜਿਹੜਾ ਮੈਨੂੰ ਹੈ ਐਟ ਏ ਹਾਈ ਲੈਵਲ ਵੀ ਮੋਤੀ ਬਾਗ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਠਹਿਰੇ ਸੀਗੇ ਉੱਥੋਂ ਉਹਨਾਂ ਨੇ ਅੱਗੇ ਜਾਣਾ ਸੀ। ਹਾਂਜੀ, ਉੱਥੇ ਜਦੋਂ ਉਹਨਾਂ ਨੇ ਉੱਥੋਂ ਕੋਈ ਉਹਨਾਂ ਦਿਨਾਂ ਦੇ ਵਿੱਚ ਦੱਸ ਦਿੰਦੇ, ਕਹਿੰਦੇ ਸੈਵਰਲ ਮਾਈਲਸ ਦਾ ਚੱਕਰ ਸੀ। ਅੱਜ ਕੱਲ ਤਾਂ 10-11 ਮੀਲ ਦਾ ਬਣਦਾ, ਉਦੋਂ ਸ਼ਾਇਦ ਸ਼ਾਰਟਕਟ ਹੋਣਾ, ਦਿੱਲੀ ਨਹੀਂ ਡਿਵੈਲਪ ਹੋਈ ਹੋਣੀ ਉਦੋਂ ਕਹਿੰਦੇ ਜਦੋਂ ਮਹਾਰਾਜ ਨੇ ਤੀਰ ਛੱਡਿਆ ਤੇ ਤੀਰ ਕਹਿੰਦੇ ਦਿੱਲੀ ਉੱਥੇ ਸਿੰਘਾਸਨ ਤੇ ਜਾ ਕੇ ਵੱਜਿਆ। ਉਹ ਉੱਥੇ ਜਾ ਕੇ ਸਿੰਘਾਸਨ ਤੇ ਜਾ ਕੇ ਤੀਰ ਵੱਜਦਾ ਤੇ ਉਹ ਦੇਖਦੇ ਕਹਿੰਦੇ ਆਹ ਤਾਂ ਵੀ ਵਾਕਈ ਕਿਸੇ ਦੀ ਕਰਾਮਾਤ ਹੈ, ਇਹ ਤੀਰ ਵੱਜਿਆ। ਗੁਰੂ ਸਾਹਿਬ ਨੇ ਤੀਰ ਦੇ ਨਾਲ ਨਾ ਅਗਲੇ ਦੇ ਨਾਲ ਰੁੱਕਾ ਲਿਖ ਕੇ ਨਾਲ ਪਾਤਾ, ਕਹਿੰਦੇ ਬਈ ਇਹ ਕਰਾਮਾਤ ਨਹੀਂ, ਇਹ ਅਭਿਆਸ ਹੈ। ਇਹ ਅਭਿਆਸ ਹੈ। ਹਾਂਜੀ, ਬਸ ਮੈਨੂੰ ਤਾਂ ਯਾਦ ਹੈ। ਕਰਾਮਾਤ ਨਹੀਂ ਕਰਤੱਵ ਹੈ। ਹਾਂ ਹਾਂਜੀ ਹਾਂਜੀ, ਗਿਆਨ ਸਿੰਘ ਤੁਹਾਡੇ ਤੁਸੀਂ ਰਹੇ ਹੋ ਉਸ ਇਲਾਕੇ ਦੇ ਵਿੱਚ, ਕੋਈ ਹੋਰ ਚੀਜ਼ ਐਡ ਕਰਨੀ ਹੋਵੇ ਤੇ? ਦੱਸ ਹੀ ਦਿੱਤਾ ਵਾ ਵੀਰ ਹਰਮਿੰਦਰ ਸਿੰਘ ਹੋਰਾਂ ਨੇ।
ਤੇ ਉਹ ਹੀ ਆ ਉੱਥੋਂ ਮੋਤੀ ਬਾਗ ਤੋਂ ਕਹਿੰਦੇ ਦਮਦਮਾ ਸਾਹਿਬ ਸੀਗੇ ਟਿਕੇ ਹੋਏ ਬਹਾਦਰ ਸ਼ਾਹ ਤੇ ਹੋਰ। ਤੇ ਉੱਥੇ ਇੱਕ ਹੋਰ ਵੀ ਕਹਿੰਦੇ ਕੌਤਕ ਕਰਾਇਆ ਸੀ ਵੀ ਗੁਰੂ ਸਾਹਿਬ ਜੀ ਨੂੰ ਉਹਨੇ ਕਿਹਾ ਹੈ ਵੀ ਸਾਡੇ ਹਾਥੀ ਨਾਲ ਆਪਣੇ ਹਾਥੀ ਦਾ ਮੁਕਾਬਲਾ, ਤੇ ਗੁਰੂ ਜੀ ਨੇ ਕਿਹਾ ਵੀ ਹਾਥੀ ਨਾਲ ਹਾਥੀ ਨੇ ਮੁਕਾਬਲਾ ਕੀਤਾ ਤੇ ਉਹ ਕੀ ਹੋਇਆ, ਤੁਹਾਡੇ ਹਾਥੀ ਨਾਲ ਸਾਡਾ ਕੱਟਾ ਜਿਹੜਾ ਉਹ ਹੀ ਯੁੱਧ ਕਰੂਗਾ। ਤੇ ਕਹਿੰਦੇ ਨੇ ਵੀ ਕੱਟੇ ਨਹੀਂ ਹਾਥੀ ਭਜਾਤਾ ਹੀ। ਹੁਣ ਇਹ ਇਤਿਹਾਸ ਜਿੱਦਾਂ ਪੜ੍ਹਿਆ ਉਦਾਂ ਆ। ਤੇ ਬਾਕੀ ਪਰ ਇਹ ਜਿਹੜਾ ਬਹਾਦਰ ਸ਼ਾਹ ਦਾ ਚੱਕਰ ਹੈ, ਬਹਾਦਰ ਸ਼ਾਹ ਨੂੰ ਮਹਾਰਾਜ ਦੀ ਮੁਲਾਕਾਤ ਮੋਤੀ ਬਾਗ ਦੇ ਉਸ ਵਕਤ ਹੋਈ ਹੈ ਜਦੋਂ ਮੋਤੀ ਬਾਗ ਦੇ ਵਿੱਚ ਸੀਗੇ, ਜਾਂ ਉਸ ਤੋਂ ਪਹਿਲਾਂ ਦੀ ਗੱਲ ਹੈ ਉਹ ਜਿਹੜਾ ਉਹਨੂੰ ਹੈਲਪ ਕਰਦੇ ਨੇ ਗੱਦੀ ਸਿਕਿਉਰ ਕਰਨ ਦੇ ਵਿੱਚ? ਉਹ ਤੇ ਮੇਰੇ ਖਿਆਲ ਚ ਪਹਿਲੋਂ ਹੋਏਗੀ, ਕਿਉਂਕਿ ਜਦੋਂ ਬਾਦਸ਼ਾਹੀ ਬਣ ਗਿਆ ਤੇ ਬਾਦਸ਼ਾਹ ਤੱਕ ਬਣਨ ਤੱਕ ਹੀ ਉਹਨਾਂ ਦੀ ਉਹ ਲੋੜ ਸੀਗੀ, ਕਿਉਂਕਿ ਉਹ ਭਰਾਵਾਂ ਦੇ ਨਾਲ ਯੁੱਧ ਸੀਗਾ। ਉਹ ਸਾਰੇ ਆਪਣਾ ਆਪਣਾ ਅਧਿਕਾਰ ਜਮਾਉਂਦੇ ਸੀ ਤੇ ਨੇ ਗੁਰੂ ਸਾਹਿਬ ਜੀ ਦੀ ਮਦਦ ਮੰਗੀ ਸੀ ਤੇ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਭੇਜਿਆ ਸੀ ਇਹਦੀ ਹੈਲਪ ਵਾਸਤੇ। ਤੇ ਤਾਂ ਕਰਕੇ ਇਹਨੇ ਫਿਰ ਗੁਰੂ ਸਾਹਿਬ ਜੀ ਨੂੰ ਆਪਣੇ ਦਰਬਾਰ 'ਚ ਵੀ ਬੁਲਾਇਆ ਸੀਗਾ, ਜਿੱਥੇ ਗੁਰੂ ਸਾਹਿਬ ਜੀ ਘੋੜੇ ਤੇ ਚੜ੍ਹ ਕੇ ਗਏ ਸੀਗੇ। ਤੇ ਕਾਜ਼ੀਆਂ ਨੇ ਇਸ ਗੱਲ ਦਾ ਥੋੜਾ ਇਤਰਾਜ਼ ਕੀਤਾ ਵੀ ਅੱਜ ਤੱਕ ਬਾਦਸ਼ਾਹ ਦੇ ਦਰਬਾਰ ਤੇ ਘੋੜੇ ਤੇ ਚੜ੍ਹ ਕੇ ਤੇ ਕੋਈ ਪੀਰ ਫਕੀਰ ਵੀ ਨਹੀਂ ਆਇਆ ਤੇ ਇੱਕ ਹਿੰਦੂ ਫਕੀਰ। ਤੇ ਉਹਨਾਂ ਨੇ ਫਿਰ ਗੁਰੂ ਸਾਹਿਬ ਜੀ ਤੇ ਕੁਝ ਪ੍ਰਸ਼ਨ ਕੀਤੇ, ਸ਼ੰਕਾ ਕੀਤੀ। ਪਹਿਲੀ ਗੱਲ ਤੇ ਇਹ ਕੀਤੀ ਕਿ ਕੋਈ ਕਰਾਮਾਤ ਦਿਖਾਓ। ਤੇ ਕਹਿੰਦੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਮਿੱਠੇ ਬੋਲ ਜਿਹੜੇ ਆ ਇਹ ਕਰਾਮਾਤ ਆ ਕਿ ਜਿਹੜਾ ਕੰਮ ਵਿਗੜਿਆ ਤਿਗੜਾ ਮਿੱਠਾ ਬੋਲ ਕੇ ਹੋ ਜਾਂਦਾ ਆ। ਫਿਰ ਕਹਿੰਦੇ ਨਹੀਂ ਜੀ ਕੋਈ ਕਰਾਮਾਤ। ਤੇ ਗੁਰੂ ਜੀ ਨੇ ਕਹਿੰਦੇ ਕਿ ਚਾਂਦੀ ਦਾ ਰੁਪਈਆ ਕੱਢਿਆ ਤੇ ਕਿਹਾ ਵੀ ਆਹ ਵਾ ਦੂਸਰੀ ਕਰਾਮਾਤ ਵੀ ਵਿਗੜੇ ਹੋਏ ਕੰਮ ਇਹਦੇ ਨਾਲ ਸਵਰ ਜਾਂਦੇ ਆ। ਕਹਿੰਦਾ ਨਹੀਂ ਜੀ ਕੋਈ ਕਰਾਮਾਤ। ਤੇ ਸਤਿਗੁਰੂ ਜੀ ਨੇ ਫਿਰ ਕਿਰਪਾਨ ਨੂੰ ਹੱਥ ਪਾਇਆ ਵੀ ਆਹ ਆ ਕਰਾਮਾਤ ਜਿਹੜੀ ਨਿਮਾਣਿਆਂ ਨਤਾਣਿਆਂ ਨੂੰ ਰਾਜ ਭਾਗ ਬਖਸ਼ ਦਿੰਦੀ ਆ ਤੇ ਜ਼ੁਲਮ ਦਾ ਨਾਸ਼ ਕਰਦੀ ਆ। ਉਹ ਹੱਥ ਜੋੜ ਕੇ ਖਲੋ ਗਿਆ ਸੀਗਾ। ਤੇ ਇਸ ਤਰ੍ਹਾਂ ਦੇ ਹੈਗੇ ਕੌਤਕ ਗੁਰੂ ਸਾਹਿਬ ਜੀ ਦੇ। ਹਾਂਜੀ, that's interesting, very interesting। ਕੋਈ ਇੱਥੇ ਐਡ ਕਰਨੀ ਹੋਵੇ ਚੀਜ਼ ਗਿਆਨੀ ਸੁੱਚਾ ਸਿੰਘ, ਤੁਸੀਂ ਆਪਣੇ ਵਿਚਾਰ ਹੋਰ ਸਾਂਝੇ ਕਰਨੇ ਹੋਣ ਫਿਰ ਉਹ ਜਿਹੜੀ ਮੋਤੀ ਬਾਗ ਦੀ ਗੱਲ ਕਿਵੇਂ ਇਹਦੇ ਨਾਲ ਰਲੀ, ਮੈਨੂੰ ਕੋਈ ਸਮਝ ਨਹੀਂ ਆਈ। ਇਹ ਦੋਨਾਂ ਚੀਜ਼ਾਂ ਦਾ ਕਨੈਕਸ਼ਨ ਕੀ ਹੋਇਆ? ਦੇਖੋ ਇਸ ਤਰ੍ਹਾਂ ਜੀ ਕਿ ਉਹਦੇ ਬਾਰੇ ਚ ਨਾ ਮੈਨੂੰ ਇਹਦਾ ਗਿਆਨ ਨਹੀਂ ਹੈਗਾ, ਜਾਂ ਤਾਂ ਫਿਰ ਉਹਦਾ ਨੈਕਸਟ ਟਾਈਮ ਤੇ ਸੈਸ਼ਨ ਰੱਖ ਲਓ, ਥੋੜਾ ਜਿਹਾ ਉਹਦਾ ਹੋਮਵਰਕ ਕਰ ਲਈਏ ਪਹਿਲਾਂ। ਠੀਕ ਹੈ ਨਾ ਜੀ, ਠੀਕ ਹੈ ਜੀ, ਠੀਕ ਹੈ। ਚਲੋ that's what we'll discuss next time then। ਅੱਛਾ, ਤੇ ਉੱਥੋਂ ਫਿਰ ਜਦੋਂ ਮਹਾਰਾਜ ਆਉਂਦੇ ਨੇ ਇੱਥੋਂ ਮੋਤੀ ਬਾਗ ਦੇ ਰਾਹੀਂ ਫਿਰ ਉਹ ਕਿੱਥੇ ਫਿਰ ਉਹਨਾਂ ਦਾ ਬਹਾਦਰ ਸ਼ਾਹ ਦੇ ਨਾਲ ਕਹਿੰਦੇ ਨੰਦੇੜ ਸਾਹਿਬ ਵੱਲ ਜਾਂਦੇ ਨੇ ਇਕੱਠੇ ਹੋ ਕੇ ਉਹ, ਤੇ ਉਹਨੂੰ ਕਹਿੰਦੇ ਆ ਵੀ ਤੂੰ ਸਾਨੂੰ ਜਿਹੜਾ ਵਜ਼ੀਰ ਖਾਂ ਮਤਲਬ ਉਹਨਾਂ ਨੂੰ ਪਕੜ ਕੇ ਦੇਵੇ, ਸਮਥਿੰਗ ਲਾਈਕ ਦੈਟ। ਪਰ ਜਦੋਂ ਨਹੀਂ ਹੁੰਦੀ ਗੱਲ ਉਹ ਘਬਰਾਉਂਦਾ, ਨਹੀਂ ਕਰ ਸਕਦਾ, ਤੇ ਫਿਰ ਮਹਾਰਾਜ ਆਪਣਾ ਰਾਹ ਵੱਖਰਾ ਕਰ ਲੈਂਦੇ ਨੇ। ਉਸ ਪਾਰਟ ਦੀ ਕੁਛ ਸ਼ੇਅਰ ਕਰੋ ਗਿਆਨ, ਉਸ ਬਾਬਤ ਕੀ ਸਿਚੁਏਸ਼ਨ ਸੀ ਉਦੋਂ? ਹਾਂਜੀ, ਉਦੋਂ ਜੀ ਇਹ ਸੀਗਾ ਕਿ ਹਾਂਜੀ ਕਰ ਲੱਗੇ ਸੀ ਗੱਲ ਭਾਈ ਸੁੱਚਾ ਸਿੰਘ। ਹਾਂਜੀ, ਮੈਂ ਤਾਂ ਜੀ ਇਹ ਕਰਨ ਲੱਗਾ ਸੀ ਕਿ ਉਹ ਜਿਹੜਾ ਉਹਦੇ ਬਾਰੇ ਚ ਨਾ ਸੁਣਿਆ ਪੜ੍ਹਿਆ ਤੇ ਗੁਰੂ ਮਹਾਰਾਜ ਜੀ ਨੇ ਪਹਿਲਾਂ ਜਿਸ ਵੇਲੇ ਉਹਦੀ ਮਦਦ ਕੀਤੀ ਸੀ ਤੇ ਗੁਰੂ ਮਹਾਰਾਜ ਜੀ ਨੇ ਉਹਦੇ ਨਾਲ ਕੁਛ ਉਹਨੂੰ ਪੁੱਛਿਆ ਸੀ, ਵਾਅਦੇ ਕੀਤੇ ਸੀ ਕਿ ਜਿਸ ਵੇਲੇ ਜੇਕਰ ਤੇਰਾ ਰਾਜ ਭਾਗ ਆਉਂਦਾ ਹੈ ਤੇ ਉਸ ਤੋਂ ਬਾਅਦ ਤੂੰ ਜਿਹੜਾ ਆਮ ਜਨਤਾ ਦੇ ਵਾਸਤੇ ਆਹ ਕੁਛ ਕੰਮ ਕਰੇਗਾ। ਤਾਂ ਉਹਨੇ ਵਾਅਦੇ ਕੀਤੇ ਸੀ ਕਿ ਮੈਂ ਕਰੂੰਗਾ, ਲੇਕਿਨ ਜਿਸ ਵੇਲੇ ਉਹਨੂੰ ਰਾਜ ਭਾਗ ਦਿੱਤਾ ਜਾਂਦਾ ਉਸ ਤੋਂ ਬਾਅਦ ਫਿਰ ਉਹ ਜਿਹੜਾ ਮੁੱਕਰ ਜਾਂਦਾ ਜਾਂ ਜਿਹੜਾ ਹਾਲਾਤ ਬਦਲ ਗਏ ਕੁਛ ਇਸ ਤਰ੍ਹਾਂ ਦਾ, ਜਿਹੜਾ ਵੀ ਉਹ ਜਿਹੜਾ ਬਹਾਨਾ ਲਾਉਂਦਾ ਆ ਜਾਂ ਇੱਧਰ ਧਿਆਨ ਨਹੀਂ ਦਿੰਦਾ। ਤੇ ਗੁਰੂ ਮਹਾਰਾਜ ਉਹਦੇ ਨਾਲ ਕਾਫੀ ਦੂਰ ਤੱਕ ਗਏ ਆ, ਲੇਕਿਨ ਜਿਸ ਵੇਲੇ ਦੇਖਿਆ ਗੁਰੂ ਮਹਾਰਾਜ ਜੀ ਨੇ ਕਿ ਨਹੀਂ ਇਸਨੇ ਕੰਮ ਨਹੀਂ ਕਰਨਾ, ਗੁਰੂ ਮਹਾਰਾਜ ਜੀ ਨੇ ਉੱਥੋਂ ਆਪਣਾ ਰਸਤਾ ਜਿਹੜਾ ਅਲੱਗ ਕਰ ਲਿਆ ਸੀਗਾ। ਜਾਣੀ ਗੁਰੂ ਦਾ ਰਸਤਾ ਜਿਹੜਾ ਉਦੋਂ ਤੱਕ ਹੀ, ਜਿਹੜਾ ਅਸੀਂ ਅਕਸਰ ਇੱਕ ਚੀਜ਼ ਕਹੀਦੀ ਹੈ ਕਿ ਗੁਰੂ ਦੇ ਨਾਲ ਸਿੱਖ ਦਾ ਵੀ ਜਿਹੜਾ ਰਿਸ਼ਤਾ ਹੈ ਨਾ ਜੀ, ਇਹ ਕੋਈ ਜਿਹੜਾ ਖੂਨ ਦਾ ਰਿਸ਼ਤਾ ਤੇ ਹੈ ਨਹੀਂ। ਸਾਡਾ ਜਿਹੜਾ ਗੁਰੂ ਦੇ ਨਾਲ ਹੈਗਾ ਸਿਧਾਂਤਕ ਰਿਸ਼ਤਾ। ਜਿੰਨੀ ਦੇਰ ਤੱਕ ਸਿੱਖ ਦਾ ਸਿਧਾਂਤ ਕਾਇਮ ਹੈ, ਗੁਰੂ ਵਾਲਾ ਸਿਧਾਂਤ, ਉਨੀ ਦੇਰ ਗੁਰੂ ਦੇ ਨਾਲ ਸਾਡਾ ਰਿਸ਼ਤਾ। ਜਿਸ ਲਈ ਉਹ ਸਿਧਾਂਤ ਟੁੱਟਦਾ ਹੈ, ਨਾਲ ਹੀ ਨਾਲ
ਸਾਡਾ ਗੁਰੂ ਤੋਂ ਵੀ ਰਿਸ਼ਤਾ ਟੁੱਟ ਜਾਂਦਾ। ਤੇ ਇਸੇ ਤਰ੍ਹਾਂ ਇੱਥੇ ਹੋਇਆ ਬਹਾਦਰ ਸ਼ਾਹ ਦੇ ਨਾਲ, ਜਿਹੜਾ ਸਿਧਾਂਤਕ ਰਿਸ਼ਤਾ ਕਾਇਮ ਹੋਇਆ ਸੀ ਕਿ ਇਹਨਾਂ ਚੀਜ਼ਾਂ ਦੇ ਉੱਪਰ ਤੂੰ ਕੰਮ ਕਰੇਗਾ। ਉਹਨੇ ਵਾਅਦਾ ਕੀਤਾ, ਲੇਕਿਨ ਉਹ ਜਦੋਂ ਨਹੀਂ ਨਿਭਾਉਂਦਾ ਤਾਂ ਜਦ ਗੁਰੂ ਮਹਾਰਾਜ ਜੀ ਨੂੰ ਲੱਗ ਗਿਆ ਪਤਾ ਕਿ ਇਹਨੇ ਨਹੀਂ ਇਸ ਬਾਰੇ ਕੁਛ ਵੀ ਕਰਨਾ, ਉੱਥੋਂ ਜਿਹੜਾ ਸਿਧਾਂਤਕ ਰਿਸ਼ਤਾ ਜਿਹੜਾ ਟੁੱਟ ਜਾਂਦਾ ਤੇ ਗੁਰੂ ਮਹਾਰਾਜ ਫੇਰ ਆਪਣੇ ਰਸਤੇ ਤੇ ਚੱਲ ਪੈਂਦੇ ਆ ਜੀ। ਤੋ ਇਸ ਕਰਕੇ ਜਿਹੜਾ ਸਾਨੂੰ ਵੀ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਜਿਹੜਾ ਗੁਰੂ ਦਾ ਸਿਧਾਂਤ ਨਾ ਛੱਡੀਏ। ਥੈਂਕ ਯੂ ਜੀ, ਥੈਂਕ ਯੂ। ਇੱਥੇ ਕੋਈ ਹੋਰ ਸੱਜਣ, ਕੋਈ ਹੋਰ ਪਾਰਟਿਸਪੈਂਟ ਐਡ ਕਰਨਾ ਚਾਹੇ? ਜਿਹੜਾ ਮੁਕਤਸਰ ਦਾ ਯੁੱਧ ਹੈ, ਇਹ ਗੁਰੂ ਸਾਹਿਬ ਨੇ ਜਿਹਨਾਂ ਸਿੰਘਾਂ ਨੇ ਸ਼ਹੀਦੀ ਪਾਈ ਹੈ ਉਹਨਾਂ ਨੂੰ ਮੁਕਤੇ ਦਾ ਦਰਜਾ ਦਿੱਤਾ ਹੈ। ਇਹਦਾ ਮਤਲਬ ਹੈ ਕਿ ਸਿੱਖ ਕੌਮ ਵਿੱਚ ਜਿਹੜਾ ਸ਼ਹੀਦੀ ਦਾ ਸੰਕਲਪ ਹੈ, ਜਿਹੜਾ ਮੁਕਤੀ ਦਾ ਸੰਕਲਪ ਹੈ ਸਿੱਖਾਂ ਦੇ ਵਿੱਚ, ਉਹ ਸ਼ਹੀਦੀ ਨਾਲ ਜੁੜ ਗਿਆ ਹੈ। ਕਿਉਂਕਿ ਮੁਕਤ ਹੋਣ ਲਈ ਸ਼ਹੀਦੀ ਬਹੁਤ ਜ਼ਰੂਰੀ ਹੈ। ਚਲੋ ਜੇ ਜੀਂਦਿਆਂ ਜੀ ਵੀ ਬੰਦੇ ਨੂੰ ਸ਼ਹੀਦ ਹੋ ਕੇ, ਜਿੰਦਾ ਜੀ ਸ਼ਹੀਦ ਹੋ ਕੇ ਜੀਵਨ ਜੀਣਾ ਚਾਹੀਦਾ ਹੈ। ਜਿਵੇਂ ਭਾਈ ਗੁਰਦਾਸ ਨੇ ਲਿਖਿਆ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮੁਰੀਦ ਬਣਨਾ ਤੇ ਆਪਣੇ ਆਪ ਨੂੰ ਮੁਰਦਾ ਕਰਨਾ ਪਏਗਾ, ਆਪਣੇ ਆਪ ਨੂੰ ਗੁਰੂ ਦੇ ਸਾਹਮਣੇ ਸਿਰ ਝੁਕਾਉਣਾ ਪਏਗਾ। ਹੁਣ ਮੁਰਦਾ ਜਿਹੜਾ ਉਹਦੀ ਮੁੰਡੀ ਜਿੱਧਰ ਮੋੜਦੇ ਉੱਥੇ ਹੀ ਹੋ ਜਾਂਦੀ ਹੈ। ਇਸੇ ਤਰ੍ਹਾਂ ਸਿੱਖ ਜਿਹੜਾ ਉਹ ਕਿੰਤੂ ਪ੍ਰੰਤੂ ਨੂੰ ਹੀ ਕਰੇਗਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭੁਖ ਹੋਵਣਾ। ਕੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ। ਤੋ ਜਿਹਨੇ ਸਿੱਖ ਬਣਨਾ ਉਹ ਬਈ ਜੀਂਦਿਆਂ ਜੀ ਵੀ ਸ਼ਹੀਦ ਹੋਵੇ ਤੇ ਸ਼ਹੀਦੀ ਦਾ ਮੌਕਾ ਜੇ ਅੰਤ ਸਮਾਂ ਆਵੇ, ਜਬ ਆਪ ਕੀ ਔਦ ਨਿਦਾਨ ਬਣੇ ਅਤ ਹੀਰਨ ਮੈਂ ਤਬ ਜੂਝ ਮਰੂ। ਗੁਰੂ ਗੋਬਿੰਦ ਸਿੰਘ ਨੇ ਆਪਣੀ ਵਿਲ ਲਿਖ ਦਿੱਤੀ, ਮੇਰੀ ਵਿਲ ਇਹ ਹੋਏਗੀ ਕਿ ਮੈਂ ਦੇਸ਼ ਦੀ ਆਜ਼ਾਦੀ ਲਈ ਜਿਹੜਾ ਆਖਰੀ ਸਾਹ ਹੈ ਉਹ ਮੇਰਾ ਜੰਗੇ ਮੈਦਾਨ ਵਿੱਚ ਲੜਦਿਆਂ ਆਵੇ। ਤੋ ਇਹ ਗੱਲਾਂ ਗੁਰੂ ਦੀਆਂ ਜਿਹੜੀਆਂ ਨੇ ਇਹ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ ਤਾਂ ਕਿ ਗੁਰੂ ਨਾਲ ਰਿਸ਼ਤਾ ਕਾਇਮ ਰਵੇ। ਅਸੀਂ ਰਿਸ਼ਤੇ ਨਾਲ ਏਦਾਂ ਨਿਰੇ ਮੱਥੇ ਟੇਕਣ ਨਾਲ ਗੱਲ ਨਹੀਂ ਬਣਨੀ, ਸਾਨੂੰ ਆਪਣਾ ਆਪਾ ਭੇਟ ਕਰਨਾ ਪੈਣਾ। ਧੰਨਵਾਦ। ਜਿਹੜਾ ਮੈਂ ਤੇ ਇਹੀ ਇੱਕ ਕਹਾਂਗਾ ਜੀ, ਇੱਕ ਲਾਈਨ ਸਿਰਫ, ਜਿਹੜਾ ਤੁਹਾਡਾ ਪੁਆਇੰਟ ਠੀਕ ਹੈ ਡਾਕਟਰ ਵਾਸੂ ਹੁਣਾਂ ਦਾ, ਪਰ ਸਿੱਖੀ ਦਾ ਸਿਧਾਂਤ, ਸ਼ਹੀਦੀ ਦੀ ਤਾਂ ਮਹਾਰਾਜ ਨੇ ਪ੍ਰਸ਼ੰਸਾ ਕੀਤੀ ਹੈ, ਕੋਈ ਸ਼ੱਕ ਨਹੀਂ। ਸਿਧਾਂਤ ਦੇ ਲਈ ਕੁਰਬਾਨ ਹੋਣਾ ਇਹ ਤਾਂ ਮਰਨ ਮੁਨਸਾ ਸੂਰੀਆਂ ਹੱਕ ਹੈ, ਜੇ ਹੋਏ ਮਰੈ ਪ੍ਰਵਾਨ ਹੋਏ ਜੀ, ਇਹ ਤਾਂ ਹੈ। ਪਰ ਜਿੱਥੇ ਮੁਕਤੀ ਨਾਲ ਸਿੱਖੀ ਦਾ ਕੋਈ ਸੰਬੰਧ ਨਹੀਂ, ਸਿੱਖੀ ਦਾ ਸੰਬੰਧ ਤਾਂ ਜੀਵਨ ਮੁਕਤ ਦੇ ਨਾਲ। ਦੂਜੇ ਧਰਮਾਂ ਦੇ ਵਿੱਚ ਆਮ ਤੌਰ ਤੇ ਜਿਹੜੇ ਤੁਸੀਂ ਦੇਖੋ, ਕ੍ਰਿਸਚੈਨਿਟੀ ਲੈ ਲਓ, ਹਿੰਦੂਇਜ਼ਮ ਲੈ ਲਓ, ਇਸਲਾਮ ਲੈ ਲਓ, ਸਵਰਗ ਨਰਕ ਦੀਆਂ ਗੱਲਾਂ ਨੇ, ਮੁਕਤੀ ਦੀਆਂ ਗੱਲਾਂ। ਸਿੱਖਾਂ ਦਾ ਮੁਕਤੀ ਨਾਲ ਸੰਬੰਧ ਨਹੀਂ ਹੈ। ਪਲੀਜ਼, ਸਿੱਖਾਂ ਦਾ ਸੰਬੰਧ ਤਾਂ ਮਹਾਰਾਜ ਦੀ ਪੂਰੀ ਜਿਹੜੀ ਬਾਣੀ ਆ ਉਹ ਜੀਵਨ ਮੁਕਤ ਹੈ, ਇਹ ਜੀਂਦੇ ਜੀ ਮੁਕਤੀ ਹੈ, ਸ਼ਬਦ ਦੇ ਨਾਲ ਜੁੜ ਕੇ। ਇਹ ਮੁਰਦਾ ਹੋਏ ਮੁਰੀਦ ਦਾਸ ਨੇ ਵੀ ਜੀਵਨ ਉਹ ਐਸਪੈਕਟ ਗੱਲ ਮੁਕਾਈ ਹੈ। ਹਾਂਜੀ ਠੀਕ ਹੈ ਜੀ। ਹਾਂਜੀ ਗਿਆਨੀ ਧਾਰਮਿਕ ਜੀ। ਹਾਂਜੀ, ਮੈਂ ਉਹਦੇ ਬਾਰੇ ਗੱਲ ਕਰਨੀ, ਜਿਹੜਾ ਵੀ ਬਹਾਦਰ ਸ਼ਾਹ ਦੀ ਮਦਦ ਪਹਿਲੋਂ ਹੋਈ ਕਿ ਦਿੱਲੀ ਵਿੱਚ, ਅਸਲ 'ਚ ਆਗਰੇ ਦੇ ਵਿੱਚ ਇਹ ਬਹਾਦਰ ਸ਼ਾਹ ਪਹੁੰਚਿਆ ਸੀ ਤੇ ਉੱਥੇ ਦੇ ਦੂਸਰੇ ਭਰਾ ਵੀ ਸੀਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਬਾਦਸ਼ਾਹ ਬਣਨ ਵਾਸਤੇ ਕੀਤਾ। ਤੇ ਜਿਹੜਾ ਬਹਾਦਰ ਸ਼ਾਹ ਸਭ ਤੋਂ ਪਹਿਲਾਂ ਉੱਥੇ ਪਹੁੰਚ ਗਿਆ। ਇਹਨੇ ਗੁਰੂ ਸਾਹਿਬ ਜੀ ਕੋਲੋਂ ਮਦਦ ਮੰਗੀ ਤੇ ਇਹ ਮਦਦ ਮੰਗੀ ਭਾਈ ਨੰਦ ਲਾਲ ਜੀ ਦੇ ਰਾਹੀਂ, ਕਿਉਂਕਿ ਜਦੋਂ ਅਸੀਂ ਪਿਛੋਕੜ 'ਚ ਜਾਂਦੇ ਹਾਂ ਤੇ ਕਦੇ ਭਾਈ ਨੰਦ ਲਾਲ ਜੀ ਨੇ ਇਹਦੀ ਬੜੀ ਮਦਦ ਕੀਤੀ ਸੀਗੀ। ਜਿੱਥੋਂ ਭਾਈ ਨੰਦ ਲਾਲ ਜੀ ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੋਏ ਸੀਗੇ, ਇਹ ਭਾਈ ਨੰਦ ਲਾਲ ਇਹਨਾਂ ਦੇ ਮੀਰ ਮੁਨਸ਼ੀ ਸੀਗੇ ਸ਼ਾਇਦ। ਤੇ ਉਹਨਾਂ ਦੇ ਰਾਹੀਂ ਫਿਰ ਗੁਰੂ ਸਾਹਿਬ ਜੀ ਨੇ ਕਹਿੰਦੇ ਵੀ 300 ਸਿੱਖ ਭੇਜੇ ਸੀਗੇ ਬਹਾਦਰ ਸ਼ਾਹ ਦੀ ਮਦਦ ਵਾਸਤੇ, ਭਾਈ ਦਇਆ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ। ਤੇ ਉਹਦੇ ਨਾਲ ਬਹਾਦਰ ਸ਼ਾਹ ਨੂੰ ਫੌਜੀ ਤੌਰ ਤੇ ਬਹੁਤਾ ਮਿਲਿਆ ਕਿ ਨਹੀਂ, ਪਰ ਇਹ ਉਹਦਾ ਲਾਭ ਇਹ ਸੀਗਾ ਵੀ ਅਖਲਾਕੀ ਤੌਰ ਤੇ ਉਹਨੂੰ ਬੜੀ ਮਦਦ ਮਿਲਦੀ ਸੀ ਕਿ ਗੁਰੂ ਸਾਹਿਬ ਦੇ ਸ਼ਰਧਾਲੂ, ਜਿੱਥੇ ਪੰਜਾਬ ਦੇ ਜੱਟ ਤੇ ਰਾਜਪੂਤਾਨੇ ਦੇ ਜਿਹੜੇ ਰਾਜਪੂਤ ਸੀਗੇ ਉਹ ਸ਼ਰਧਾਲੂ ਸੀਗੇ। ਇਸ ਕਰਕੇ ਫਿਰ ਇਹਨੇ ਗੁਰੂ ਸਾਹਿਬ ਜੀ ਨੂੰ ਦਿੱਲੀ ਬਾਅਦ 'ਚ ਹੀ ਬੁਲਾਇਆ। ਹਾਂਜੀ, ਥੈਂਕ ਯੂ। ਉਹ ਫਿਰ ਉਸ ਵਕਤ ਮਿਲੇ ਉਹਨਾਂ ਨੂੰ ਜਦੋਂ ਮੋਤੀ ਬਾਗ ਗਏ ਨੇ? ਮੈਂ ਇਹਦੇ ਬਾਰੇ ਅਸਲ 'ਚ ਜਾਂ ਤੇ ਕਿਤੇ ਇਤਿਹਾਸ ਬਹੁਤਾ ਖੁੱਲ ਕੇ ਲਿਖਿਆ ਨਹੀਂ ਆ ਜਾਂ ਪੜ੍ਹਿਆ ਨਹੀਂ ਆ, ਇਹਦੇ ਬਾਰੇ ਜ਼ਿਆਦਾ ਨਹੀਂ ਆ। ਕਿਉਂਕਿ ਚਲੋ ਕੋਈ ਗੱਲ ਨਹੀਂ, ਜਿਵੇਂ ਗਿਆਨੀ ਸਿਸਟਰ ਨੇ ਕਿਹਾ, ਡੂ ਮੋਰ ਰਿਸਰਚ ਔਨ ਦੈਟ ਪਾਰਟ, ਅਗਲੀ ਵਾਰੀ ਸਹੀ।
हाँ जी सर। थैंक यू। अपने ਸਰਦਾਰ ਮਿਹਰਬਾਨ ਸਿੰਘ ਜੀ, ਤੁਸੀਂ ਕੋਈ ਚੀਜ਼ ਐਡ ਕਰਨੀ ਹੋਵੇ ਇੱਥੇ? ਹਾਂਜੀ, ਮੈਂ ਨਾ ਹਾਂਜੀ 2 ਮਿੰਟ ਦੇ ਵਿੱਚ ਜਿਹੜੇ ਅਲੱਗ-ਅਲੱਗ ਪੁਆਇੰਟ ਆਪਣੇ ਮੇਰੇ ਡਿਸਕਸ ਇੱਥੇ ਹੋਏ ਨੇ ਉਹਨਾਂ ਸੰਬੰਧੀ ਹੋਈ। ਆਪਣਾ ਵੀਰ ਜੀ ਨੇ ਉਹ ਲੱਖੀ ਜੰਗਲ ਦੀ ਗੱਲ ਕੀਤੀ ਸੀਗੀ ਨਾ, ਲੱਖੀ ਜੰਗਲ ਦੀ, ਤੇ ਉਹ ਸ਼ਬਦ ਜਿਹੜਾ ਹੈਗਾ 4 ਪੰਕਤੀਆਂ ਦਾ ਮੈਂ ਤੁਹਾਨੂੰ ਸੁਣਾਉਣਾ ਜੀ। ਮਾਝ ਰਾਗ ਦੇ ਵਿੱਚ ਸ੍ਰੀ ਮੁਖਵਾਕ ਪਾਤਸ਼ਾਹੀ 10ਵੀਂ, ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ, ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਘਾਹੋ ਮਤੋ ਨੇ, ਕਿਸੇ ਨਾਲ ਨਾ ਰਲੀਆ ਕਾਈ ਕੋਈ ਸ਼ੌਕ ਪੀਓ ਨੇ, ਗਿਆ ਫਿਰਾਕ ਮਿਲਿਆ ਮਿਤ ਮਾਹੀ ਤਾਂ ਹੀ ਸ਼ੁਕਰ ਕੀਤੋ ਨੇ। ਹਾਂਜੀ, ਇਹ ਜਿਹੜਾ ਸ਼ਬਦ ਜਿਹੜਾ ਆਉਂਦਾ ਹੈ। ਤੇ ਇੱਕ ਜਿਹੜੀ ਸ਼ਸਤਰਾਂ ਦੀ ਗੱਲ ਹੁੰਦੀ ਸੀਗੀ, ਉਹ ਮੇਰੇ ਕੋਲ ਇੱਕ ਪੇਪਰ ਹੈਗਾ ਕਿਸੇ ਮੈਗਜ਼ੀਨ ਦਾ, 1966 ਦੀ ਗੱਲ ਹੈ, ਜਦੋਂ ਇਹ ਜਿਹੜੇ ਸ਼ਸਤਰ ਜਿਹੜੇ ਨੇ ਆਏ ਨੇ। ਤੇ ਉਹ ਸ਼ਸਤਰਾਂ ਦੇ ਨਾਮ ਜਿਹੜੇ ਸੀਗੇ, ਸੁਨਹਿਰੀ ਚੱਕਰ ਸੀਗਾ, ਇੱਕ ਦਾਏ ਆਹਿਨੀ ਸੀਗਾ, ਇੱਕ ਸ਼ਮਸ਼ੀਰੇ ਤੇਗ, ਇੱਕ ਬਰਛਾ, ਇੱਕ ਢਾਲ ਤੇ ਇੱਕ ਬਰਛੀ। ਤੇ ਇਹਨਾਂ ਦੀ ਜਿਹੜੀ ਡਿਟੇਲ ਮੈਂ ਦੇਖ ਰਿਹਾ, ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਹੀਂ ਜਿਹੜੇ ਨੇ ਉਹ ਇਕੱਠੇ ਹੋਏ ਸੀਗੇ। ਤੇ ਮਤਲਬ ਮਹਾਰਾਜਾ ਰਣਜੀਤ ਸਿੰਘ ਨੂੰ ਕਿਤੋਂ ਅਲੱਗ-ਅਲੱਗ ਸੋਰਸਿਸ ਤੋਂ ਮਿਲੇ ਸੀਗੇ। ਤੇ ਜਦੋਂ ਫਿਰ ਬ੍ਰਿਟਿਸ਼ ਜਿਹੜੇ ਸੀਗੇ, ਫਿਰ ਉਹ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੀਆਂ ਸੀਗੇ ਜੋ ਵੀ ਖਜ਼ਾਨਾ ਲੈ ਗਏ ਨਾਲ, ਤੇ ਫਿਰ ਉਹ ਬ੍ਰਿਟਿਸ਼ ਗਵਰਨਮੈਂਟ ਤੋਂ ਜਿਹੜੇ ਉਹ ਸ਼ਸਤਰ ਜਿਹੜੇ ਆ ਵਾਪਸ ਲਿਆਂਦੇ ਗਏ ਸੀਗੇ। ਤੇ ਇਹ ਜਿਹੜੀ ਡਿਟੇਲ ਉਹਨਾਂ ਦੀ ਦੱਸੀ ਆ, ਜਿਵੇਂ ਹੁਣ ਸੁਨਹਿਰੀ ਚੱਕਰ ਬਾਰੇ ਦੱਸਿਆ ਕਿ ਉਹਦੀ ਜਿਹੜੀ ਟੋਟਲ ਜਿਹੜੀ ਸੀਗੀ ਉਸਦੀ ਸਰਕਮਫਰੈਂਸ ਤੇ ਨਹੀਂ ਡਾਇਆਮੀਟਰ ਜਿਹੜਾ ਸੀਗਾ ਉਸਦਾ, ਉਹ 1 ਫੁੱਟ ਤੇ 1 ਇੰਚ ਸੀਗਾ, ਤੇ ਵਿੱਚੋਂ 11 ਇੰਚ। ਤੇ ਉਹਦੇ ਉੱਤੇ ਜਪਜੀ ਸਾਹਿਬ ਦੀਆਂ ਜਿਹੜੀਆਂ 22 ਪੌੜੀਆਂ ਜਿਹੜੀਆਂ ਉਹਦੇ ਤੇ ਲਿਖੀਆਂ ਹੋਈਆਂ ਸੀਗੀਆਂ, ਜਿਹੜਾ ਸੁਨਹਿਰੀ ਚੱਕਰ ਸੀਗਾ। ਤੇ ਇਸੇ ਤਰ੍ਹਾਂ ਜਿਹੜਾ ਦੂਜੇ ਹਥਿਆਰ ਸੀਗੇ, ਇੱਕ ਬਰਛੀ ਹੈਗੀ ਹੈ, ਉਹਦੇ ਬਾਰੇ ਲਿਖਿਆ ਸੀਗਾ ਕਿ ਜਿਹੜਾ ਮੰਡੀ ਦਾ ਰਾਜਾ ਸੀਗਾ ਪਹਿਲੇ ਉਹਦੇ ਕੋਲ ਹੁੰਦੀ ਸੀ, ਤੇ ਉਹ ਉਹਦਾ ਬੜਾ ਸਤਿਕਾਰ ਕਰਦਾ ਹੁੰਦਾ ਸੀਗਾ। ਫਿਰ ਬ੍ਰਿਟਿਸ਼ ਉਸ ਵੇਲੇ ਫਿਰ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚ ਗਿਆ ਕਿਸੇ ਤਰ੍ਹਾਂ, ਤੇ ਦੈਨ ਫਿਰ ਜਿਹੜਾ ਉਹ ਬ੍ਰਿਟਿਸ਼ ਕੋਲ ਚਲਾ ਗਿਆ। ਸੋ ਇਹ ਇਹਨਾਂ ਦੇ ਬਾਰੇ ਜਿਹੜੀ ਇਹ 1966 ਦੇ ਵਿੱਚ ਆਏ ਸੀ ਜੀ ਉਦੋਂ ਇਹ ਸ਼ਸਤਰ। ਥੈਂਕ ਯੂ ਜੀ। Thank you for sharing. I think we are kind of ending. It's been about an hour over our time. I'm going to invite Meghraj Singh Honi. He has something to say about Guru Gobind Singh Ji too. He wrote a poem. Meghraj Singh Ji, are you there? जी वाहिगुरु जी का खालसा वाहिगुरु जी फतेह। ਵਾਹਿਗੁਰੂ ਜੀ ਕੀ ਫਤਿਹ। जिवें गुरु गोबिंद सिंह जी कहते हैं कि इन गरीब सिखन को देव पातशाही याद रखे हमारी गुरियाई। ਤੇ ਗੁਰੂਆਂ ਦੀ ਗੱਲ ਸਮਝਣ ਵਾਸਤੇ ਉਹਨਾਂ ਦਾ ਮਤਲਬ ਦਿਮਾਗ ਵੀ ਉਨਾ ਹੀ ਪਾਵਰਫੁਲ ਚਾਹੀਦਾ, ਕਿਉਂਕਿ ਗੁਰੂਆਂ ਦੀ ਗੱਲ ਨੂੰ ਸੁਣ ਮਤਲਬ ਇਹ ਅਨੁਭਵੀ ਗਿਆਨ ਵਿੱਚੋਂ ਨਿਕਲੀ ਗੱਲ ਸਾਰੀ। ਤੇ ਮੈਂ ਵੀ ਕੁਝ ਲਿਖਿਆ ਅੱਜ ਗੁਰੂ ਦੀ ਕਿਰਪਾ ਦੇ ਨਾਲ। ਤੇ ਜਿੱਦਾਂ ਮਤਲਬ ਅਸੀਂ ਮਤਲਬ ਜਾਤ ਪਾਤ ਦੀ ਗੱਲ ਕਰਦੇ ਹਾਂ, ਜਾਤ ਪਾਤ ਜਿਹੜਾ ਬੰਦਾ ਜਾਤ ਪਾਤ ਨੂੰ ਮੰਨਦਾ ਨਾ, ਉਹਨੂੰ ਤਾਂ ਗੁਰੂ ਦੀ ਗੱਲ ਸਮਝ ਆ ਹੀ ਨਹੀਂ ਸਕਦੀ, ਕਿਉਂਕਿ ਗੁਰੂਆਂ ਨੇ ਸਿੱਧੀ ਮਤਲਬ ਮੈਂ ਜਿਹੜੀ ਚੀਜ਼ ਲਿਖੀ ਉਹ ਤੁਹਾਨੂੰ ਮਤਲਬ ਇਹ ਤਾਂ ਲਿਖੀ 11 ਪੰਕਤੀ 11 ਸਾਰੀ ਲਿਖੀ ਮਾਜੇ। ਤੇ शुरुआत ਦੇ ਵਿੱਚ ਲਿਖਿਆ कि गुरु धन्यवाद गुरु गोविंद सिंह जी का जिन्होंने मुझे भिखारी से बादशाह बनाया। धन्यवाद गुरु गोविंद सिंह जी अमृत पिलाकर बब्बर शेर बनाया। तो लास्ट में एक शायरी वो लिखी इसके अंदर ये कि तेरा शुक्र है तेरा शुक्र है तेरा शुक्र है तेरा शुक्र है गुरु गोविंद सिंह जी, आपने मेरे से मतलब मुझे सच बोलने वाला बादशाह बनाया। तेरा शुक्र है तेरा शुक्र है तेरा शुक्र है तेरा शुक्र है गुरु गोविंद सिंह जी, अपने मेघराज सिंह के हाथों से सच लिखवाया। क्योंकि मेरी कोई औकात नहीं है जो मैं लिख सका गुरु गोविंद सिंह के बारे। ਤੇ ਉਹਨਾਂ ਨੇ ਮਤਲਬ ਕਿਰਪਾ ਕਰਕੇ ਇਹ ਬਾਦਸ਼ਾਹਤ ਜਿਹੜੀ ਸਾਨੂੰ ਦਿੱਤੀ ਹੈ, ਮਤਲਬ ਯਾਦ ਰੱਖਣੀ ਚਾਹੀਦੀ, ਕਿਉਂਕਿ ਗੁਰੂਆਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਚੱਲਦਾ। ਇਹ ਜਿਹੜਾ ਕੰਮ ਚੱਲਦਾ ਵਾਇਸ ਮਾਨਵ ਦਾ ਵੀ ਉਹਨਾਂ ਦੀ ਕਿਰਪਾ ਨਾਲ ਚੱਲਦਾ। ਤੇ ਗੁਰੂ ਦੀ ਗੱਲ ਨੂੰ ਸਮਝਣ ਵਾਸਤੇ ਸਾਡਾ ਦਿਮਾਗ ਇੰਨਾ ਪਾਵਰਫੁਲ ਚਾਹੀਦਾ, ਕਿਉਂਕਿ ਅਨੁਭਵੀ ਗਿਆਨ ਵਿੱਚੋਂ ਨਿਕਲੀ, ਰੱਬੀ ਗਿਆਨ ਵਿੱਚੋਂ ਨਿਕਲੀ ਗੱਲ ਹੈ। ਤੇ ਅਸੀਂ ਸਾਡੀ ਸਮਝ ਤੋਂ ਬਾਹਰ ਹੈ ਜੀ ਉਹ। ਬਾਕੀ ਗੁਰੂ ਦੀ ਕਿਰਪਾ ਨਾਲ ਜੋ ਵੀ ਚੱਲਦਾ ਸਭ ਗੁਰੂ ਦੀ ਕਿਰਪਾ ਨਾਲ ਚੱਲਦਾ। ਥੈਂਕ ਯੂ ਜੀ। ਵਾਹਿਗੁਰੂ ਜੀ ਦਾ ਖਾਲਸਾ। Thank you for joining us. Now 1 minute each ਤੁਸੀਂ ਕੋਈ ਚੀਜ਼ ਐਡ ਕਰਨੀ ਹੋਵੇ। Next time we will go from here ਕਿ ਉਹਨਾਂ ਦੇ ਵਿੱਚ ਮਹਾਰਾਜ ਨੇ ਕਿਵੇਂ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਮਾਧੋ ਦਾਸ ਬੈਰਾਗੀ ਦੇ ਨਾਲ, ਤੇ how he converts him into
ਕਿਵੇਂ ਬੰਦਾ ਸਿੰਘ ਬਹਾਦਰ ਆਇਆ ਤੇ ਉਹ ਕਿਵੇਂ ਪੰਜਾਬ ਦੇ ਵਿੱਚ ਉਹਨਾਂ ਨੇ ਆ ਕੇ ਜਦੋਜਹਿਦ ਕੀਤੀ। that will be our mission next time, right? To talk about. So before we say goodbye, apne 1 minute कोई चीज तुसी share करनी होवे डॉक्टर कुलविंਦਰ ਸਿੰਘ। ਹਾਂਜੀ ਸਰ ਸਰ ਇਸ਼ੂ ਉੱਠਿਆ ਸੀ ਕਿ ਬਦਾਵਾ ਲਿਖਾਣ ਬਾਰੇ। ਇਹਦੇ ਬਾਰੇ ਮੇਰੇ ਮਨ 'ਚ ਵਿਚਾਰ ਆਇਆ ਕਿ ਆਮ ਤੌਰ ਤੇ ਜੋ ਸਾਡੀ ਰਹਿਤ ਮਰਿਆਦਾ ਹੈ ਨਾ, ਸਿੱਖ ਰਹਿਤ ਮਰਿਆਦਾ ਵਿੱਚ ਗੁਰੂ ਨੂੰ ਲਿਖਾਉਣ ਦੀ ਜ਼ਰੂਰਤ ਨਹੀਂ ਹੁੰਦੀ, ਕਿਉਂਕਿ ਜਿਹੜਾ ਬੰਦਾ ਕੋਈ ਬੱਜਰ ਰਹਿਤ ਕਰ ਲੈਂਦਾ ਹੈ ਨਾ, ਜਿਹੜੀਆਂ ਰਹਿਤ ਵਿੱਚ ਆਟੋਮੈਟਿਕਲੀ ਸਿੱਖੀ ਤੋਂ ਆਊਟ ਹੋ ਜਾਂਦਾ ਹੈ। ਲੇਕਿਨ ਸ਼ਾਇਦ ਭਾਈ ਅਮਾਨ ਸਿੰਘ ਜੀ ਕੋਲੋਂ ਗੁਰੂ ਸਾਹਿਬ ਨੇ ਇਸ ਲਈ ਬਦਾਵਾ ਲਿਖਾਇਆ ਹੋਵੇ ਕਿ ਉਹਨਾਂ ਬੱਜਰ ਕਰਤਾਂ ਵਿੱਚੋਂ ਕੋਈ ਰਹਿਤ ਗੁਰੂ ਭਾਈ ਸਾਹਿਬ ਨੇ ਨਹੀਂ ਸੀ। ਬੜੀ ਜੀਵਨ ਵਾਲੇ ਸਿੱਖ ਸਨ ਤੇ ਉਹ ਇੱਕ ਉਹਨਾਂ ਵਲੰਟਰਲੀ ਉਸ ਕੰਟੈਕਸਟ ਤੋਂ ਬਾਹਰ ਜਾ ਕੇ, ਕਿਉਂਕਿ ਹੁਕਮ ਦਾ ਬੜਾ ਵੱਡਾ ਦਰਜਾ ਹੈ ਜਦੋਂ ਆਤਮਿਕ ਲੈਵਲ ਤੇ ਜਾਂਦੇ ਆ, ਕਿਉਂਕਿ ਗੁਰਬਾਣੀ ਸ਼ਬਦ ਆਉਂਦਾ ਕਿ ਨਾਨਕ ਹੁਕਮ ਨਾ ਮੰਨਣਾ ਹੀ ਤਾਂ ਘਰ ਹੀ ਅੰਦਰ ਦੂਰ। ਉੱਥੇ ਕਰਿਆਤ ਕੋਈ ਨਹੀਂ ਸੀ, ਲੇਕਿਨ ਗੁਰੂ ਦਾ ਸਿਰਫ ਹੁਕਮ ਸੀ ਵੀ ਤੁਸੀਂ ਰਹਿਣਾ, ਤੇ ਉਹਨਾਂ ਦਾ ਮਨ ਡੋਲ ਚੁੱਕਾ ਸੀ ਜਾਣ ਵਾਸਤੇ। ਸ਼ਾਇਦ ਇਸ ਕਰਕੇ ਗੁਰੂ ਸਾਹਿਬ ਨੇ ਲਿਖਾ ਕੇ ਲਿੱਤਾ ਹੋਵੇ, ਕਿਉਂਕਿ ਉਹ ਇੱਕ ਸਪੈਸ਼ਲ ਪ੍ਰੋਵੀਜ਼ਨ ਹੋ ਜਾਂਦੀ ਹੈ। ਸਿਮਿਲਰਲੀ ਦੂਸਰੀ ਜਿਹੜੀ ਚੀਜ਼ ਦੀ ਗੱਲ, ਇੱਕ ਮਿੰਟ ਲੈ ਸਕਦਾ ਸਰ ਮੈਂ? ਓਕੇ ਹਾਂਜੀ, ਦੂਸਰੀ ਗੱਲ ਜਿਹੜੀ ਮਤਲਬ ਡੱਲਾ ਜੀ ਦੀ ਗੱਲ ਆ ਰਹੀ ਸੀ ਨਾ, ਭਾਈ ਡੱਲਾ ਜੀ ਦੀ ਗੱਲ, ਉੱਥੇ ਮੈਂ ਇਹ ਸੋਚਦਾ ਕਿ ਉਹ ਕੰਪੈਰੀਜ਼ਨ ਦੋ ਲੀਡਰ ਦਾ ਹੈ। ਡੱਲਾ ਵੀ ਆਪਣੇ ਆਪ ਨੂੰ ਲੀਡਰ ਸਮਝਦਾ ਸੀ ਕਿਉਂਕਿ ਉਹਦੇ ਵੀ ਬੜੇ ਪੈਰੋਕਾਰ ਸਨ, ਉਹ ਸਿੱਖੀ ਸੇਵਕੀ ਸੀ, ਤੇ ਗੁਰੂ ਸਾਹਿਬ ਦੱਸਦਾ ਸੀ ਕਿ ਮੇਰੀ ਲੀਡਰਸ਼ਿਪ ਬੜੀ ਹੈ। ਤੇ ਗੁਰੂ ਸਾਹਿਬ ਨੇ ਇੱਕ ਸਿਚੁਏਸ਼ਨ ਕ੍ਰੀਏਟ ਕਰ ਦਿੱਤੀ ਦੱਸਣ ਵਾਸਤੇ ਕਿ ਲੀਡਰਸ਼ਿਪ ਕਿਸ ਲੈਵਲ ਦੀ ਹੁੰਦੀ ਹੈ, ਕਿ ਡੱਲਾ ਤੇਰਾ ਹਰ ਸਿਪਾਹੀ ਆਪਣੇ ਲੈਵਲ ਤੇ ਸੋਚਦਾ ਪਿਆ ਹੈ, ਹੁਕਮ ਚ ਨਹੀਂ ਹੈਗਾ, ਤੇ ਮੇਰੀ ਜਿੰਨੇ ਸਿੱਖ ਹੈਗੇ ਨੇ ਇਹ ਹੁਕਮ ਚ ਨੇ, ਮੇਰਾ ਹੁਕਮ ਦੀ ਉਡੀਕ ਕਰਦੇ ਨੇ, ਉਹ ਆਪਣੀ ਸੋਚ ਤੋਂ ਉੱਚੀ ਉੱਠ ਕੇ ਸਿਰਫ ਫੇਥ ਵਿੱਚ। ਦੈਟਸ ਆਲ। ਥੈਂਕ ਯੂ। ਗਿਆਨ ਸੋਚਾ ਸਿੰਘ ਜੀ। ਨਥਿੰਗ ਸਪੈਸ਼ਲ ਜੀ, ਬਸ ਜਿਹੜੀ ਆਪਣੇ 1966 ਗੱਲ ਹੋਈ ਨਾ ਕਿ ਗੁਰੂ ਗੋਬਿੰਦ ਸਿੰਘ ਦੇ ਸ਼ਾਸਤਰ ਜਿਹੜੇ ਆਏ ਸੀਗੇ, ਤੇ ਮੈਂ ਦੱਸ ਰਿਹਾ ਸੀ ਜਿਹੜੀ ਆਪਣਾ ਥੋੜਾ ਜਿਹਾ ਜੀਵਨ ਦੀ ਸ਼ੁਰੂਆਤ, ਮੈਂ ਉਸ ਵੇਲੇ ਜੀ 5 ਸਾਲ ਦਾ ਸੀਗਾ ਸਿਰਫ, ਉਦੋਂ ਦਾ ਮਤਲਬ ਤੇ ਜਿਹੜੀ ਗੁਰੂ ਦੀ ਕਿਰਪਾ ਹੋਈ ਉਹ ਸਿਰਫ ਉਹ ਜਿਹੜੀਆਂ ਉੱਥੋਂ ਦੀਆਂ ਕਿਤਾਬਾਂ ਉਦੋਂ ਸ਼੍ਰੋਮਣੀ ਕਮੇਟੀ ਨੇ ਪਬਲਿਸ਼ ਕੀਤੀਆਂ ਹੋਣੀਆਂ, ਉਹਨਾਂ ਦੇ ਵਿੱਚੋਂ 2 ਛੋਟੀਆਂ ਕਿਤਾਬਾਂ ਆਈਆਂ ਸੀ ਸਾਡੇ ਘਰ ਦੇ ਵਿੱਚ, ਤੇ ਉਹਨਾਂ ਨੂੰ ਦੇਖ ਕੇ ਥੋੜਾ ਬਹੁਤ ਬਾਅਦ ਦੇ ਵਿੱਚ ਪੜ੍ਹ ਕੇ ਜਿਹੜਾ ਉਹ ਦਾਸ ਜਿਹੜੀ ਬ੍ਰੌਟ ਅਪ ਹੋਗਾ। ਥੈਂਕ ਯੂ ਜੀ। ਯਾਨੀ ਧਰਮ ਸਿੰਘ ਜੀ। ਹਾਂਜੀ, ਬਸ ਬਾਕੀ ਫਿਰ ਅਗਲੇ ਸੈਸ਼ਨ ਚ ਤੇ ਗੱਲ ਇਹ ਗੁਰੂ ਸਾਹਿਬ ਦੇ ਤੇ ਰੋਜ਼ ਦੇ ਕੌਤਕ ਵਰਤਦੇ ਰਹੇ ਆ, ਤੇ ਜਿੱਦਾਂ ਭਾਈ ਸੁੱਚਾ ਸਿੰਘ ਜੀ ਹੋਰਾਂ ਨੇ ਕਿਹਾ ਆ, ਇਹ ਮੈਨੂੰ ਵੀ ਯਾਦ ਆ, ਅਸੀਂ ਛੋਟੇ ਸਾਂ ਉਦੋਂ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹਰ ਸੜਕ ਤੋਂ ਦੀ ਉਹ ਸ਼ਸਤਰਾਂ ਦੇ ਦਰਸ਼ਨ ਕਰਾਏ ਗਏ ਸੀਗੇ, ਤੇ ਅਸੀਂ ਵੀ ਸਾਰੇ ਪਿੰਡ ਦੇ, ਮੇਰੇ ਖਿਆਲ ਚ ਕੋਈ ਵੀ ਪਿੰਡ ਚ ਨਹੀਂ ਰਿਹਾ ਹੋਣਾ, ਮਾਤਾਵਾਂ ਬੀਬੀਆਂ ਬਜ਼ੁਰਗ ਬੱਚੇ ਜਿਹੜੇ ਉਹ ਸੜਕਾਂ ਤੇ ਜਾ ਕੇ ਤੇ ਉਹ ਜਿਹੜੇ ਲੱਗੇ, ਸਾਨੂੰ ਉਦੋਂ ਬਹੁਤੀ ਸਮਝ ਤੇ ਨਹੀਂ, ਪਰ ਇੰਨਾ ਸੀਗਾ ਕਿ ਗੁਰੂ ਸਾਹਿਬ ਦੇ ਸ਼ਸਤਰ ਆਏ ਆ, ਇਹ ਸੱਚ ਹੀ ਆ। ਬਹੁਤ ਉਤਸ਼ਾਹ ਬਣਿਆ ਸੀਗਾ ਉਦੋਂ ਕੌਮ ਦੇ ਵਿੱਚ। ਹਾਂਜੀ, ਥੈਂਕ ਯੂ ਜੀ। ਹਰਮਿੰਦਰ ਜੀ। ਨਹੀਂ, I have nothing to add. It was quite a fruitful, informative session. Thank you everybody and you as a moderator. You're welcome. Dr. Mehrbaan Singh ji, ਤੁਸੀਂ ਕੋਈ ਆਖਰੀ ਗੱਲ ਕਹਿਣੀ ਹੈ 1 ਮਿੰਟ ਲਈ? Okay. Dr. Vasu, are you there? ਅਸਲ ਵਿੱਚ ਜਿਹੜਾ ਜੀ ਮੁਕਤਸਰ ਦੀ ਗੱਲ ਹੈ ਨਾ, ਜਿਹੜੇ ਬੇਦਾਵੇ ਲਿਖਣ ਦੀ ਗੱਲ ਹੈ, ਮੈਂ ਇੱਕ ਪਹਿਰਾ ਲਿਖਿਆ ਸੀ ਕਿ ਬੰਦਾ ਜਿਹੜਾ ਡੋਲਦਾ ਡਿੱਗਦਾ ਫੇਰ ਉੱਠਦਾ, ਮੰਜ਼ਰ ਆਪਣੀ ਤੇ ਫੇਰ ਪਾ ਲੈਂਦਾ, ਆਪਣੇ ਯਾਰ ਦੀ ਗਲੀ ਜਾਣ ਖਾਤਰ ਸੀਸ ਤਲੀ ਤੇ ਫੇਰ ਟਿਕਾ ਲੈਂਦਾ, ਸਮਾਂ ਉਸ ਨੂੰ ਰਾਜ ਤੇ ਭਾਗ ਦਿੰਦਾ, ਬਿਆਨਾ ਸੀਸ ਦਾ ਜਿਹੜਾ ਫੜਾ ਲੈਂਦਾ, ਰੋਸਾ ਯਾਰ ਦਾ ਝਟਪਟ ਦੂਰ ਹੋਵੇ, ਜਦੋਂ ਮੌਤ ਨਾਲ ਅੱਖ ਮਿਲਾ ਲੈਂਦਾ, ਸਿੰਘਾਂ ਮੁਕਤੀ ਦੀ ਡਿਗਰੀ ਪਾਈ ਜਿੱਥੇ ਮੁਕਤਸਰ ਦਾ ਨਾਂ ਪਿਆ ਵੱਜਦਾ ਏ, ਮੁੱਲ ਤਾਰ ਕੇ ਬੇਵਫਾਈ ਵਾਲਾ ਮਿਹਣਾ ਲਾ ਦਿੱਤਾ ਬਸ ਜਗਦਾ ਏ, ਤੋ ਫਿਰ ਸ਼ਹੀਦੀਆਂ ਨਾਲ ਹੀ ਫੜਦੇ ਨੇ। ਥੈਂਕ ਯੂ ਜੀ, ਥੈਂਕ ਯੂ, ਵੈਰੀ ਨਾਈਸ। ਬਹੁਤ ਮਿਹਰਬਾਨੀ ਸਾਰਿਆਂ ਦਾ ਫॉर ਪਾਰਟਿਸਿਪੇਸ਼ਨ ਐਂਡ ਵੈਲਿਊਏਬਲ ਵਿਊਜ਼ ਫॉर ਸ਼ੇਅਰਿੰਗ, ਤੇ ਨੈਕਸਟ ਟਾਈਮ ਵਿਲ ਮੀਟ ਨੈਕਸਟ ਵੈਡਨਸਡੇ, ਤੇ ਸਾਰੇ ਪਾਰਟਿਸਿਪੈਂਟਸ ਤੇ ਸਾਰੇ ਆਡੀਅנס ਦਾ ਬਹੁਤ ਬਹੁਤ ਧੰਨਵਾਦ। ਗੁਰੂ ਹਰਪ੍ਰਸਾਦ ਚੜ੍ਹਦੀਆਂ ਕਲਾਂ ਬਖਸ਼ੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
Thank you.